ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਭੈਣਾਂ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਜਪਜੀ ਸਾਹਿਬ ਜੀ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਮਨੁੱਖ ਮਾਤਰ ਨੂੰ ਇੱਕ ਜੀਵਨ ਦਾ ਰਾਸਤਾ ਦਿੱਤਾ ਹੈ, ਗੋਲ ਦਿੱਤਾ ਹੈ ਹਰ ਮਨੁੱਖ ਨੂੰ ਸਚਿਆਰ ਹੋਣ ਦਾ। ਸਚਿਆਰ ਕਿਵੇਂ ਹੋਣਾ ਹੈ? ਸਚਿਆਰ ਹੋਣ ਦੇ ਅੰਦਰ ਹੀ ਹਰ ਮਨੁੱਖ ਦਾ ਲਾਭ ਹੈ ਔਰ ਭਲਾ ਹੈ। ਸਚਿਆਰ ਹੋਣ ਦੇ ਨਾਲ ਮਨੁੱਖ ਦੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਮੁੱਕ ਜਾਂਦੀਆਂ ਨੇ। ਸਚਿਆਰ ਜੇ ਬੰਦਾ ਹਰ ਇੱਕ ਇਨਸਾਨ ਹੋ ਜਾਏ ਤਾਂ ਦੁਨੀਆ 'ਚੋਂ ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਆਦਿ ਖਤਮ ਹੋ ਸਕਦੇ ਨੇ ਔਰ ਪਰਿਵਾਰਕ ਔਰ ਸਮਾਜਿਕ ਜਿੰਨੀਆਂ ਵੀ ਸਮੱਸਿਆਵਾਂ ਨੇ ਇਹਨਾਂ ਦਾ ਹੱਲ ਹੋ ਸਕਦਾ ਹੈ। ਬੰਦਾ ਰੱਬ ਵਰਗਾ ਹੋ ਕੇ ਜੀ ਸਕਦਾ ਹੈ, ਕਿਉਂਕਿ ਸਚਿਆਰ ਰੱਬ ਆਪ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਰੱਬ ਵਰਗਾ ਬਣ ਕੇ ਜੀਣਾ। ਜਪਜੀ ਸਾਹਿਬ ਜੀ ਦੇ ਅੰਦਰ ਸਾਨੂੰ ਸਚਿਆਰ ਹੋਣ ਦਾ ਸਾਧਨ ਦੱਸਿਆ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਯਾਨੀ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰਨੀ, ਰੱਬੀ ਹੁਕਮ ਦੇ ਅੰਦਰ ਆਪਣੇ ਜੀਵਨ ਨੂੰ ਗੁਜ਼ਾਰਨਾ ਔਰ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ, ਇਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਤਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰੋਂ ਸਾਨੂੰ ਮਾਰਗਦਰਸ਼ਨ ਮਿਲਦਾ ਹੈ ਸਚਿਆਰ ਹੋਣ ਵਾਸਤੇ। ਕੱਲ ਤੱਕ ਅਸੀਂ 15 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਆਓ ਅਸੀਂ 16ਵੀਂ ਪੌੜੀ ਦੀ ਵਿਚਾਰ ਆਰੰਭ ਕਰੀਏ। ਗੁਰਦੇਵ ਜੀ ਬਚਨ ਕਰਦੇ ਹਨ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਛੇ ਪਾਵਹਿ ਦਰਗਾਹ ਮਾਨ। ਪੰਜ ਪ੍ਰਵਾਨ ਨੇ। ਪ੍ਰਵਾਨ ਦਾ ਮਤਲਬ ਕਿ ਉਹ ਜਗਤ ਨੂੰ ਸਾਰੇ ਹੀ ਉਹਨਾਂ ਨੂੰ ਸਤਿਕਾਰ ਆਦਰ ਮਿਲਦਾ ਹੈ। ਕੋਈ ਵੀ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਇਹ ਬੰਦਾ ਮੈਨੂੰ ਪਸੰਦ ਨਹੀਂ ਹੈ, ਪ੍ਰਵਾਨ ਨਹੀਂ ਹੈ। ਪੰਚ ਕੌਣ ਹੈ? ਸਮਝਣ ਵਾਲੀ ਗੱਲ ਇਹ ਹੈ। ਆਮ ਲੋਕ ਪੰਚ ਨੂੰ 5 ਦੀ ਗਿਣਤੀ ਸਮਝਦੇ ਹਨ, ਪਰ ਇੱਥੇ 5 ਦੀ ਗਿਣਤੀ ਨਹੀਂ ਹੈ। ਇੱਥੇ ਪੰਚ ਦਾ ਮਤਲਬ ਸਿਰਮੌਰ, ਸ੍ਰੇਸ਼ਟ, ਜਿਸ ਨੂੰ ਅਸੀਂ ਸਚਿਆਰ ਕਹਿ ਸਕਦੇ ਹਾਂ, ਜਿਸ ਬਾਰੇ ਗੁਰਦੇਵ ਜੀ ਪਿੱਛੇ ਕਹਿ ਆਏ ਹਨ ਕਿ ਉਹ ਸਚਿਆਰਾ ਹੋਈ ਹੈ। ਜਿਸ ਨੇ ਜਪਜੀ ਸਾਹਿਬ ਜੀ ਦੀ ਇਸ ਪਾਵਨ ਵਿਚਾਰ ਨੂੰ ਮੰਨ ਲਿਆ, ਅਪਣਾ ਲਿਆ, ਉਹ ਬੰਦਾ ਪੰਚ ਹੋ ਗਿਆ, ਸਚਿਆਰ ਹੋ ਗਿਆ। ਤੇ ਉਹ ਜੋ ਪੰਚ ਹੈ, ਜੋ ਮਨ ਬਚਨ ਕਰਮ ਕਰਕੇ ਸੱਚਾ ਹੈ, ਜੋ ਰੱਬੀ ਰਜ਼ਾ ਦੇ ਅੰਦਰ ਤੁਰਨ ਵਾਲਾ ਇਨਸਾਨ ਹੈ, ਪ੍ਰਵਾਨ ਉਹ ਹੈ ਸਾਰੇ ਸੰਸਾਰ ਨੂੰ ਪ੍ਰਵਾਨ ਹੈ। ਕਿਉਂ? ਕਿਉਂਕਿ ਉਸ ਬੰਦੇ ਕੋਲੋਂ ਕਿਸੇ ਦਾ ਵਿਗਾੜ ਨਹੀਂ ਹੋਣਾ, ਉਹਦੇ ਕੋਲੋਂ ਕਿਸੇ ਦਾ ਅਹਿਤ ਨਹੀਂ ਹੋਣਾ, ਉਸਨੇ ਕਿਸੇ ਦਾ ਨੁਕਸਾਨ ਨਹੀਂ ਕਰਨਾ। ਐਸੇ ਇਨਸਾਨ ਨੇ ਕਿਸੇ ਨੂੰ ਦੁੱਖ ਨਹੀਂ ਦੇਣਾ, ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਣੀ। ਐਸਾ ਰੱਬ ਵਰਗਾ ਇਨਸਾਨ ਸੰਸਾਰ ਦੇ ਭਲੇ ਵਾਸਤੇ ਜ਼ਿੰਦਗੀ ਜੀਵੇਗਾ, ਪਰ ਉਪਕਾਰ ਵਾਲੀ ਭਾਵਨਾ ਦੇ ਨਾਲ ਜੀਵੇਗਾ। ਉਹਦਾ ਆਪਣਾ ਜੀਵਨ ਵੀ ਉੱਚਾ ਸੁੱਚਾ ਔਰ ਮਹਾਨ ਹੋਏਗਾ ਤੇ ਉਹ ਦੂਜੇ ਲੋਕਾਂ ਨੂੰ ਵੀ ਮਹਾਨ ਬਣਾਉਣ ਦਾ ਯਤਨ ਕਰੇਗਾ। ਤਾਂ ਉਹ ਸਿਰਮੌਰ ਜਨ, ਸਚਿਆਰ ਮਨੁੱਖ ਹੀ ਇਸ ਦੁਨੀਆ ਨੂੰ ਪ੍ਰਵਾਨ ਹੈ। ਪੰਚ ਪ੍ਰਧਾਨ, ਪ੍ਰਧਾਨ ਦਾ ਮਤਲਬ ਮੰਨਿਆ ਪ੍ਰਮੰਨਿਆ ਆਗੂ। ਜੋ ਸਚਿਆਰ ਹੈ ਉਹੀ ਪ੍ਰਧਾਨ ਹੈ, ਉਹਦੀ ਹੀ ਪ੍ਰਧਾਨਤਾ ਹੈ। ਸਭ ਥਾਵਾਂ ਤੇ ਉਹਨੂੰ ਮੁੱਖ ਮੰਨਿਆ ਜਾਂਦਾ ਹੈ। ਐਸੇ ਇਨਸਾਨ ਨੂੰ ਕੋਈ ਵੀ ਨੀਵਾਂ ਕਰਕੇ ਨਹੀਂ ਜਾਣਦਾ ਔਰ ਉਹਨੂੰ ਹੀ ਅਸੀਂ ਪ੍ਰਧਾਨ ਕਹਿ ਸਕਦੇ ਹਾਂ। ਪੰਚਮ ਪੰਚ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ। ਜਿਨ੍ਹਾਂ ਨੇ ਇਸ ਪਰਪੰਚ ਨੂੰ ਸਮਝ ਲਿਆ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਮਾਇਆ ਤੋਂ, ਵਿਕਾਰਾਂ ਤੋਂ ਉੱਚੀ ਚੁੱਕ ਲਿਆ, ਉਹ ਇਨਸਾਨ ਹੀ ਅਸਲ ਦੇ ਅੰਦਰ ਪੰਚ ਹੈ ਤੇ ਉਹ ਇਨਸਾਨ ਹੀ ਅਸਲ ਦੇ ਅੰਦਰ ਪ੍ਰਧਾਨ ਹੈ। ਯਾਨੀ ਕੋਈ ਵੀ ਸੰਸਥਾ ਹੈ, ਚਾਹੇ ਉਹ ਪਰਿਵਾਰ ਹੈ ਜਾਂ ਧਾਰਮਿਕ ਦੁਨੀਆ ਹੈ, ਸਮਾਜਿਕ ਦੁਨੀਆ ਹੈ ਜਾਂ ਰਾਜਨੀਤਿਕ ਦੁਨੀਆ ਹੈ, ਉੱਥੇ ਪ੍ਰਧਾਨਤਾ ਪੰਚ ਦੀ ਚਾਹੀਦੀ ਹੈ, ਸਚਿਆਰ ਦੀ ਚਾਹੀਦੀ ਹੈ। ਕਿਉਂਕਿ ਜਦੋਂ ਸਚਿਆਰ ਮਨੁੱਖ ਆਗੂ ਹੋਏਗਾ ਨਾ, ਉਦੋਂ ਉਹ ਮਨੁੱਖਤਾ ਦਾ ਸਹੀ ਜਿਹੜਾ ਹੈ ਗਾਈਡੈਂਸ ਦੇਵੇਗਾ, ਸਹੀ ਰਾਸਤਾ ਵਿਖਾਏਗਾ, ਸਹੀ ਫੈਸਲੇ ਲਵੇਗਾ, ਮਨੁੱਖਤਾ ਦਾ ਭਲਾ ਕਰੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਪੰਚ ਜਿਹੜਾ ਹੈ, ਸਿਰਮੌਰ ਜੋ ਮਨੁੱਖ ਹੈ,
यानी सचियार मनुख ही जगत नूं प्रवान है और ਉਹੀ प्रधान है। ਤਾਂ इथों सानू दो चीज़ां मिलियां, असीं की करना है। नाल नाल ये भी मैं विचारदा जावां कि असीं भी जो सचियार है ਉਹਨੂੰ प्रवानता देनी है और जो सचियार है ਉਹਨੂੰ प्रधानता देनी है। असीं ऐसे आगू पैदा करने ने जो सचियार होण, जो सही गाइड कर सकन दुनिया नूं, समाज नूं, परिवारां नूं। जिस परिवार दा आगू चंगा होएगा वो परिवार सुखी वसेगा। जिस कौम और समाज दा आगू सचियार होएगा वो कौम चढ़दी कला वल जाएगी। जिन्हां देशां दे राजनीतिक लीडर चंगे महान होणगे वो देश चंगी तरक्की करनगे। अगे बचन करदे ने पंचे पावहें दरगाह मान। इत्थे पंचे शब्द बहुवचनी है, पहला भी पंच बहुवचनी सी। पावह इनू उच्चारण करांगे बिंदी लगा के पावह, क्योंकि जदों भी ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ, ਜਿਸ ਦਾ ਉਚਾਰਨ ਨਾਸਕੀ ਹੋਏਗਾ ਪਾਵੇਂ। ਦਰਗਾਹ ਦਾ ਮਤਲਬ ਦਰਗਾਹ ਦੇ ਅੰਦਰ, ਮਾਨ ਦਾ ਮਤਲਬ ਆਦਰ। ਇਹ ਜੋ ਸਚਿਆਰ ਮਨੁੱਖ ਨੇ ਰੱਬੀ ਦਰਗਾਹ ਦੇ ਅੰਦਰ ਵੀ ਆਦਰ ਪਾਉਂਦੇ ਨੇ, ਇਹਨਾਂ ਨੂੰ ਹੀ ਆਦਰ ਮਿਲਦਾ ਹੈ। ਜਿਹੜਾ ਪੰਚ ਹੈ ਨਾ, ਪੰਚ ਦਾ ਮਤਲਬ ਸਚਿਆਰ ਮਨੁੱਖ, जो मन वचन और कर्म करके रब्बी रजा वेश तुरन वाला है। जो मन वचन और कर्म करके सच्चा है, जिसके बोल सच्चे ने, जिस दियां भावनावां सच्चियां ने, जिसका विहार सच्चा है, रब्बी दरगाह दे अंदर वो मान पांदा है। ते ये गल समझ लेना, सानू आम समझाया जाता है कि रब दी दरगाह इस दुनिया तो वखरी है ਤੇ ਮਰਨ ਤੋਂ ਬਾਅਦ ਉਸ ਦਰਗਾਹ ਦੇ ਵਿੱਚ ਜਾ ਕੇ ਬੰਦਾ ਮਾਣ ਪਾਉਂਦਾ ਹੈ। ਅਸਲ ਦੇ ਅੰਦਰ ਰੱਬ ਕਿੱਥੇ ਹੈ, ਜੇ ਇਹ ਸਮਝ ਆ ਜਾਏ ਨਾ ਤਾਂ ਰੱਬ ਦੀ ਦਰਗਾਹ ਦਾ ਵੀ ਸਮਝ ਆ ਜਾਏਗੀ। ਦਰਗਾਹ ਦਾ ਮਤਲਬ ਜਿਵੇਂ ਅਸੀਂ ਅਦਾਲਤ ਕਹਿ ਦਿੰਦੇ ਆ, ਕਚਹਿਰੀ ਕਹਿ ਦਿੰਦੇ ਆ। ਤੇ ਜੱਜ ਦੀ ਕਚਹਿਰੀ ਕਿੱਥੇ ਹੈ? ਜਿੱਥੇ ਜੱਜ ਹੈ। ਕਚਹਿਰੀ ਵਿੱਚ ਹੀ ਹੁੰਦਾ ਨਾ, ਅਦਾਲਤ ਦੇ ਵਿੱਚ ਜੱਜ ਬੈਠਦਾ ਹੈ। ਤੇ ਰੱਬ ਦੀ ਦਰਗਾਹ ਕਿੱਥੇ ਹੈ? ਜਿੱਥੇ ਰੱਬ ਹੈ, ਜਿੱਥੇ ਰੱਬ ਬੈਠਦਾ ਹੈ। ਤੇ ਰੱਬ ਕਿੱਥੇ ਬੈਠਾ ਹੈ? ਕਿਸੇ ਵੱਖਰੀ ਦੁਨੀਆ 'ਚ ਨਹੀਂ ਨਾ ਬੈਠਾ। ਘਟ ਘਟ ਮੈਂ ਹਰਜੂ ਬਸੈ। ਇਹ ਜਗ ਸੱਚੇ ਕੀ ਹੈ ਕੋਠੜੀ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ। ਯਾਨੀ ਇਹ ਸਾਰਾ ਸੰਸਾਰ ਰੱਬ ਦੀ ਦਰਗਾਹ ਹੀ ਹੈ। ਤੁਹਾਡੇ ਅੰਦਰ ਰੱਬ ਦੀ ਦਰਗਾਹ ਹੈ, ਕਿਉਂਕਿ ਰੱਬ ਅੰਦਰ ਹੈ ਨਾ, ਕਿ ਉਹ ਸੱਚਾ ਅੰਦਰ ਨਿਆਂ ਕਰ ਰਿਹਾ ਹੈ ਹਰ ਵਕਤ। ਕੁਦਰਤ ਦੇ ਜੋ ਕਾਨੂੰਨ ਨੇ ਇਹ ਰੱਬ ਦੀ ਦਰਗਾਹ ਹੀ ਹੈ। ਦੂਜੀ ਗੱਲ, ਅਸੀਂ ਜੇ ਸੌਖਾ ਸਮਝਣਾ ਹੋਵੇ ਤਾਂ ਜਿੱਥੇ ਸੱਚ ਦੇ ਆਧਾਰਿਤ ਫੈਸਲੇ ਹੁੰਦੇ ਨੇ, ਯੂਨੀਵਰਸਲ ਟਰੁੱਥ ਮੁਤਾਬਕ ਜਿੱਥੇ ਜੀਵਨ ਨੂੰ ਵਿਚਾਰਿਆ ਜਾਏਗਾ ਨਾ, ਉੱਥੇ ਬੰਦਾ ਸੱਚਾ ਹੀ ਮਾਣ ਪਾ ਸਕਦਾ ਹੈ। ਉੱਥੇ ਝੂਠਾ ਨਹੀਂ ਟਿਕੇਗਾ, ਉੱਥੇ ਸਚਿਆਰ ਬੰਦਾ ਹੀ ਟਿਕੇਗਾ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ। ਜਿੱਥੇ ਰੱਬ ਦੀ ਕਸੌਟੀ ਹੈ ਨਾ, ਸੱਚ ਦੀ ਕਸੌਟੀ ਹੈ, ਜਿੱਥੇ ਸੱਚ ਦੇ ਬੇਸ ਉੱਤੇ ਜੀਵਨ ਪਰਖਿਆ ਜਾਣਾ, ਉੱਥੇ ਝੂਠਾ ਬੰਦਾ ਟਿਕੇਗਾ ਨਹੀਂ, ਉੱਥੇ ਮਾਣ ਉਹਨੂੰ ਨਹੀਂ ਮਿਲੇਗਾ। ਹੁਣ ਦੇਖੋ, ਅਸੀਂ ਜੇ ਸਿੰਪਲ ਜੀ ਗੱਲ, ਜਿੰਨੇ ਵੀ ਵੀਰ ਭੈਣਾਂ ਅਸੀਂ ਬੈਠੇ ਹਾਂ, ਅਸੀਂ ਆਪਣੇ ਅੰਦਰੋਂ ਪੁੱਛੀਏ ਇਮਾਨਦਾਰੀ ਦੇ ਨਾਲ। ਮੈਂ ਵੀ ਪੁੱਛਾਂ, ਤੁਸੀਂ ਵੀ ਪੁੱਛੋ ਆਪਣੇ ਆਪ ਇਮਾਨਦਾਰੀ ਨਾਲ, ਕਿ ਜੋ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਸਾਡਾ ਜੀਵਨ ਉੱਥੇ ਪੂਰਾ ਉਤਰਦਾ ਹੈ ਇਮਾਨਦਾਰੀ ਨਾਲ, ਤਾਂ ਮੇਰੇ ਖਿਆਲ 'ਚ ਬਹੁਤੀ ਵਾਰੀ ਜਵਾਬ ਇਹ ਆਉਣਾ ਵੀ ਨਹੀਂ, ਪੂਰਾ ਨਹੀਂ ਉਤਰਦਾ। ਇਹਨੂੰ ਹੀ ਰੱਬ ਦੀ ਦਰਗਾਹ ਕਹਿੰਦੇ ਨੇ, ਕਿਉਂਕਿ ਸੱਚ ਹੋਰ ਹੈ ਨਾ, ਸੱਚ ਕੁਛ ਹੋਰ ਹੈ। ਹਾਂ, ਜੇ ਅਸੀਂ ਵੈਸੇ ਕਹੀ ਜਾਈਏ ਹਾਂ ਜੀ ਮੈਂ ਪੂਰਾ ਹਾਂ, ਇਹ ਇੱਕ ਵੱਖਰਾ ਟੌਪਿਕ ਹੈ। ਜੇ ਇਮਾਨਦਾਰੀ ਨਾਲ ਹਰ ਬੰਦਾ ਆਪਣੇ ਆਪ ਨੂੰ ਪਰਖੇ ਕਿ ਕੀ ਮੈਂ ਗੁਰਬਾਣੀ ਦੀ ਕਸਵੱਟੀ ਤੇ ਜਾਂ ਜੋ ਯੂਨੀਵਰਸਲ ਟਰੁੱਥ ਹੈ ਉਸ ਕਸਵੱਟੀ ਤੇ ਮੇਰੀ ਸੋਚ, ਮੇਰੇ ਬੋਲ, ਮੇਰਾ ਵਿਹਾਰ ਪੂਰਾ ਉਤਰਦਾ ਹੈ। ਜੇ ਤਾਂ ਪੂਰਾ ਉਤਰਦਾ ਹੈ, ਅੰਦਰੋਂ ਆਵਾਜ਼ ਆਵੇ ਕਿ ਹਾਂ ਮੇਰੀ ਜ਼ਿੰਦਗੀ ਐਸੀ ਹੈ, ਫਿਰ ਤੇ ਮਾਣ ਮਿਲਿਆ। ਆਪਣੇ ਜੀਵਨ ਤੇ ਬੰਦਾ ਮਾਣ ਕਰੇਗਾ ਨਾ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਵੀ ਨਹੀਂ ਮੈਂ ਐਵੇਂ ਦਾ ਹੈ ਤੇ ਨਹੀਂ, ਫਿਰ ਮਾਣ ਤੇ ਨਾ ਮਿਲਿਆ। ਇਸ ਲਈ ਜਿੱਥੇ ਯੂਨੀਵਰਸਲ ਟਰੁੱਥ ਤੇ ਬੇਸ ਤੇ ਜਦੋਂ ਜੀਵਨ ਨੂੰ ਵਿਚਾਰਿਆ ਜਾਏਗਾ, ਉੱਥੇ ਸਚਿਆਰ ਬੰਦੇ ਨੂੰ ਮਾਣ ਮਿਲੇਗਾ, ਉਹਨੂੰ ਮਾਣ ਮਿਲੇਗਾ। ਇਸ ਲਈ ਗੁਰਦੇਵ ਪਾਤਸ਼ਾਹ ਸਾਨੂੰ ਐਸੀ ਜ਼ਿੰਦਗੀ ਦੇਣਾ ਚਾਹੁੰਦੇ ਹਨ ਹਰ ਇਨਸਾਨ ਨੂੰ,
हिंदू मुसलमान सिख ईसाई जैनी बोधी पारसी काले गोरे अमीर गरीब पढ़े अनपढ़ राजा प्रजा स्त्री पुरुष बच्ची बच्चा जवान कोई भी है, हर इंसान ऐसी जिंदगी जीवे, हर इंसान ऐसा होए कि जिथे भी सच दे बेस ते परखिया जाए बंदे दी जिंदगी पूरी उतरे, उन्हें मान मिले। पंचे सोहे दर राजान, इत्थे थोड़ा जिहा विद्वानां दे अंदर अर्थां विच मतभेद है, सिर्फ शब्दावली दा। कुछ विद्वानां ने इत्थे अर्थ कीता है कि जिहड़े पंच ने सचियार ने ਉਹ ਰਾਜਿਆਂ ਦੀ ਮਹਿਫਿਲ ਦਾ ਵੀ ਸ਼ਿੰਗਾਰ ਹੁੰਦੇ ਨੇ, ਯਾਨੀ ਰਾਜ ਸਭਾਵਾਂ ਦੇ ਅੰਦਰ ਵੀ ਉਹਨਾਂ ਨੂੰ ਮਾਣ ਮਿਲਦਾ ਹੈ। ਤੇ ਕੁਝ ਵਿਦਵਾਨਾਂ ਨੇ ਇਹਦਾ ਅਰਥ ਕੀਤਾ ਹੈ ਕਿਉਂਕਿ ਰਾਜਾਨ ਦੇ ਨੰਨੇ ਥੱਲੇ ਔਂਕੜ ਹੈ, ਇਹਦਾ ਮਤਲਬ ਰਾਜਿਆਂ ਦਾ ਰਾਜਾ ਰੱਬ, ਉਹਦੇ ਦਰ ਤੇ ਵੀ ਸ਼ੋਭਾ ਪਾਉਂਦੇ। ਤਾਂ ਇਹ ਥੋੜਾ ਜਿਹਾ ਸ਼ਬਦਾਵਲੀ ਦਾ ਹੀ ਹੇਰ ਫੇਰ ਹੈ, ਗੱਲ ਹੈਗੀ ਏ ਕਿ ਦਰ ਦੇ ਉੱਤੇ ਮਾਣ ਪਾਉਣ ਦੀ। ਜੋ ਦੁਨਿਆਵੀ ਰਾਜ ਸੱਤਾਵਾਂ ਨੇ, ਜੋ ਦੁਨਿਆਵੀ ਰਾਜ ਨੇ, ਉੱਥੇ ਵੀ ਸਚਿਆਰ ਬੰਦੇ ਨੂੰ ਮਾਣ ਮਿਲੇਗਾ, ਉਹਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਨੂੰ ਮਾਣ ਆਦਰ ਨਹੀਂ ਮਿਲ ਸਕਦਾ। ਜੇ ਉੱਥੇ ਜਾਏਗਾ ਉਹਨੂੰ ਉੱਥੇ ਵੀ ਮਾਣ ਆਦਰ ਸਤਿਕਾਰ ਮਿਲੇਗਾ, ਕਿਉਂਕਿ ਉਹਦੀ ਜ਼ਿੰਦਗੀ ਵਿੱਚ ਕਮੀ ਕੀ ਕੱਢੋਗੇ। ਕਿਸੇ ਨੂੰ ਬੇਪਤ ਕਰਨ ਲਈ ਘੱਟ ਤੋਂ ਘੱਟ ਸਚਾਈ ਤਾਂ ਚਾਹੀਦੀ ਹੈ ਨਾ, ਤਾਂ ਜਿੱਥੇ ਸੱਚ ਦੇ ਬੇਸ ਦੇ ਉੱਤੇ ਫੈਸਲਾ ਹੋਏਗਾ ਤਾਂ ਐਸੇ ਜੋ ਇਨਸਾਨ ਸਚਿਆਰ ਨੇ ਉਹ ਦੁਨਿਆਵੀ ਰਾਜਿਆਂ ਦੀ ਸਭਾ ਦੇ ਅੰਦਰ ਰਾਜ ਸਭਾਵਾਂ ਦਾ ਵੀ ਸ਼ਿੰਗਾਰ ਹੁੰਦੇ ਨੇ, ਉੱਥੇ ਵੀ ਉਹ ਮਾਣ ਪਾਉਂਦੇ ਨੇ। ਤੇ ਜੋ ਰਾਜਿਆਂ ਦਾ ਰਾਜਾ ਪ੍ਰਭੂ ਹੈ ਉਹਦੇ ਦਰ ਤੇ ਵੀ ਉਹ ਮਾਣ ਪਾਉਂਦੇ ਨੇ, ਸੰਸਾਰ ਦੇ ਵਿੱਚ ਵੀ ਮਾਣ ਪਾਉਂਦੇ ਨੇ। ਕਿਉਂ ਪਾਉਂਦੇ ਨੇ? ਐਸਾ ਕੀ ਹੈ ਉਹਨਾਂ ਦੇ ਅੰਦਰ, ਔਰ ਕੀ ਉਹ ਸਾਧਨ ਹੈ ਜਿਸ ਦੇ ਨਾਲ ਅਸੀਂ ਵੀ ਵੈਸੇ ਬਣ ਸਕੀਏ? ਕਿਉਂਕਿ ਸਾਡੇ ਸਾਰਿਆਂ ਦੇ ਅੰਦਰ ਪੋਸੀਬਿਲਿਟੀ ਹੈ, ਹਰ ਇਨਸਾਨ ਦੇ ਅੰਦਰ, ਮੇਰੇ ਵਿੱਚ ਵੀ ਤੁਹਾਡੇ ਵਿੱਚ ਵੀ, ਕੋਈ ਵੀ ਸਚਿਆਰ ਹੋ ਸਕਦਾ ਹੈ, ਇਹ ਸੰਭਾਵਨਾ ਸਭ ਦੇ ਅੰਦਰ ਹੈ। ਹੁਣ ਉਹ ਸਚਿਆਰ ਕਿਉਂ ਹੋ ਗਏ, ਉਹਨਾਂ ਨੂੰ ਇਹ ਮਾਣ ਕਿਉਂ ਮਿਲਿਆ? ਕਿਉਂਕਿ ਉਹ ਹੁਕਮ ਰਜ਼ਾਈ ਚੱਲੇ। ਤੇ ਹੁਕਮ ਰਜ਼ਾਈ ਚੱਲਣ ਦੀ ਪ੍ਰੇਰਨਾ ਕਿੱਥੋਂ ਮਿਲੀ? ਪੰਚਾਂ ਕਾ ਗੁਰ ਏਕ ਧਿਆਨ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ ਸਚਿਆਰ ਨੇ, ਸਿਰਮੌਰ ਸ੍ਰੇਸ਼ਟ ਪੁਰਸ਼ ਨੇ, ਉਹਨਾਂ ਦਾ ਧਿਆਨ ਦਾ ਕੇਂਦਰ ਸਿਰਫ ਇੱਕ ਗੁਰੂ ਹੈ। ਉਹਨਾਂ ਦਾ ਧਿਆਨ ਗੁਰੂ ਦੇ ਵਿੱਚ ਹੈ। ਗੁਰੂ ਦੇ ਵਿੱਚ ਦਾ ਮਤਲਬ ਇਹ ਨਹੀਂ ਕਿ ਐਵੇਂ ਉਹ ਸਮਾਧੀ ਲਾ ਕੇ ਬੈਠੇ ਨੇ, ਨਹੀਂ। ਗੁਰੂ ਦੀ ਫਿਲਾਸਫੀ, ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਸਿਧਾਂਤ, ਗੁਰੂ ਦਾ ਦਿੱਤਾ ਹੋਇਆ ਵੇ ਆਫ ਲਾਈਫ, ਉਹਦੇ ਅੰਦਰ ਉਹਨਾਂ ਦਾ ਧਿਆਨ ਹੈ। ਉਹਨਾਂ ਦੇ ਧਿਆਨ ਦੇ ਵਿੱਚ ਗੁਰੂ ਦਾ ਦਿੱਤਾ ਵੇ ਆਫ ਲਾਈਫ ਹੈ। ਉਹਨਾਂ ਦੇ ਧਿਆਨ ਵਿੱਚ ਕਦੇ ਕੁਝ ਹੋਰ ਹੈ ਹੀ ਨਹੀਂ। ਕਦੇ ਉਹਨਾਂ ਦੇ ਅੰਦਰ ਫੁਰਨਾ ਵੀ ਨਹੀਂ ਫੁਰਦਾ ਝੂਠ ਬੋਲਣ ਦਾ, ਕਦੇ ਉਹਨਾਂ ਦੇ ਅੰਦਰ ਫੁਰਨਾ ਵੀ ਨਹੀਂ ਫੁਰਦਾ ਵਿਕਾਰਾਂ ਦਾ, ਪਾਪਾਂ ਦਾ, ਅਪਰਾਧਾਂ ਦਾ। ਮੜੀਆਂ ਮਸਾਣਾਂ ਵੱਲ ਜਾਣਾ ਇਹ ਤਾਂ ਬਹੁਤ ਦੂਰ ਦੀ ਗੱਲ, ਉਹਨਾਂ ਦੇ ਅੰਦਰ ਇਹ ਫੁਰਨੇ ਵੀ ਨਹੀਂ ਫੁਰਦੇ। ਦੇਵੀਆਂ ਦੇਵਤੇ ਤੇ ਆਵਰਤਨ ਰਾਤੇ ਸਰਾਧ ਤੇ ਪੀਰਾਂ ਕਵਰ ਤੇ ਬਾਬੇ ਤੇ ਇਹ ਕੁਛ ਫੁਰਨਾ ਵੀ ਨਹੀਂ ਫੁਰਦਾ, ਉਹਨਾਂ ਦਾ ਧਿਆਨ ਹੀ ਨਹੀਂ ਹੈ। ਉਹਨਾਂ ਦੇ ਧਿਆਨ ਵਿੱਚ ਹੈ ਹੀ ਇੱਕ ਗੁਰੂ। ਤਾਂ ਦੇਖੋ ਕਿੰਨਾ ਸੌਖਾ ਕੰਮ ਹੈ ਨਾ, ਅਸੀਂ ਜੇ ਗੁਰਬਾਣੀ ਦੇ ਅੰਦਰ ਆਪਣਾ ਚਿੱਤ ਜੋੜੀਏ, ਜੋ ਸਾਡਾ ਜੀਵਨ ਦਾ ਢੰਗ ਹੈ ਉਸ ਨੂੰ ਗੁਰਬਾਣੀ ਮੁਤਾਬਕ ਬਣਾਈਏ, ਜੋ ਸਾਡਾ ਜੀਵਨ ਦਾ ਢੰਗ ਹੈ, ਮਿਲਵਰਤੋਂ ਹੈ, ਇਹ ਗੁਰਬਾਣੀ ਮੁਤਾਬਕ ਹੋਵੇ। ਕਿਉਂਕਿ ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ ਤੇ ਗੁਰਬਾਣੀ ਸਾਨੂੰ ਰੱਬ ਦੀ ਰਜ਼ਾ ਹੁਕਮ ਬਾਰੇ ਸਮਝਾਉਂਦੀ ਹੈ। ਜੋ ਬਾਕੀ ਚੀਜ਼ਾਂ ਨੇ, ਜਿਸ ਤਰ੍ਹਾਂ ਹੁਣ ਆਮ ਲੋਕ ਕਹਿਣਗੇ ਵੀ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਸਾਇੰਟਿਸਟ ਨਾ ਹੋਵੇ। ਸਿੱਖ ਤਾਂ ਸਗੋਂ ਬਹੁਤ ਵੱਡਾ ਸਾਇੰਟਿਸਟ ਹੋਏਗਾ, ਵਿਗਿਆਨਿਕ ਹੋਏਗਾ, ਮਨੋਵਿਗਿਆਨਿਕ ਹੋਏਗਾ। ਰੀਜਨ ਕਿ ਹੁਕਮ ਰਜ਼ਾਈ ਚੱਲਣ ਵਾਲਾ ਹੀ ਤੇ ਮਹਾਨ ਹੈ, ਤੇ ਉਹ ਕੁਦਰਤ ਦੇ ਨਿਯਮਾਂ ਨੂੰ ਸਮਝੇਗਾ, ਕੁਦਰਤ ਦੇ ਨਿਯਮਾਂ ਦੀ ਖੋਜ ਕਰੇਗਾ, ਕੁਦਰਤ ਦੇ ਨਿਯਮਾਂ ਰਾਹੀਂ ਬਹੁਤ ਵੱਡੀਆਂ ਉਹ ਪ੍ਰਾਪਤੀਆਂ ਕਰੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਉਂਕਿ ਉਹ ਸਿਰਮੌਰ ਇਸ ਕਰਕੇ ਨੇ, ਉਹਨਾਂ ਦਾ ਧਿਆਨ ਦਾ ਕੇਂਦਰ ਇੱਕ ਗੁਰੂ ਹੈ, ਗੁਰੂ ਤੋਂ ਇਲਾਵਾ ਉਹਨਾਂ ਦਾ ਇਧਰ ਉਧਰ ਧਿਆਨ ਨਹੀਂ ਹੈ। ਤਾਂ ਅਸੀਂ ਵੀ ਸਾਰੇ ਵੀਰਾਂ ਔਰ ਭੈਣਾਂ ਨੇ ਗੁਰਬਾਣੀ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹੈ। ਇਹਦਾ ਮਤਲਬ ਇਹ ਨਹੀਂ ਕਿ ਸਿਰਫ ਪੜ੍ਹਨਾ ਹੈ, ਗੁਰਬਾਣੀ ਪੜ੍ਹਨੀ ਹੈ, ਸਮਝਣੀ ਹੈ ਔਰ ਉਸ ਮੁਤਾਬਕ ਜ਼ਿੰਦਗੀ ਜੀਣੀ ਹੈ। ਜਿਵੇਂ ਅਸੀਂ ਜਪਜੀ ਸਾਹਿਬ ਜੀ ਦੀਆਂ 15 ਪੌੜੀਆਂ ਹੁਣ ਤੱਕ ਵਿਚਾਰ ਚੁੱਕੇ ਹਾਂ,
ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਨੋਟ ਬਣਾਈਏ ਕਿ ਪਹਿਲੀ ਪੌੜੀ ਵਿੱਚ, ਦੂਜੀ, ਤੀਜੀ, ਚੌਥੀ, ਪੰਜਵੀਂ ਵਿੱਚ ਕਿਹੜੀ ਕਿਹੜੀ ਚੀਜ਼ ਸਾਨੂੰ ਜੀਵਨ ਵਾਸਤੇ ਸਮਝ ਆਈ ਤੇ ਅਸੀਂ ਉਹਨੂੰ ਇੰਪਲੀਮੈਂਟ ਕਰੀਏ, ਆਪਣੀ ਬੋਲ ਬਾਣੀ ਨੂੰ ਬਦਲੀਏ, ਆਪਣੇ ਵਿਹਾਰ ਨੂੰ ਬਦਲੀਏ, ਸੋਚ ਨੂੰ ਬਦਲੀਏ। ਤੇ ਸ਼ੁਰੂ ਕਿੱਥੋਂ ਕਰੀਏ? ਸ਼ੁਰੂ ਆਪਣੇ ਆਪਣੇ ਘਰ ਤੋਂ ਕਰੋ। ਹੁਣ ਤਾਂ ਸਗੋਂ ਹੋਰ ਮੌਕਾ ਮਿਲਿਆ ਹੈ, ਲੋਕਡਾਊਨ ਹੈਗਾ, ਬਾਹਰ ਘੱਟ ਜਾ ਰਹੇ ਹੋ, ਪਤੀ ਪਤਨੀ ਘਰ ਨੇ, ਬੱਚੇ ਘਰ ਨੇ, ਮਾਂ-ਬਾਪ ਘਰ ਨੇ, ਬਜ਼ੁਰਗ ਘਰ ਨੇ, ਤਾਂ ਆਪਣੀ ਭਾਸ਼ਾ ਬਦਲੋ, ਇੱਕ ਦੂਜੇ ਨਾਲ, ਇੱਕ ਦੂਜੇ ਦੇ ਨਾਲ ਵਿਹਾਰ ਬਦਲੋ, ਥੋੜਾ ਆਪਣਾ ਜੀਵਨ ਸ਼ੈਲੀ ਨੂੰ ਗੁਰਮਤਿ ਅਨੁਸਾਰ ਬਦਲਣ ਦਾ ਯਤਨ ਅਸੀਂ ਕਰ ਸਕਦੇ ਹਾਂ ਘਰ ਤੋਂ। ਜੇ ਕੋ ਕਹੇ ਕਰੇ ਵਿਚਾਰ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਕੋਈ ਕਹੇ ਔਰ ਉਹਦੇ ਬਾਰੇ ਵਿਚਾਰ ਕਰੇ, ਰੱਬ ਬਾਰੇ, ਰੱਬ ਦੇ ਕਰਨਿਆਂ ਬਾਰੇ, ਰੱਬ ਦੀ ਕੁਦਰਤ ਬਾਰੇ, ਰੱਬ ਦੇ ਹੁਕਮ ਬਾਰੇ, ਰੱਬ ਦੀਆਂ ਦਾਤਾਂ ਬਾਰੇ, ਰੱਬ ਦੇ ਦਿੱਤੇ ਗਿਆਨ ਬਾਰੇ, ਯਾਨੀ ਕਿਸੇ ਵੀ ਚੀਜ਼ ਬਾਰੇ ਜੇ ਵਿਚਾਰ ਕਰੇ ਤਾਂ ਕਰਤੇ ਕੈ ਕਰਨੇ ਨਾਹੀ ਸ਼ੁਮਾਰ। ਕਰਨੇ ਦਾ ਮਤਲਬ ਜੋ ਕੀਤੇ ਹੋਏ ਕੰਮ ਨੇ, ਸ਼ੁਮਾਰ ਦਾ ਮਤਲਬ ਗਿਣਤੀ, ਕਰਤੇ ਕੈ ਦਾ ਮਤਲਬ ਜੋ ਕਰਤਾ ਰੱਬ ਹੈ, ਉਸ ਕਰਤਾ ਪੁਰਖ ਦੇ ਜੋ ਕੀਤੇ ਹੋਏ ਕਰਮ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ, ਅਨੰਤ ਨੇ ਉਹ ਸਾਰੇ ਕਰਮ। ਇਸ ਦੁਨੀਆ ਵੱਲ ਤੁਸੀਂ ਵੇਖ ਕੇ ਕੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਦਾ ਕੋਈ ਅੰਤ ਹੈ? ਇਹਦਾ ਕੋਈ ਅੰਤ ਨਹੀਂ ਹੈ। ਸ੍ਰਿਸ਼ਟੀ ਅਨੰਤ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਥੋਂ ਸ਼ੁਰੂ ਹੁੰਦੀ ਹੈ ਕੁਦਰਤ ਔਰ ਇੱਥੇ ਜਾ ਕੇ ਖਤਮ ਹੋ ਜਾਂਦੀ ਹੈ, ਐਸਾ ਨਹੀਂ ਹੈ, ਅਨੰਤ ਹੈ। ਕਿੰਨੇ ਮਿਲੀਅਨ, ਕਿਤਨੇ ਬਿਲੀਅਨ ਲਾਈਟ ਈਅਰ ਤੱਕ ਸਾਇੰਟਿਸਟਾਂ ਨੇ ਇਸ ਬ੍ਰਹਿਮੰਡ ਨੂੰ ਵੇਖਿਆ ਹੈ, ਪਰ ਉਹਨਾਂ ਦੀ ਸੀਮਾ ਖਤਮ ਹੈ। ਬ੍ਰਹਿਮੰਡ ਅੱਗੇ ਹਾਲੇ ਹੋਰ ਫੈਲਿਆ ਹੋਇਆ ਹੈ, ਉਸ ਦਾ ਕੋਈ ਅੰਤ ਨਹੀਂ ਹੈ, ਕੋਈ ਵੀ ਅੰਤ ਨਹੀਂ, ਕਿਸੇ ਵੀ ਚੀਜ਼ ਦਾ ਅੰਤ ਨਹੀਂ। ਇੱਕ ਦੀ ਸ਼ਕਲ ਦੂਜੇ ਵਰਗੀ ਨਹੀਂ, ਇੱਕ ਦਾ ਰੂਪ ਦੂਜੇ ਵਰਗਾ ਨਹੀਂ, ਬੋਲ ਦੂਜੇ ਵਰਗੇ ਨਹੀਂ, ਸਾਡੇ ਸਰੀਰ ਦਾ ਇੱਕ ਰੋਮ ਵੀ ਤਾਂ ਦੂਜੇ ਰੋਮ ਵਰਗਾ ਨਹੀਂ ਹੈ, ਉਹਦੇ ਵਿੱਚ ਵੀ ਫਰਕ ਹੈ। ਬੇਸ਼ੱਕ ਸਾਨੂੰ ਉਸ ਫਰਕ ਦੀ ਪਕੜ ਨਾ ਆਵੇ, ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਚਿਆਰ ਮਨੁੱਖ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਜੇ ਕੋਈ ਵਿਚਾਰ ਕਰੇ ਤਾਂ ਉਹਦੇ ਕਰਨਿਆਂ ਦਾ ਕੋਈ ਅੰਤ ਨਹੀਂ ਹੈ। ਹੁਣ ਇਸ ਪੰਕਤੀ ਚੋਂ ਸਾਨੂੰ ਜ਼ਿੰਦਗੀ ਵਾਸਤੇ ਕੀ ਸ਼ੈ ਮਿਲਦੀ ਹੈ? ਕਿਉਂਕਿ ਉਹ ਅਨੰਤ ਹੈ ਨਾ, ਉਹਦੇ ਕਰਨੇ ਅਨੰਤ ਨੇ। ਤਾਂ ਇਸ ਦਾ ਮਤਲਬ ਇਹ ਹੈ, ਇੱਥੋਂ ਸਾਨੂੰ ਇੱਕ ਵਿਚਾਰ ਮਿਲੇਗੀ ਕਿ ਸਾਡੀ ਜ਼ਿੰਦਗੀ ਵਿੱਚ ਵੀ ਅਨੰਤ ਸੰਭਾਵਨਾਵਾਂ ਨੇ ਵਿਕਾਸ ਦੀਆਂ। ਜਿਵੇਂ ਅਸੀਂ ਰੋਜ਼ ਵਿਚਾਰ ਕਰਦੇ ਹਾਂ ਕਿ ਜੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਹੀ ਵਿਚਾਰੀਏ ਤਾਂ ਅੱਜ ਸਾਡੀ ਇੱਕ ਦੂਜੇ ਨਾਲ ਬੋਲ ਬਾਣੀ ਬਹੁਤ ਚੰਗੀ ਰਹੀ, ਤਾਂ ਚੰਗੀ ਬੋਲੀ ਦਾ ਐਂਡ ਥੋੜਾ ਹੈ, ਇਹਦੇ ਵਿੱਚ ਹੋਰ ਮਿਠਾਸ ਪੈਦਾ ਕਰ ਸਕਦੇ ਹਾਂ, ਹੋਰ ਮਿਠਾਸ ਪੈਦਾ ਕਰ ਸਕਦੇ ਹਾਂ। ਅੱਜ ਸਾਡਾ ਵਿਹਾਰ ਬੜਾ ਚੰਗਾ ਰਿਹਾ ਪਰਿਵਾਰ ਵਿੱਚ ਭੈਣਾਂ ਭਰਾਵਾਂ ਨਾਲ, ਜਾਂ ਜਿੱਥੇ ਅਸੀਂ ਜੌਬ ਕਰਦੇ ਹਾਂ, ਤਾਂ ਕੱਲ ਨੂੰ ਉਸ ਵਿਹਾਰ ਨੂੰ ਅਸੀਂ ਹੋਰ ਚੰਗਾ ਕਰ ਸਕਦੇ ਹਾਂ। ਅੱਜ ਤੁਸੀਂ ਕੋਈ ਨਵੀਂ ਖੋਜ ਕੀਤੀ ਤਾਂ ਖੋਜ ਦਾ ਐਂਡ ਥੋੜਾ ਅੱਗੇ ਹੋਰ ਖੋਜ ਕਰ ਸਕਦੇ ਹੋ। ਯਾਨੀ ਅਨੰਤ ਸੰਭਾਵਨਾਵਾਂ ਨੇ, ਹਰ ਇੱਕ ਦੇ ਅੰਦਰ ਨੇ, ਇਹ ਪੋਸੀਬਿਲਿਟੀਜ਼ ਸਭ ਦੇ ਅੰਦਰ ਨੇ। ਜਦੋਂ ਬੰਦਾ ਇਹ ਚੀਜ਼ ਸੋਚੇਗਾ ਤਾਂ ਉਹ ਵਿਕਾਸ ਵਾਲੇ ਪਾਸੇ ਵਧੇਗਾ। ਹੁਣ ਗੁਰੂ ਜੀ ਕਹਿੰਦੇ ਨੇ ਉਹਦੇ ਕਰਤਿਆਂ ਦਾ ਕੋਈ, ਕਰਤੇ ਦੇ ਕਰਨਿਆਂ ਦਾ ਕੋਈ ਅੰਤ ਨਹੀਂ, ਅਨੰਤ ਹੈ ਇਹ ਸਿਰਜਣਾ। ਧੌਲ ਧਰਮ ਦਇਆ ਕਾ ਪੂਤ। ਹੁਣ ਗੁਰੂ ਪਾਤਸ਼ਾਹ ਜੀ ਇੱਕ ਐਸੇ ਕਰਮ ਕਾਂਡ ਦਾ ਜਾਂ ਵਹਿਮ ਦਾ, ਅੰਧ ਵਿਸ਼ਵਾਸ ਦਾ, ਅਗਿਆਨਤਾ ਦਾ ਖੰਡਨ ਕਰ ਰਹੇ ਨੇ। ਮੰਨਿਆ ਜਾਂਦਾ ਸੀ ਹਿੰਦੂ ਧਰਮ ਦੇ, ਜਦੋਂ ਕੁਛ ਅਸੀਂ ਸ਼ਾਸਤਰਾਂ ਨੂੰ ਪੜ੍ਹਦੇ ਹਾਂ ਤਾਂ ਇਹ ਮਿਲਦਾ ਹੈ ਸਾਨੂੰ ਕਿ ਕਿਸੇ ਬੈਲ ਨੇ ਧਰਤੀ ਨੂੰ ਚੁੱਕਿਆ ਹੋਇਆ ਤੇ ਉਹਨੂੰ ਕਹਿੰਦੇ ਨੇ ਧੌਲਾ ਬੈਲ। ਧੌਲਾ ਬੈਲ, ਉਹਨੇ ਧਰਤੀ ਨੂੰ ਚੁੱਕਿਆ ਹੋਇਆ, ਤੇ ਜਦੋਂ ਉਹ ਬੈਲ ਥੱਕ ਜਾਂਦਾ ਨਾ, ਦੋ ਸਿੰਘਾਂ ਤੇ ਧਰਤੀ ਚੁੱਕੀ ਇੱਕ, ਤੇ ਜਦੋਂ ਇੱਕ ਸਿੰਘ ਥੱਕ ਜਾਂਦਾ ਹੈ, ਇੱਕ ਸਿੰਘ ਤੋਂ ਫਿਰ ਦੂਜੇ ਸਿੰਘ ਤੇ ਜਦੋਂ ਕਰਦਾ ਹੈ ਤੇ ਧਰਤੀ ਹਿਲਦੀ ਹੈ, ਭੂਚਾਲ ਆਉਂਦਾ। ਇਹ ਵਿਚਾਰ ਮੰਨੀ ਗਈ ਦੁਨੀਆ ਦੇ ਅੰਦਰ। ਅਸੀਂ ਆਪ ਛੋਟੇ ਹੁੰਦੇ ਸਾਨੂੰ ਇਹ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ, ਪਰ ਗੁਰੂ ਜੀ ਨੇ ਇਸ ਚੀਜ਼ ਦਾ ਖੰਡਨ ਕੀਤਾ ਹੈ। ਉਹ ਕਹਿਣ ਲੱਗੇ ਧਰਤੀ ਨੂੰ ਕਿਸੇ ਬੈਲ ਨੇ ਨਹੀਂ ਚੁੱਕਿਆ ਹੋਇਆ। ਹੁਣ ਅੱਗੇ ਚੱਲ ਕੇ ਦਾ ਖੁਲਾਸਾ ਕਰਨਗੇ। ਧੌਲ ਧਰਮ ਦਇਆ ਕਾ ਪੂਤ। ਉਹ ਜਿਹੜਾ ਧੌਲਾ ਬੈਲ ਹੈ ਨਾ, ਜਿਹਨੇ ਧਰਤੀ ਨੂੰ ਚੁੱਕਿਆ ਹੈ, ਉਹ ਬੈਲ ਕੋਈ ਹੋਰ ਨਹੀਂ, ਉਹ ਧਰਮ ਹੈ। ਧਰਮ ਦਾ ਮਤਲਬ ਸਿਸਟਮ,
ਧਰਮ ਦਾ ਮਤਲਬ ਕੁਦਰਤ ਦਾ ਬਜਵਾਂ ਨੇਮ, ਲਾ ਆਫ ਨੇਚਰ। ਇੱਥੇ ਧਰਮ ਦਾ ਮਤਲਬ ਹੈ ਕੁਦਰਤ ਦਾ ਬਜਵਾਂ ਨਿਯਮ, ਲਾ ਆਫ ਨੇਚਰ। ਲਾ ਆਫ ਨੇਚਰ ਜਿਸ ਨੇ ਇਹ ਸਾਰੀ ਧਰਤੀ ਨੂੰ, ਸਾਰੀ ਕਾਇਨਾਤ ਨੂੰ ਸਾਂਭਿਆ ਹੈ, ਜਿਸ ਕਰਕੇ ਸੰਚਾਲਨ ਹੋ ਰਿਹਾ ਹੈ। ਦਇਆ ਕਾ ਪੂਤ, ਤੇ ਉਹ ਜੋ ਧਰਮ ਹੈ ਉਹ ਦਇਆ ਤੋਂ ਪੈਦਾ ਹੋਇਆ ਹੈ। ਯਾਨੀ ਇਹ ਪ੍ਰਭੂ ਦੀ ਦਇਆ ਹੀ ਹੈ, ਸਾਰੀ ਜੋ ਕੁਛ ਪੈਦਾ ਹੋਇਆ ਹੈ ਇਹ ਉਸ ਰੱਬ ਦੀ ਦਇਆ ਹੈ। ਤੇ ਇੱਕ ਗੱਲ ਯਾਦ ਰੱਖਣਾ, ਸਾਡੀ ਜ਼ਿੰਦਗੀ ਦੇ ਅੰਦਰ ਵੀ ਧਰਮ ਕਦੋਂ ਪੈਦਾ ਹੋਏਗਾ? ਜਦੋਂ ਦਇਆ ਪੈਦਾ ਹੋਏਗੀ। ਕਿਉਂਕਿ ਮਾਂ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ। ਕਈ ਲੋਕ ਬਾਹਰੀ ਤੌਰ ਤੇ, ਵਿਖਾਵੇ ਤੌਰ ਤੇ ਆਪਣੇ ਧਰਮ ਦੇ ਚਿੰਨ੍ਹ ਧਾਰਨ ਕਰ ਲੈਂਦੇ ਨੇ, ਤੀਰਥਾਂ ਆਦਿਕ ਤੇ ਇਸ਼ਨਾਨ ਪਾਨ ਕਰਦੇ ਰਹਿੰਦੇ ਨੇ, ਲੇਕਿਨ ਉਹਨਾਂ ਦੀ ਜ਼ਿੰਦਗੀ ਵਿੱਚ ਦਇਆ ਨਹੀਂ ਹੁੰਦੀ, ਕੋਮਲਤਾ ਨਹੀਂ ਹੁੰਦੀ। ਤੁਸੀਂ ਆਮ ਘਰਾਂ ਵਿੱਚ ਵੇਖਦੇ ਹੋ ਕਿਵੇਂ ਦਾ ਵਿਹਾਰ ਹੈ ਲੋਕਾਂ ਦਾ, ਬੱਚਿਆਂ ਦੇ ਨਾਲ, ਬੱਚਿਆਂ ਦਾ ਮਾਪਿਆਂ ਦੇ ਨਾਲ, ਨੂੰਹਾਂ ਦਾ ਸੱਸਾਂ ਨਾਲ, ਸੱਸਾਂ ਦਾ ਨੂੰਹਾਂ ਨਾਲ, ਨਨਾਨਾ ਭਰਜਾਈਆਂ ਦਾ, ਜਾਂ ਹੋਰ ਕੁਝ। ਇੰਨਾ ਕੁਝ ਹੈ ਨਾ ਐਸਾ ਗੜਬੜ, ਜੋ ਆਪਣੇ ਪਰਿਵਾਰਾਂ ਦੇ ਵਿੱਚ, ਮੈਂ ਕੇਵਲ ਪਰਿਵਾਰਾਂ ਦੀ ਜੇ ਗੱਲ ਕਰਾਂ, ਅੱਗੇ ਰਿਸ਼ਤੇਦਾਰਾਂ ਵਿੱਚ ਵੇਖੋ, ਸਮਾਜ ਵਿੱਚ ਵੇਖੋ ਕਿੰਨੀ ਕਰੂਰਤਾ ਹੈ। ਕਿਵੇਂ ਵੀਡੀਓਜ਼ ਘੁੰਮਦੀਆਂ ਨੇ ਕਿ ਕਿਵੇਂ ਬੰਦਿਆਂ ਦੇ ਗਲ ਕੱਟ ਕੇ ਮਾਰ ਰਹੇ, ਕਿਵੇਂ ਜੇਕਰ ਕਿਸੇ ਤੋਂ ਗਾਂ ਫੜੀ ਗਈ ਹੈ, ਬੇਸ਼ੱਕ ਉਹ ਆਪਣੀਆਂ ਹੀ ਲੈ ਕੇ ਜਾ ਰਿਹਾ ਹੋਵੇ, ਤੇ ਕਿਵੇਂ ਡੰਡਿਆਂ ਦੇ ਨਾਲ ਗੋਡੇ ਗਿੱਟੇ ਭੰਨ ਕੇ ਕਿਸ ਢੰਗ ਦੇ ਨਾਲ, ਕਿਤਨੀ ਨਿਰਦੈਤਾ ਦੇ ਨਾਲ ਕੁੱਟਿਆ ਔਰ ਮਾਰਿਆ ਜਾ। ਇਹ ਤੁਸੀਂ ਆਮ ਦੇਖਦੇ ਹੋ, WhatsApp ਤੇ ਵੀਡੀਓਜ਼ ਘੁੰਮਦੀਆਂ ਰਹਿੰਦੀਆਂ ਨੇ। ਉਹ ਲੋਕ ਆਪਣੇ ਆਪ ਨੂੰ ਧਰਮੀ ਸਮਝਦੇ ਨੇ। ਕਿਵੇਂ ਲੋਕ, ਅਸੀਂ ਆਪਣੇ ਗੁਰਦੁਆਰਿਆਂ 'ਚ ਵੇਖੀਏ ਤੇ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਨੇ, ਤੇ ਫਿਰ ਇਹ ਕੰਮ ਕਰਕੇ ਉਹ ਕਹਿੰਦੇ ਨੇ ਅਸੀਂ ਧਰਮੀ ਆ। ਭਲੇ ਪੁਰਸ਼ੋ, ਤੁਹਾਡੇ ਵਿੱਚ ਤੇ ਇੰਨੀ ਵੀ ਦਇਆ ਨਹੀਂ ਹੈ ਕਿ ਤੁਸੀਂ ਗੁਰੂ ਦੀ ਦਿੱਤੀ ਦਸਤਾਰ ਨੂੰ ਹੱਥ ਪਾ ਰਹੇ ਹੋ, ਤੇ ਧਰਮੀ ਕਾਹਦੇ ਰਹਿ ਗਏ? ਧਰਮ ਦਇਆ ਤੋਂ ਪੈਦਾ ਹੋਏਗਾ। ਜਿਸ ਬੰਦੇ ਦੇ ਅੰਦਰ ਦਇਆ ਨਹੀਂ ਹੈ, ਕੋਮਲਤਾ ਨਹੀਂ ਹੈ, ਜੋ ਕਿਸੇ ਦੇ ਦੁੱਖ ਨੂੰ ਵੇਖ ਕੇ ਜਿਹਦਾ ਅੰਦਰਲਾ ਦਿਲ ਨਹੀਂ ਨਾ ਪਿੰਗਰਦਾ, ਉਹਨੂੰ ਧਰਮੀ ਨਾ ਸਮਝਣਾ। ਔਰ ਜੇ ਉਹ ਆਪਣੇ ਆਪ ਨੂੰ ਧਰਮੀ ਸਮਝਦਾ ਹੈ ਤਾਂ ਉਹ ਭੁਲੇਖਾ ਹੈ ਉਹਦਾ, ਇਸ ਭੁਲੇਖੇ ਨੂੰ ਦੂਰ ਕਰੋ। ਧੌਲ ਧਰਮ ਦਇਆ ਕਾਪੂ। ਧੌਲ ਦਾ ਮਤਲਬ ਜਿਹੜਾ ਧੌਲਾ ਬੈਲ ਹੈ, ਉਹ ਕੋਈ ਬੈਲ ਗਾਂ ਦਾ ਜਾਇਆ ਵੱਛਾ ਨਹੀਂ ਹੈ, ਸਗੋਂ ਰੱਬ ਦਾ ਬਜਵਾਂ ਨਿਯਮ, ਉਹਨੂੰ ਧਰਮ ਕਹਿ ਰਹੇ ਨੇ, ਲਾ ਆਫ ਨੇਚਰ। ਤੇ ਦਇਆ ਕਾ ਪੂਤ ਦਾ ਮਤਲਬ ਉਹ ਦਇਆ ਤੋਂ ਪੈਦਾ ਹੋਇਆ ਹੈ, ਰੱਬ ਦੀ ਕੋਮਲਤਾ ਤੋਂ ਇਹ ਸਾਰਾ ਕੁਝ ਪੈਦਾ ਹੋਇਆ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਨੇ ਸੰਤੋਖ ਨੂੰ ਸੂਤਰ ਦੇ ਅੰਦਰ ਬੱਝਾ ਹੋਇਆ, ਜੋ ਸੰਤੋਖ ਦੇ ਸੂਤਰ ਵਿੱਚ, ਸੰਤੋਖ ਵਿੱਚ ਹੈ। ਔਰ ਬੇਨਤੀ ਕਰਾਂ, ਧਰਮੀ ਮਨੁੱਖ ਦੀ ਜ਼ਿੰਦਗੀ ਦੇ ਅੰਦਰ ਸੰਤੋਖ ਦਾ ਹੋਣਾ ਬੜਾ ਜ਼ਰੂਰੀ ਹੈ। ਸਾਡੇ ਤੋਂ ਕੋਈ ਪਿੱਛੇ ਰਹਿ ਗਿਆ ਨਾ, ਚਾਹੇ ਉਹ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਆਰਥਿਕ ਤੌਰ ਤੇ, ਉਹਨੂੰ ਵੇਖਣ ਵਾਸਤੇ ਮਨ ਵਿੱਚ ਦਇਆ ਚਾਹੀਦੀ ਹੈ। ਤੇ ਜਿਹੜਾ ਸਾਡੇ ਤੋਂ ਅੱਗੇ ਹੈ, ਪ੍ਰਭੂ ਅੱਗੇ ਹੈ, ਤੇ ਉਹਨੂੰ ਵੇਖਣ ਵਾਸਤੇ ਸਾਡੇ ਮਨ ਦੇ ਅੰਦਰ ਸੰਤੋਖ ਚਾਹੀਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸੰਤੋਖ ਦੇ ਸੂਤਰ ਦੇ ਨਾਲ ਉਹ ਬੱਝਾ ਹੋਇਆ ਹੈ। ਹੁਣ ਸੰਤੋਖ ਦਾ ਸੂਤਰ ਦਾ ਮਤਲਬ ਸਬਰ, ਪੇਸ਼ੈਂਸ। ਦੇਖੋ ਕਿੰਨਾ ਪੇਸ਼ੈਂਸ ਹੈ, ਇੱਕੋ ਹੀ ਕੰਮ ਕਰੀ ਜਾਣਾ, ਜਿਵੇਂ ਧਰਤੀ ਘੁੰਮ ਰਹੀ ਹੈ ਇੱਕੋ ਹੀ ਧੁਰੇ ਤੇ, ਕਿਵੇਂ ਪੂਰਾ ਬ੍ਰਹਿਮੰਡ ਪੇਸ਼ੈਂਸ ਦੇ ਅੰਦਰ ਹੈ, ਨਿਯਮ ਦੇ ਅੰਦਰ ਕਰਮ ਕਰੀ ਜਾ ਰਿਹਾ ਨਾ। ਲੇਕਿਨ ਸਾਡੇ ਵਿੱਚ ਪੇਸ਼ੈਂਸ ਨਹੀਂ ਹੁੰਦਾ। ਅਸੀਂ ਥੋੜਾ ਜਿਹਾ, ਕੋਈ ਇੱਕ ਦੋ ਵਾਰੀ ਡਬਲ ਪੁੱਛ ਲਵੇ ਜਾਂ ਬਾਰ-ਬਾਰ ਕੁਝ ਨਿੱਕੀ ਜੀ ਗੱਲ ਕਰੇ, ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਅਸੀਂ ਆਪਣੇ ਹੀ ਸੱਜਣਾ ਮਿੱਤਰਾਂ ਦੀ ਗੱਲ ਨੂੰ ਪੂਰਿਆਂ ਨਹੀਂ ਸੁਣਦੇ। ਬੰਦੇ ਦੇ ਅੰਦਰ ਇੰਨਾ ਵੀ ਪੇਸ਼ੈਂਸ ਨਹੀਂ ਕਿ ਉਹ ਕਿਸੇ ਦੂਜੇ ਦੀ ਪੂਰੀ ਗੱਲ ਨੂੰ ਸੁਣ ਲਵੇ ਤੇ ਫਿਰ ਜਵਾਬ ਦੇਵੇ ਨਾ। ਬੰਦਾ ਬੋਲਣਾ ਸ਼ੁਰੂ ਕਰਦਾ ਹੈ, ਹਾਲੇ ਉਹਨੇ ਪੂਰੀ ਗੱਲ ਕਹੀ ਵੀ ਨਹੀਂ ਹੁੰਦੀ, ਅਸੀਂ ਆਪਣਾ ਲੈਕਚਰ ਸ਼ੁਰੂ ਕਰ ਦਿੰਦੇ ਹਾਂ। ਤਾਂ ਸੰਤੋਖ ਦੇ ਸੂਤਰ ਦੇ ਵਿੱਚ ਬੱਝਾ ਹੋਇਆ। ਗੁਰੂ ਜੀ ਕਹਿੰਦੇ ਨੇ, ਜੇ ਕੋ ਬੁੱਝੈ ਹੋਵੇ ਸਚਿਆਰ। ਜੇ ਕੋਈ ਇਸ ਗੱਲ ਨੂੰ ਬੁੱਝ ਲਵੇ, ਜਾਣ ਲਵੇ, ਇਹਨੂੰ ਅਪਣਾ ਲਵੇ, ਤਾਂ ਉਹ ਮਨੁੱਖ ਸਚਿਆਰ ਹੋ ਜਾਏਗਾ। ਉਹ ਮਨੁੱਖ ਸੱਚ ਦੇ ਅੰਦਰ ਲੀਨ ਹੋ ਜਾਏਗਾ। ਕਿਹੜੀਆਂ ਗੱਲਾਂ ਜੋ ਅਸੀਂ ਉੱਤੇ ਵਿਚਾਰ ਆਏ ਹਾਂ ਕਿ ਸਚਿਆਰ ਬੰਦਾ ਜਿਹੜਾ ਹੈ, ਪੰਚ ਜਿਹੜਾ ਸਿਰਮੌਰ ਹੈ, ਉਹੀ ਪ੍ਰਵਾਨ ਹੈ, ਉਹੀ ਪ੍ਰਧਾਨ ਹੈ। ਯਾਨੀ ਐਸੇ ਲੋਕਾਂ ਦਾ ਆਦਰ ਸਤਿਕਾਰ ਆਦਿਕ ਦਰਗਾਹ ਦੇ ਵਿੱਚ ਮਾਣ ਉਹ ਵੀ ਪਾਉਂਦਾ ਹੈ। ਤੇ ਜੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਇਹਨਾਂ ਗੱਲਾਂ ਨੂੰ ਬੁੱਝ ਲਵੇ, ਜਾਣ ਲਵੇ, ਆਪਣੀ ਜ਼ਿੰਦਗੀ 'ਚ ਅਪਣਾ ਲਵੇ, ਤਾਂ ਉਹ ਮਨੁੱਖ ਸਚਿਆਰ ਹੋ ਜਾਏਗਾ।
ਉਹ ਮਨੁੱਖ ਰੱਬ ਦੇ ਅੰਦਰ ਲੀਨ ਹੋ ਜਾਏਗਾ। ਪਰ ਜੇ ਐਸਾ ਨਾ ਬੁੱਝੇ ਵੀ ਧੌਲ ਧਰਮ, ਜੇ ਇਸ ਗੱਲ ਨੂੰ ਸਮਝ ਲਵੇ ਬੰਦਾ ਕਿ ਇਹ ਜੋ ਸੰਸਾਰ ਹੈ ਉਹ ਇੱਕ ਬਜਵੇਂ ਨੇਮ ਦੇ ਅੰਦਰ ਰੁਕਿਆ ਹੋਇਆ ਹੈ, ਤਾਂ ਉਹ ਬੰਦਾ ਸਚਿਆਰ ਹੋ ਜਾਏਗਾ, ਨੇਮਾਂ ਦੀ ਪਾਲਣਾ ਕਰੇਗਾ। ਤੇ ਜੇ ਕੋਈ ਬੰਦਾ ਅੜੀ ਕਰੇ ਵੀ ਨਹੀਂ ਜੀ ਇਸ ਧਰਤੀ ਨੂੰ ਤਾਂ ਬੈਲ ਨਹੀਂ ਚੁੱਕਿਆ ਹੋਇਆ, ਤਾਂ ਗੁਰੂ ਜੀ ਕਹਿੰਦੇ ਨੇ ਫਿਰ ਉਹਨੂੰ ਇਹਦਾ ਉੱਤਰ ਦੇਣਾ ਪਵੇਗਾ, ਧਵਲੇ ਉੱਪਰ ਕੀਤਾ ਭਾਰ, ਕਿ ਜਿਹੜਾ ਧੌਲਾ ਬੈਲ ਹੈ ਉਹਦੇ ਉੱਤੇ ਵਜਨ ਕਿੰਨਾ ਹੈ। ਹੁਣ ਇੱਕ ਬੈਲ ਕਿੰਨਾ ਕੁ ਵਜਨ ਚੁੱਕ ਸਕਦਾ ਹੈ? 2 ਕੁਇੰਟਲ, 3 ਕੁਇੰਟਲ। ਜੇ ਕਿਸੇ ਗੱਡੇ ਦੇ ਅੱਗੇ ਜਾਓਗੇ ਤੇ ਥੋੜਾ ਜ਼ਿਆਦਾ ਖਿੱਚ ਲੇਗਾ, ਰੇੜੀ ਵਿੱਚ ਜ਼ਿਆਦਾ ਖਿੱਚ ਲੇਗਾ, ਲੇਕਿਨ ਜੇ ਉਹਦੇ ਉੱਤੇ ਵਜਨ ਰੱਖੋਗੇ ਤੇ ਕਿੰਨਾ ਕੁ ਚੁੱਕ ਲਵੇਗਾ? ਉਹ 5 ਮਣ ਚੁੱਕ ਲੇਗਾ, 10 ਮਣ ਚੁੱਕ ਲੇਗਾ। ਤੇ ਧਰਤੀ ਇਸ ਭਾਰ ਨੂੰ ਬੈਲ ਕਿਵੇਂ ਚੁੱਕੇਗਾ? ਧਵਲੇ ਉੱਪਰ ਕੀਤਾ ਭਾਰ, ਤੇ ਕਿੰਨਾ ਭਾਰ ਹੈ ਉਹਦੇ ਉੱਤੇ, ਤੇ ਬੈਲ ਕਿੰਨਾ ਕੁ ਭਾਰ ਚੁੱਕਣ ਜੋਗੇ, ਧਰਤੀ ਨੂੰ ਚੁੱਕ ਕਿਵੇਂ ਲਵੇਗਾ? ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਅਗਲੀ ਗੱਲ ਵੀ ਉਹਨੂੰ ਵਿਚਾਰਨੀ ਪਵੇਗੀ ਕਿ ਧਰਤੀ ਹੋਰ ਪਰੇ ਹੋਰ ਧਰਤੀ ਇੱਕ ਨਹੀਂ ਹੈ, ਧਰਤੀਆਂ ਹੋਰ ਨੇ, ਤੇ ਕੱਲੀਆਂ ਹੋਰ ਨਹੀਂ, ਉਹਨਾਂ ਹੋਰਾਂ ਤੋਂ ਅੱਗੇ ਹੋਰ ਨੇ। ਮੰਨ ਲਓ ਸਪੋਜ਼ ਕਿ ਇਸ ਧਰਤੀ ਥੱਲੇ ਬੈਲ ਹੈ, ਤੇ ਸਵਾਲ ਪੈਦਾ ਹੋਏਗਾ ਵੀ ਉਹ ਬੈਲ ਕਿਹਦੇ ਉੱਤੇ ਖੜਾ ਹੈ, ਉਹਨੂੰ ਖਲੋਣ ਲਈ ਸਹਾਰਾ ਚਾਹੀਦਾ ਨਾ, ਹਵਾ ਵਿੱਚ ਤੇ ਖਲੋ ਨਹੀਂ ਸਕਦਾ। ਤੇ ਫਿਰ ਸਾਨੂੰ ਕਹਿਣਾ ਪਵੇਗਾ ਵੀ ਉਸ ਬੈਲ ਦੇ ਥੱਲੇ ਇੱਕ ਹੋਰ ਧਰਤੀ ਹੈ। ਫਿਰ ਸਵਾਲ ਪੈਦਾ ਹੋਏਗਾ ਵੀ ਉਹ ਧਰਤੀ ਕਿਹਦੇ ਤੇ ਖਲੋਤੀ ਹੈ। ਫਿਰ ਅਸੀਂ ਕਵਾਂਗੇ ਧਰਤੀ ਥੱਲੇ ਇੱਕ ਹੋਰ ਬੈਲ ਹੈ, ਤੇ ਸਵਾਲ ਫਿਰ ਪੈਦਾ ਹੋਣਾ ਵੀ ਉਸ ਬੈਲ ਦੇ ਥੱਲੇ ਕੀ ਹੈ। ਹੁਣ ਬੈਲ ਥੱਲੇ ਧਰਤੀ, ਧਰਤੀ ਥੱਲੇ ਬੈਲ, ਬੈਲ ਥੱਲੇ ਧਰਤੀ, ਧਰਤੀ ਥੱਲੇ ਬੈਲ, ਕਿੰਨੇ ਕੁ ਮੰਨੋਗੇ? ਤੇ ਜੇ ਧਰਤੀਆਂ ਹੀ ਨਹੀਂ ਕੱਲੀਆਂ, ਉੱਤੇ ਆਕਾਸ਼ ਨੇ, ਉਹ ਜੋ ਦੀਸੈ ਅੰਬਰ ਤਾਰੇ, ਕਿਨ ਕੋਈ ਚੀਤੇ ਚੀਤਨ ਹਾਰੇ। ਉਹ ਤਾਰਿਆਂ ਦੇ ਥੱਲੇ ਕੌਣ ਹੈ, ਗ੍ਰਹਿਆਂ ਥੱਲੇ ਕੌਣ ਹੈ, ਨਕਸ਼ਤਰਾਂ ਥੱਲੇ ਕੌਣ ਹੈ? ਸੂਰਜ ਨੂੰ ਕਿਹੜੇ ਬੈਲ ਨੇ ਚੁੱਕਿਆ ਹੈ? ਵੈਸੇ ਤੇ ਧਰਮ ਗ੍ਰੰਥਾਂ ਦੇ ਅੰਦਰ ਲਿਖ ਦਿੱਤਾ ਹੈ ਕਿ ਸੂਰਜ ਦਾ ਵੀ ਇੱਕ ਰਥ ਹੈ, ਤੇ ਉਹਦੇ ਅੱਗੇ ਵੀ ਘੋੜੇ ਨੇ, ਤੇ ਉਹਦਾ ਵੀ ਰਥਵਾਈ ਹੈ। ਐਸਾ ਬਹੁਤ ਕੁਛ ਅੰਧ ਵਿਸ਼ਵਾਸ ਜਾਂ ਅਗਿਆਨਤਾਵਸ਼ ਲਿਖਿਆ ਮਿਲਦਾ ਹੈ। ਧਰਤੀ ਹੋਰ ਪਰੇ ਹੋਰ, ਇਸ ਤੇ ਭਾਰ ਤਲੇ ਕਵਣ ਜੋਰ। ਕਿ ਉਹਨਾਂ ਧਰਤੀਆਂ ਦੇ ਭਾਰ ਥੱਲੇ ਕਿਹੜਾ ਜ਼ੋਰ ਹੈ, ਕਿਹੜਾ ਜ਼ੋਰ ਹੈ, ਕਿਹੜੀ ਤਾਕਤ ਹੈ? ਤਾਂ ਇੱਥੇ ਇਸ ਅੰਧ ਵਿਸ਼ਵਾਸ ਦਾ ਖੰਡਨ ਕਰ ਰਹੇ ਨੇ ਕਿ ਇੱਥੇ ਕੀ ਇਹ ਧੌਲ ਧਰਮ, ਧੌਲ ਹੀ ਇਹ ਧਰਮ ਹੀ ਹੈ। ਧਰਮ ਦਾ ਮਤਲਬ ਨਿਯਮ, ਬਜਵਾ ਨਿਯਮ, ਲਾ ਆਫ ਨੇਚਰ। ਜਿਵੇਂ ਸੁਖਮਨੀ ਸਾਹਿਬ ਜੀ ਦੇ ਵਿੱਚ ਆਉਂਦਾ ਨਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਪੁਰੀਆਂ ਸਭ ਭਵਨ। ਉੱਥੇ ਵੀ ਨਾਮ ਦਾ ਮਤਲਬ ਹੁਕਮ ਹੈ, ਉੱਥੇ ਵੀ ਨਾਮ ਦਾ ਮਤਲਬ ਲਾ ਆਫ ਨੇਚਰ ਹੈ, ਕਿ ਨਾਮ ਦੇ ਹੁਕਮ ਦੇ ਧਾਰਨ ਕੀਤੇ ਹੋਏ ਹੀ ਸਾਰੇ ਜੀਵ ਜੰਤ ਨੇ। ਤਾਂ ਇੱਥੇ ਗੁਰਦੇਵ ਪਾਤਸ਼ਾਹ ਇਸ ਵਿਚਾਰਧਾਰਾ ਦਾ ਖੰਡਨ ਕਰ ਰਹੇ ਹਨ ਕਿ ਕੋਈ ਇੱਕ ਬੈਲ ਨੇ ਨਹੀਂ ਚੁੱਕਿਆ ਹੋਇਆ, ਧਰਤੀ ਇੱਕ ਨਹੀਂ ਹੈ, ਅਨੰਤ ਅਨੰਤ ਧਰਤੀਆਂ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ, ਅਨੰਤ ਤਾਰੇ ਗ੍ਰਹਿ ਨਕਸ਼ਤਰ ਆਦਿਕ ਨੇ, ਸ੍ਰਿਸ਼ਟੀ ਪਰੇ ਤੋਂ ਪਰੇ ਖਿਲਰੀ ਹੋਈ ਹੈ। ਤੇ ਇਹ ਸਾਰੀ ਜੋ ਕਾਇਨਾਤ ਹੈ ਇੱਕ ਰੱਬੀ ਹੁਕਮ ਦੇ ਅੰਦਰ, ਇੱਕ ਨਿਯਮ ਦੇ ਅੰਦਰ ਕੰਮ ਕਰ। ਜੀ ਜਾਤ ਰੰਗਾਂ ਕੇ ਨਾਮ, ਅਨੇਕਾਂ ਜੀ ਨੇ, ਅਨੇਕਾਂ ਉਹਨਾਂ ਦੀਆਂ ਜਾਤਾਂ ਨੇ, ਜਾਤਾਂ ਦਾ ਮਤਲਬ ਕਿਸਮਾਂ ਨੇ, ਅਨੇਕਾਂ ਉਹਨਾਂ ਦੇ ਨਾਮ ਨੇ। ਜੇ ਹੁਣ ਤੁਸੀਂ ਜੀਵ ਜਾਤ ਨੂੰ ਲਿਖਣਾ ਸ਼ੁਰੂ ਕਰੋ ਤੇ ਕਿੰਨੇ ਕੁ ਲਿਖ ਲਓਗੇ? ਕਿੰਨੀਆਂ ਕਿਸਮਾਂ ਨੇ, ਕਿੰਨੇ ਜੀਵ ਜੰਤ ਨੇ, ਇਹਨਾਂ ਦਾ ਲੇਖਾ ਲਿਖਿਆ ਹੀ ਨਹੀਂ ਨਾ ਜਾ ਸਕਦਾ। ਜੇ ਨਿੱਕੇ ਜਿਹੇ ਬੈਕਟੀਰੀਏ ਤੋਂ ਲੈ ਕੇ, ਨਿੱਕੇ ਨਿੱਕੇ ਵਾਇਰਸ ਤੋਂ ਲੈ ਕੇ, ਵੱਡੇ ਹਾਥੀਆਂ ਤੱਕ, ਡਾਇਨਾਸੌਰ ਤੱਕ, ਜੇ ਇਸ ਧਰਤੀ ਦੇ ਹੀ ਜੀਵ ਜੰਤ ਗਿਣਨਾ ਚਾਹੀਏ ਤੇ ਨਹੀਂ ਗਿਣ ਪਾਵਾਂਗੇ। ਤੇ ਫਿਰ ਅਨੰਤ ਧਰਤੀਆਂ ਨੇ, ਖੰਡ ਮੰਡਲ ਬ੍ਰਹਿਮੰਡ ਨੇ, ਇੰਨਾ ਵੱਡਾ ਪਸਾਰਾ ਹੈ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਸਭਨਾ ਲਿਖਿਆ ਵੁੜੀ ਕਲਾਮ। ਵੁੜੀ ਕਲਾਮ ਦਾ ਮਤਲਬ ਚੱਲਦੀ ਹੋਈ ਕਲਮ, ਤੇਜ਼ ਕਲਮ, ਰੱਬੀ ਕਲਮ। ਸਭਨਾ ਲਿਖਿਆ ਦਾ ਮਤਲਬ ਜੇ ਸਾਰੇ ਹੀ ਮਿਲ ਕੇ ਲਿਖਣ। ਇਹਦੇ 2 ਅਰਥ ਕੀਤੇ ਨੇ ਵਿਦਵਾਨ ਪੁਰਸ਼ਾਂ ਨੇ। ਇੱਕ ਅਰਥ ਤਾਂ ਇਹ ਕੀਤਾ ਹੈ ਕਿ ਜੇ ਸਾਰੇ ਜੀਵ ਜੰਤ, ਅਨੇਕਾਂ ਜੀਵ ਨੇ, ਅਨੇਕਾਂ ਉਹਨਾਂ ਦੀਆਂ ਕਿਸਮਾਂ ਨੇ, ਅਨੇਕਾਂ ਰੰਗ ਨੇ, ਜੇ ਸਾਰੇ ਲੈ ਕੇ ਲਗਾਤਾਰ ਲਿਖਣਾ ਸ਼ੁਰੂ ਕਰ ਦੇਣ
निक्के निक्के बैक्टीरिया भी लिखी जान, बंदे भी लिखी जान, हाथी भी लिखी जान, सारे ही लिखी जान, ਤਾਂ ਇਹ ਲੇਖਾ ਫਿਰ ਕਿੰਨਾ ਖੋ ਜਾਏਗਾ। ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣਾ ਕੋਏ, ਜਿਸ ਲੇਖੇ ਨੂੰ ਸਾਰੇ ਨੂੰ ਕਿ ਕਿੰਨਾ ਹੈ ਸੰਸਾਰ ਲਿਖ ਕੇ ਕੋਈ ਜਾਣਨਾ ਚਾਹੇ, ਤਾਂ ਗੁਰੂ ਜੀ ਕਹਿੰਦੇ ਨੇ ਸੋਚੋ, ਲੇਖਾ ਲਿਖਿਆ ਕੀਤਾ ਹੋਏ, ਉਹ ਲੇਖਾ ਕਿੰਨਾ ਹੋਏਗਾ, ਅਨੰਤ ਹੋਏਗਾ ਨਾ, ਲਿਖਿਆ ਹੀ ਨਹੀਂ ਜਾ ਸਕਦਾ। ਇੱਕ ਤਾਂ ਵਿਦਵਾਨ ਪੁਰਸ਼ਾਂ ਨੇ ਅਰਥ ਐਵੇਂ ਕੀਤੇ ਨੇ, ਦੂਜੇ ਜੋ ਵਿਦਵਾਨ ਨੇ ਉਹਨਾਂ ਨੇ ਅਰਥ ਇਸ ਢੰਗ ਦੇ ਨਾਲ ਕੀਤਾ ਹੈ ਕਿ ਜੀ ਜਾਤ ਰੰਗਾਂ ਕੇ ਨਾਮ, ਅਨੇਕਾਂ ਜੀਵ ਨੇ, ਅਨੇਕਾਂ ਉਹਨਾਂ ਦੇ ਰੰਗ ਨੇ, ਅਨੇਕਾਂ ਉਹਨਾਂ ਦੇ ਨਾਮ ਨੇ, ਸਭਨਾ ਲਿਖਿਆ ਬੁੜੀ ਕਲਾਮ, ਸਭ ਦੇ ਮਸਤਕ ਤੇ ਕਲਮ ਚੱਲੀ ਹੋਈ ਹੈ, ਯਾਨੀ ਲੇਖਾ ਲਿਖਿਆ ਹੋਇਆ ਹੈ, ਉਸ ਲੇਖੇ ਤੋਂ ਬਾਹਰ ਨਹੀਂ ਕੋਈ ਜਾ ਸਕਦਾ। ਤੇ ਯਾਦ ਰੱਖਣਾ, ਉਹ ਲੇਖਾ ਮੱਥੇ ਤੇ ਕਿਸਮਤ ਨਹੀਂ ਲਿਖੀ ਹੋਈ, ਇਹ ਨਹੀਂ ਹੈ ਸਿਸਟਮ, ਸਭ ਦੇ ਮੱਥੇ ਤੇ ਸਿਸਟਮ ਲਿਖਿਆ। ਲਿਖਿਆ ਦਾ ਮਤਲਬ ਕਿ ਲਾਗੂ ਹੈ, ਲਿਖੇ ਦਾ ਮਤਲਬ ਕਲਮ ਨਾਲ ਲਿਖਿਆ ਹੋਇਆ ਨਹੀਂ ਹੈ। ਰੱਬੀ ਨਿਯਮ ਸਾਰਿਆਂ ਤੇ ਲਾਗੂ ਨੇ। ਜਿਵੇਂ ਮੈਂ ਆਕਸੀਜਨ ਨਾਲ ਜਿੰਦਾ ਹਾਂ ਨਾ, ਤੇ ਤੁਸੀਂ ਵੀ ਆਕਸੀਜਨ ਨਾਲ ਹੀ ਜਿੰਦਾ ਹੋ, ਅਸੀਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਨਹੀਂ ਰਹਿ ਸਕਦੇ। ਪਾਣੀ ਡੋਬਦਾ ਹੈ ਤੇ ਸਭ ਨੂੰ ਹੀ ਡੋਬੇਗਾ, ਜੇ ਤਰਨਾ ਨਹੀਂ ਹੁੰਦਾ ਤੇ ਡੋਬੇਗਾ ਸਾਰਿਆਂ ਨੂੰ, ਸਾਰਿਆਂ ਵਾਸਤੇ ਇਹ ਨੇਮ ਇੱਕ ਹੈ। ਸੂਰਜ ਉੱਗੇਗਾ ਤੇ ਚਾਨਣਾ ਸਾਰਿਆਂ ਨੂੰ ਬਰਾਬਰ ਦੇਵੇਗਾ, ਹਵਾ ਚੱਲ ਰਹੀ ਤੇ ਸਾਰਿਆਂ ਨੂੰ ਹਵਾ ਬਰਾਬਰ ਲੱਗ ਰਹੀ ਹੈ, ਧਰਤੀ ਸਾਰਿਆਂ ਵਾਸਤੇ ਇੱਕ ਹੈ। ਇਹ ਨੇਮ ਸਾਰਿਆਂ ਦੇ ਉੱਤੇ ਲਿਖਿਆ ਹੋਇਆ ਹੈ, ਯਾਨੀ ਉਹ ਰੱਬੀ ਕਾਨੂੰਨ ਸਭ ਦੇ ਉੱਤੇ ਲਾਗੂ ਨੇ। ਇਹ ਲੇਖਾ ਲਿਖ ਜਾਣਾ ਕੋਈ, ਤੇ ਜੇ ਇਸ ਲੇਖੇ ਜੋਖੇ ਨੂੰ ਕੋਈ ਲਿਖ ਕੇ ਜਾਣਨਾ ਚਾਹੇ, ਅੰਤ ਪਾਣਾ ਚਾਹਣਾ ਚਾਹੇ, ਤਾਂ ਗੁਰੂ ਜੀ ਕਹਿੰਦੇ ਨੇ ਲੇਖਾ ਲਿਖਿਆ ਕੀਤਾ ਹੋਏ, ਕਿੰਨਾ ਹੋਵੇਗਾ ਉਹ ਲੇਖਾ, ਕਿੰਨਾ ਕੁ ਲਿਖ ਲੋਗੇ, ਯਾਨੀ ਉਹ ਲੇਖਾ ਅਨੰਤ ਹੋਏਗਾ, ਲਿਖਿਆ ਨਹੀਂ ਜਾ ਸਕੇਗਾ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅਸੀਂ ਇਸ ਸੰਸਾਰ ਦੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਕਿੰਨਾ ਹੋਏਗਾ, ਕਲਪਨਾ ਤੋਂ ਵੀ ਪਰੇ ਹੈ, ਕਿਉਂਕਿ ਜਿਸ ਚੀਜ਼ ਦੀ ਅਸੀਂ ਕਲਪਨਾ ਵੀ ਕਰ ਲਵਾਂਗੇ ਉਹ ਸਾਡੇ ਤੋਂ ਛੋਟੀ ਹੋ ਜਾਏਗੀ। ਤੇ ਯਾਦ ਰੱਖਣਾ, ਜਿਸ ਚੀਜ਼ ਦੀ ਬੰਦਾ ਕਲਪਨਾ ਕਰਦਾ ਹੈ ਉੱਥੋਂ ਤੱਕ ਉਹ ਪਹੁੰਚਣ ਦੀ क्षमता ਵੀ ਰੱਖਦਾ ਹੈ, ਪਹੁੰਚ ਵੀ ਸਕਦਾ ਹੈ, ਬੇਸ਼ੱਕ ਉਹਨੂੰ ਕਿੰਨੀਆਂ ਮੁੱਦਤਾਂ ਲੱਗ ਜਾਣ। ਖੈਰ, ਹੁਣ ਇਹ ਸਾਰਾ ਕੁਝ ਅਨੰਤ ਹੈ, ਇਹਦਾ ਅੰਤ ਨਹੀਂ ਪੈ ਸਕਦਾ। ਇਹ ਅੱਗੇ ਚੱਲ ਕੇ ਅਸੀਂ ਇਸੇ ਸ਼ਬਦ ਦੇ ਅੰਦਰ ਅਸੀਂ ਪੜ੍ਹਨ ਦਾ ਯਤਨ ਕਰਾਂਗੇ ਕਿ ਕਿਵੇਂ ਇਹ ਅੰਤ ਹੈ। ਹੁਣ ਇਹਦੀ ਅਨੰਤਤਾ ਦਰਸਾ ਰਹੇ ਨੇ ਕਿ ਲੇਖਾ ਕਿਵੇਂ ਨਹੀਂ ਹੋ ਸਕਦਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ। ਕੇਤਾ ਤਾਣ ਸਵਾਲਿਹੁ ਰੂਪ, ਤਾਣ ਦਾ ਮਤਲਬ ਹੈ ਬਲ। ਜੇ ਤੁਸੀਂ ਲਿਖਣਾ ਚਾਹੋ, ਅੰਦਾਜ਼ਾ ਲਗਾਓ ਤੇ ਇਸ ਦੁਨੀਆ ਵਿੱਚ ਤਾਕਤ ਕਿੰਨੀ ਕੁ ਹੈ, ਤਾਕਤ ਕਿੰਨੀ ਹੈ, ਬਲ ਕਿੰਨਾ ਹੈ। ਦੇਖੋ, ਅਸੀਂ ਮਸ਼ੀਨਾਂ ਦੀ, ਪਸ਼ੂਆਂ ਦੀ ਤਾਕਤ ਨਾਪਣ ਵਾਸਤੇ ਮੀਟਰ ਬਣਾ ਲੈਂਦੇ ਹਾਂ ਕਿ ਸਾਡੀ ਇਸ ਬਣਾਈ ਹੋਈ ਮੋਟਰ ਦੇ ਅੰਦਰ ਕਿੰਨੀ ਹਾਰਸ ਪਾਵਰ ਇਹਦੇ ਵਿੱਚ ਤਾਕਤ ਹੈ। ਬੰਦੇ ਦੀ ਤਾਕਤ ਨਾਪ ਸਕਦੇ ਹਾਂ, ਕਿੰਨੀ ਤਾਕਤ ਹੈ, ਕਿੰਨਾ ਇਹ weight ਚੁੱਕ ਸਕਦਾ ਹੈ। ਇਹੋ ਜਿਹੀਆਂ ਮਸ਼ੀਨਾਂ, ਮੀਟਰ ਬੰਦੇ ਨੇ ਬਣਾ ਲੈਣੇ, ਪਰ ਇਸ ਪੂਰੀ ਦੁਨੀਆ ਵਿੱਚ ਕਿੰਨੀ ਤਾਕਤ ਹੈ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਉਹਦੇ ਵਾਸਤੇ ਕੋਈ ਮੀਟਰ ਨਹੀਂ ਹੈ। ਧਰਤੀ ਵਿੱਚ ਗ੍ਰੇਵਿਟੀ ਫੋਰਸ ਹੈ, ਪਾਣੀ ਦੇ ਵਿੱਚ ਤਾਕਤ ਹੈ, ਪਾਣੀ ਦੇ ਵਿੱਚ ਕਿੰਨੀ ਕੈਲੋਰੀ ਊਸ਼ਮਾ ਹੈ, ਪਾਣੀ ਦੇ ਅੰਦਰ ਕਿੰਨੀ ਤਾਕਤ ਹੈ। ਜਦੋਂ ਪਾਣੀ ਹੜ੍ਹ ਵਾਲਾ ਰੂਪ ਅਖਤਿਆਰ ਕਰਦਾ ਹੈ ਤਾਂ ਕਿਵੇਂ ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੰਦਾ, ਕਿਵੇਂ ਥੋੜੇ ਜਿਹੇ ਪਾਣੀ ਦੇ ਨਾਲ, ਸਟੀਮ ਦੇ ਨਾਲ ਇੰਜਨ, ਸਟੀਮ ਇੰਜਨ ਆਦਿਕ ਚੱਲ ਰਹੇ ਨੇ। ਫਿਰ ਪਾਣੀ ਦੇ ਅੰਦਰ ਹਾਈਡਰੋਜਨ ਹੈ, ਜੇ ਉਸ ਨੂੰ ਅਲੱਗ ਕਰਕੇ ਉਸ ਦੀ ਵਰਤੋਂ ਵਿਨਾਸ਼ ਵਾਸਤੇ ਹੋਵੇ ਤੇ ਕਿੰਨਾ ਕੁਛ ਉਹ ਕਰ ਸਕਦੀ ਹੈ। ਇਹਦਾ ਅੰਦਾਜ਼ਾ ਕਿਵੇਂ ਲਗਾਓ। ਹਵਾ ਦੇ ਅੰਦਰ ਤਾਕਤ, ਜਦੋਂ ਹਵਾ ਹਨੇਰੀਆਂ ਦਾ ਰੂਪ ਅਖਤਿਆਰ ਕਰਦੀ ਹੈ, ਤੂਫਾਨਾਂ ਦਾ, ਤਾਂ ਕਿਵੇਂ ਵੱਡੇ ਵੱਡੇ ਰੁੱਖਾਂ ਨੂੰ ਧਰਾਸ਼ਾਹੀ ਕਰ ਦਿੰਦੀ ਹੈ, ਵੱਡੀਆਂ ਵੱਡੀਆਂ ਇਮਾਰਤਾਂ ਗਿਰ ਜਾਂਦੀਆਂ ਨੇ, ਮਨੁੱਖ ਬੇਬਸ ਹੋ ਜਾਂਦਾ ਹੈ। ਹਵਾ ਵਿੱਚ ਕਿੰਨੀ ਤਾਕਤ ਹੈ, ਕਿਵੇਂ ਅੰਦਾਜ਼ਾ ਲਗਾਓਗੇ। ਫਿਰ ਬਿਜਲੀ ਹੈ, ਆਕਾਸ਼ ਮੰਡਲ ਵਿੱਚ ਨੈਗੇਟਿਵ ਪੋਜ਼ਿਟਿਵ ਬੱਦਲ ਟਕਰਾਉਂਦੇ ਨੇ, ਕਿੰਨੀ ਕੁ ਪਾਵਰ ਹੈ। ਸੂਰਜ ਦੀ ਤਾਕਤ ਹੈ, ਮਨੁੱਖ ਮਾਤਰ ਦੀ ਤਾਕਤ, ਪਸ਼ੂ ਪੰਛੀਆਂ ਦੀ ਤਾਕਤ। ਔਰ ਫਿਰ ਇਹ ਤਾਂ ਇੱਕ ਧਰਤੀ ਦੀ ਗੱਲ ਹੈ, ਅਨੰਤ ਧਰਤੀਆਂ, ਅਨੰਤ ਗ੍ਰਹਿ ਨਕਸ਼ਤਰ, ਅਨੰਤ ਆਕਾਸ਼ ਗੰਗਾਵਾਂ। ਕਿੰਨੀ ਤਾਕਤ ਹੈ ਇਸ ਦੁਨੀਆ ਵਿੱਚ ਕਿ ਅੰਦਾਜ਼ਾ ਲਗਾ ਸਕਦੇ ਹੋ, ਨਹੀਂ ਲਗਾ ਸਕਦੇ।
ਕੇਤਾ ਤਾਣ, ਇਹ ਅਨੰਤ ਤਾਣ ਹੈ, ਅਨੰਤ ਤਾਕਤ ਹੈ, ਇਹਨੂੰ ਨਾਪਿਆ ਨਹੀਂ ਜਾ ਸਕਦਾ ਕਿ ਇੰਨੀ ਕੁ ਤਾਕਤ ਹੈ, ਇਹ ਨਹੀਂ ਨਾਪਿਆ ਜਾ ਸਕਦਾ। ਅਨੰਤ ਸਵਾਲਿਹੁ ਰੂਪ, ਸਵਾਲਿਹੁ ਦਾ ਮਤਲਬ ਸੁੰਦਰ, ਸੁੰਦਰ ਸਰੂਪ, ਸੁੰਦਰਤਾ ਕਿੰਨੀ ਕੁ ਹੈ ਇਸ ਦੁਨੀਆ ਵਿੱਚ, ਕੀ ਉਹਦਾ ਅੰਦਾਜ਼ਾ ਲਗਾ ਸਕਦੇ ਹੋ? ਨਹੀਂ ਲਗਾਇਆ ਜਾ ਸਕਦਾ। ਦੇਖੋ ਸਾਡੇ ਸਾਹਮਣੇ ਇੱਕ ਗੁਲਾਬ ਦਾ ਫੁੱਲ ਹੋਏ ਨਾ, ਨਿੱਕਾ ਜਿਹਾ, ਤੇ ਗੁਲਾਬ ਦਾ ਫੁੱਲ ਹਰ ਇੱਕ ਨੂੰ ਬੜਾ ਸੋਹਣਾ ਲੱਗਦਾ, ਕਿੰਨੇ ਵੀ ਅਸੀਂ ਮੰਤਰ ਮੁਗਧ ਹੋ ਜਾਂਦੇ ਆ ਔਰ ਅਸੀਂ ਕਹਿੰਦੇ ਆ ਬੜਾ ਸੋਹਣਾ ਗੁਲਾਬ ਹੈ। ਤੇ ਜੇ ਕੋਈ ਪੁੱਛੇ ਵੀ ਕਿੰਨਾ ਸੋਹਣਾ ਹੈ, ਕੀ ਦੱਸੋਗੇ ਕਿੰਨਾ ਸੋਹਣਾ? ਅਸੀਂ ਇੰਨਾ ਹੀ ਕਵਾਂਗੇ ਨਾ ਬੜਾ ਸੋਹਣਾ ਹੈ। ਹੁਣ ਬੜਾ ਸੋਹਣਾ ਕਹਿਣ ਦੇ ਨਾਲ ਤੇ ਗੱਲ ਨਹੀਂ ਬਣ ਰਹੀ, ਕਿਉਂਕਿ ਸੁੰਦਰਤਾ ਨੂੰ ਨਾਪਣ ਲਈ ਤੇ ਕੋਈ ਮੀਟਰ ਹੀ ਨਹੀਂ ਹੈ ਨਾ, ਕੋਈ ਮੀਟਰ ਐਸਾ ਨਹੀਂ ਜਿਸ ਮੀਟਰ ਦੇ ਨਾਲ ਅਸੀਂ ਸੁੰਦਰਤਾ ਨੂੰ ਨਾਪ ਸਕੀਏ। ਕੋਈ ਤੋਲ ਨਹੀਂ ਕਿ 2 ਕਿਲੋ ਸੋਹਣਾ ਹੈ ਕਿ 3 ਕਿਲੋ ਸੋਹਣਾ ਹੈ, 5 ਮੀਟਰ ਲੰਮਾ ਸੋਹਣਾ ਹੈ, 5 ਮੀਟਰ ਸੋਹਣਾ ਹੈ, ਐਵੇਂ ਨਹੀਂ ਨਾਪਿਆ ਜਾਂਦਾ। ਇਸ ਲਈ ਸੁੰਦਰਤਾ ਨੂੰ ਨਾਪਣ ਲਈ ਤੇ ਕੋਈ ਮੀਟਰ ਹੀ ਨਹੀਂ, ਨਿੱਕੇ ਜਿਹੇ ਫੁੱਲ ਦੀ ਸੁੰਦਰਤਾ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਤੇ ਫਿਰ ਇਸ ਦੁਨੀਆ ਵਿੱਚ ਨਦੀਆਂ ਦੀ ਸੁੰਦਰਤਾ, ਨਾਲਿਆਂ ਦੀ ਸੁੰਦਰਤਾ, ਪਹਾੜਾਂ ਦੀ ਸੁੰਦਰਤਾ, ਫੁੱਲਾਂ ਦੀ ਸੁੰਦਰਤਾ, ਵਨਸਪਤੀ ਦੀ ਸੁੰਦਰਤਾ, ਪੰਛੀਆਂ ਦੀ ਸੁੰਦਰਤਾ, ਮਨੁੱਖ ਮਾਤਰ ਦੀ ਸੁੰਦਰਤਾ, ਆਕਾਸ਼ ਮੰਡਲ ਦੇ ਅੰਦਰ ਗ੍ਰਹਿ ਨਕਸ਼ਤਰਾਂ ਦੀ ਸੁੰਦਰਤਾ, ਕਿੰਨਾ ਸੁੰਦਰ ਸਰੂਪ ਇਸ ਦੁਨੀਆ ਦੇ ਅੰਦਰ ਪਸ ਰਿਹਾ ਹੈ, ਉਹਦਾ ਅੰਦਾਜ਼ਾ ਕਦੇ ਮਨੁੱਖ ਲਗਾ ਨਹੀਂ ਸਕਦਾ। ਤੇ ਯਾਦ ਰੱਖਣਾ, ਅਸੀਂ ਵੀ ਅਨੰਤ ਸੁੰਦਰ ਹੋ ਸਕਦੇ ਹਾਂ। ਇਹਦਾ ਮਤਲਬ ਇਹ ਨਹੀਂ ਕਿ ਸਰੀਰਕ ਸੁੰਦਰਤਾ, ਸਾਡੀ ਮਾਨਸਿਕਤਾ ਵਾਸਤੇ ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ। ਅਸੀਂ ਆਪਣੀ ਸੋਚ ਨੂੰ ਬੜੀ ਸੋਹਣੀ ਬਣਾ ਸਕਦੇ ਹਾਂ। ਦੇਖੋ ਗੁਰੂ ਨਾਨਕ ਪਾਤਸ਼ਾਹ ਜੀ ਨੇ, 10 ਗੁਰੂ ਸਾਹਿਬਾਨ ਨੇ, ਭਗਤ ਜਨ ਨੇ, 35 ਮਹਾਂਪੁਰਖ, ਜਿਨ੍ਹਾਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤਨੀ ਕੁ ਸੁੰਦਰ ਸੋਚ ਹੈ ਕਿ ਉਹਦਾ ਅੰਦਾਜ਼ਾ ਲਗਾ ਸਕੋਗੇ। ਉਹ ਵੀਰ ਭੈਣਾਂ ਬਜ਼ੁਰਗ ਜੋ ਹਿਊਮਨ ਰਾਈਟਸ ਵਾਸਤੇ, ਦੂਜੇ ਲੋਕਾਂ ਨੂੰ ਜੀਵਨ ਦੇਣ ਵਾਸਤੇ ਆਪਣਾ ਆਪਾ ਕੁਰਬਾਨ ਕਰ ਗਏ, ਆਪਣੇ ਆਪੇ ਨੂੰ ਚਰਖੜੀਆਂ ਦੇ ਉੱਤੇ ਚੜਾ ਕੇ ਤੂੰਬੇ ਤੂੰਬੇ ਕਰਾ ਦਿੱਤਾ, ਆਪਣੀ ਖੋਪਰੀ ਲੁਹਾ ਲਈ ਕਿ ਕੋਈ ਬੰਦਾ ਸਿਰ ਉੱਚਾ ਕਰਕੇ ਤੁਰ ਸਕੇ। ਉਹਦੀ ਮਾਨਸਿਕਤਾ ਦੀ ਸੁੰਦਰਤਾ ਨੂੰ ਕੀ ਨਾਪ ਸਕੋਗੇ? ਉਹਦੀ ਮਾਨਸਿਕਤਾ ਦੀ ਸੁੰਦਰਤਾ ਦਾ ਕੀ ਅੰਦਾਜ਼ਾ ਅਸੀਂ ਲਗਾ ਸਕਾਂਗੇ? ਆਪਣੇ ਬੱਚੇ ਦਾ ਕਲੇਜਾ ਮੂੰਹ 'ਚ ਕੋਈ ਪਵਾ ਲਵੇ, ਇਸ ਵਾਸਤੇ ਕਿ ਜਿਹੜੇ ਸਿੱਖ ਨੇ ਜਾਂ ਹੋਰ ਬੰਦੇ ਨੇ, ਜੋ ਆਮ ਲੋਕ ਨੇ, ਉਹਨਾਂ ਦੇ ਬੱਚੇ ਵੀ ਤੇ ਉਹ ਵੀ ਸੀਨਾ ਚੌੜਾ ਕਰਕੇ ਤੁਰ ਸਕਣ, ਅਸੀਂ ਸੀਨਾ ਚੌੜਾ ਕਰਕੇ ਤੁਰ ਸਕੀਏ। ਤੇ ਕੋਈ ਆਪਣੇ ਬੱਚੇ ਦਾ ਸੀਨਾ ਪੜਵਾ ਕੇ ਕਲੇਜਾ ਉਹਦਾ ਮੂੰਹ ਦੇ ਵਿੱਚ ਪਵਾ ਲਵੇ, ਉਹਦੀ ਕਿੰਨੀ ਕੁ ਸੁੰਦਰ ਮਾਨਸਿਕਤਾ ਹੋਏਗੀ, ਕਿੰਨਾ ਕੁ ਮਹਾਨ ਹੋਏਗਾ ਕਿ ਉਹਦਾ ਅੰਦਾਜ਼ਾ ਲਾ ਲਵਾਂਗੇ। ਕੇਤਾ ਰੂਪ, ਕੇਤਾ ਤਾਣ, ਸਵਾਲਿਹੁ ਰੂਪ, ਉਹਦੀ ਸੁੰਦਰਤਾ, ਉਹਦਾ ਤਾਣ ਬਲ ਨਾਪਿਆ ਨਹੀਂ ਜਾ ਸਕਦਾ। ਗੁਰੂ ਜੀ ਕਹਿੰਦੇ ਨੇ ਕੇਤੀ ਦਾਤ, ਕਿੰਨੀਆਂ ਦਾਤਾਂ ਨੇ ਉਹਦੀਆਂ, ਕਿਵੇਂ ਅੰਦਾਜ਼ਾ ਲਗਾਓਗੇ? ਜਾਣੇ ਕੌਣ ਕੂਤ, ਕੂਤ ਦਾ ਮਤਲਬ ਅੰਦਾਜ਼ਾ, ਬਲ, ਕਿਹਦੇ ਕੋਲ ਹੈ ਤਾਕਤ ਕਿ ਉਹਦਾ ਅੰਦਾਜ਼ਾ ਲਗਾ ਸਕੇ? ਕਿੰਨੀਆਂ ਕੁ ਦਾਤਾਂ ਨੇ, ਅੰਦਾਜ਼ਾ ਲਗਾ ਸਕਦੇ ਆ ਕਿ ਇਸ ਧਰਤੀ ਵਿੱਚ ਪਾਣੀ ਕਿੰਨਾ ਹੈ, ਕਿੰਨੇ ਲੀਟਰ ਪਾਣੀ ਹੈ। 75% ਪਾਣੀ ਅਸੀਂ ਕਹਿੰਦੇ ਆ ਨਾ, ਲੇਕਿਨ ਉਹਦਾ ਨਾਪ ਤੋਲ ਕਿੰਨੇ ਕੁ ਲੀਟਰ ਹੋਏਗਾ, ਕੋਈ ਅੰਦਾਜ਼ਾ ਲਗਾ ਸਕਦਾ ਹੈ? ਨਹੀਂ। ਧਰਤੀ ਵਿੱਚ ਕਿੰਨੀ ਕੁ ਉਪਜਾਊ ਸ਼ਕਤੀ ਹੈ, ਕਿਵੇਂ ਅੰਦਾਜ਼ਾ ਲਗਾਓਗੇ? ਇਸ ਧਰਤੀ ਅੰਦਰ ਪੈਟਰੋਲੀਅਮ ਪਦਾਰਥ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਸੋਨੇ ਦੀਆਂ ਖਾਨਾਂ, ਚਾਂਦੀ ਦੀਆਂ ਖਾਨਾਂ, ਅਬਰਕ ਦੀਆਂ ਖਾਨਾਂ, ਅਨੇਕਾਂ ਕਿਸਮ ਦਾ ਅਨਾਜ, ਅਨੇਕਾਂ ਕਿਸਮ ਦੇ ਫਲ ਫੁੱਲ, ਵਨਸਪਤੀ, ਇੰਨੀਆਂ ਦਾਤਾਂ ਨੇ ਕਿ ਇਹਦਾ ਅੰਦਾਜ਼ਾ ਕੋਈ ਲਗਾ ਸਕਦਾ ਹੈ? ਤੇ ਫਿਰ ਇਹ ਤੇ ਇੱਕ ਧਰਤੀ ਹੈ, ਅਨੰਤ ਬ੍ਰਹਿਮੰਡ ਵਿੱਚ ਅਨੰਤ ਦਾਤਾਂ ਨੇ, ਉਹਦਾ ਅੰਦਾਜ਼ਾ ਕੋਈ ਕਿਵੇਂ ਲਗਾਏਗਾ? ਯਾਨੀ ਇੱਥੇ ਸਭ ਕੁਝ ਅਨੰਤ ਅਨੰਤ ਹੈ। ਜੇ ਕੱਲ ਨੂੰ ਇਸ ਧਰਤੀ ਤੋਂ ਮੁੱਕ ਵੀ ਜਾਏ ਨਾ ਸਾਰਾ ਕੁਝ, ਸਪੋਜ਼ ਸ਼ਬਦ ਵਰਤ ਰਿਹਾ, ਤਾਂ ਹੋਰ ਖੰਡ ਬ੍ਰਹਿਮੰਡਾਂ ਦੇ ਵਿੱਚ ਜੀਵਨ ਹੋ ਸਕਦਾ, ਬੰਦਾ ਉੱਥੇ ਜਾ ਸਕਦਾ। ਸਾਇੰਸਦਾਨ ਸੋਚ ਰਹੇ ਨੇ ਨਾ, ਕਹਿਣ ਤੋਂ ਭਾਵ ਕਿ ਅਨੰਤ ਨੇ ਬ੍ਰਹਿਮੰਡ, ਅਨੰਤ ਨੇ ਦਾਤਾਂ। ਤਾਂ ਇੱਥੋਂ ਸਾਨੂੰ ਕੀ ਮਿਲਦਾ ਹੈ ਜੀਵਨ ਜੀਣ ਵਾਸਤੇ? ਸਾਡੇ ਅੰਦਰ ਇਹ ਹੁੰਦਾ ਨਾ ਕਿ ਸਾਡੇ ਕੋਲ ਬਹੁਤ ਕੁਝ ਥੋੜਾ ਹੈ,
ਹਾਏ ਦੂਜੇ ਗੁਆਂਢੀ ਦਾ ਇੰਨਾ ਬਣ ਗਿਆ, ਹਾਏ ਦੂਜੇ ਗੁਆਂਢੀ ਨੇ ਵੱਡੀ ਕਾਰ ਲੈਣ ਦੀ, ਦੂਜੇ ਗੁਆਂਢੀ ਨੇ ਟਰੱਕ ਲੈਣ ਦਾ, ਅਸੀਂ ਸੜ ਪੈ ਮਰਦੇ ਹਾਂ। ਦੂਜੇ ਦਾ ਬੱਚਾ ਇੰਨੇ ਨੰਬਰ ਲੈ ਗਿਆ, ਉਹਦਾ ਮੁੰਡਾ ਪਟਵਾਰੀ ਲੱਗ ਗਿਆ, ਉਹਦਾ ਮੁੰਡਾ। ਅਸੀਂ ਇਹ ਕੁਛ ਕਰਦੇ ਹਾਂ, ਹਾਏ ਦੂਜੇ ਦੀ ਨੂੰਹ ਕਿੰਨਾ ਕੁਛ ਲੈ ਕੇ ਆਈ। ਛੱਡਦੇ ਆ ਨਾ, ਆਮ ਬੰਦਾ, ਸਾਰਿਆਂ ਦੀ ਗੱਲ ਨਹੀਂ, ਆਮ ਮਨੁੱਖਤਾ। ਸਾਡੀਆਂ ਥੋੜ੍ਹਾ ਹੀ ਨਹੀਂ ਪੂਰੀਆਂ ਹੁੰਦੀਆਂ, ਅਸੀਂ ਥੋੜ੍ਹਾ ਮਾਰੇ ਰਹਿੰਦੇ ਹਾਂ। ਉਹਦਾ ਰੀਜ਼ਨ ਕੀ ਹੈ ਕਿ ਸਾਡੀ ਸੋਚ ਬੜੀ ਸੀਮਤ ਹੈ। ਜੇ ਹੁਣ ਇਹ ਪਤਾ ਲੱਗ ਜਾਏ ਵੀ ਇੱਥੇ ਸਭ ਕੁਝ ਅਨੰਤ ਹੈ, ਇੱਥੇ ਦਾਤਾਂ ਦੀ ਕੋਈ ਕਮੀ ਨਹੀਂ ਹੈ, ਤਾਂ ਮੈਂ ਜਿੰਨੀਆਂ ਮਰਜ਼ੀ ਦਾਤਾਂ ਪਾ ਸਕਦਾ ਹਾਂ, ਉਦਮ ਤੇ ਕਰਨਾ ਪਵੇਗਾ ਨਾ। ਬੈਠਿਆਂ ਨੂੰ ਤੇ ਕੁਝ ਨਹੀਂ ਮਿਲਣਾ, ਜਿੰਨਾ ਉਦਮ ਕਰੋਗੇ ਉਨਾ ਮਿਲ ਜਾਏਗਾ। ਜਿੰਨਾ ਕੋਈ ਉਦਮ ਕਰੇਗਾ, ਜਿੰਨੀ ਕਿਸੇ ਕੋਲ ਟੈਕਨੀਕ ਹੋਏਗੀ, ਉਹਨਾਂ ਉਹਨੂੰ ਮਿਲ ਜਾਏਗਾ। ਤਾਂ ਸਾਡੇ ਅੰਦਰੋਂ ਜਿਹੜਾ ਥੋੜਪੁਣਾ ਹੈ ਨਾ, ਜਿਹੜਾ ਅਸੀਂ ਥੋੜਾ ਮਾਰੇ ਆ, ਸਾਡੀ ਜ਼ਿੰਦਗੀ ਚੋਂ ਇਹ ਵਿਚਾਰ ਨਿਕਲ ਜਾਣਗੇ, ਪੋਜ਼ਿਟਿਵਿਟੀ ਆਏਗੀ, ਸਾਡੇ ਅੰਦਰ ਰਜੇਵਾਂ ਆਏਗਾ। ਕਦੇ ਕਿਸੇ ਆਪਣੇ ਤੋਂ ਅੱਗੇ ਜਾਣ ਦੇ ਨਾਲ ਅਸੀਂ ਈਰਖਾ ਨਹੀਂ ਕਰਾਂਗੇ। ਫਿਰ ਸਾਡਾ ਕੰਪੀਟੀਸ਼ਨ ਦੂਜਿਆਂ ਦੇ ਨਾਲ ਮੁੱਕ ਜਾਏਗਾ। ਹੁਣ ਕਈ ਲੋਕ ਕਹਿੰਦੇ ਨੇ ਵੀ ਜੇ ਕੰਪੀਟੀਸ਼ਨ ਮੁੱਕ ਜਾਏ ਤਾਂ ਫਿਰ ਵਿਕਾਸ ਕਿਵੇਂ ਹੋਏਗਾ? ਦੇਖੋ, ਤੁਹਾਨੂੰ ਕਿਸੇ ਨਾਲ ਕੰਪੀਟੀਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਕਿਸੇ ਦਾ ਰਿਕਾਰਡ ਕਿਉਂ ਤੋੜਦੇ ਹੋ? ਹੁਣ ਮੈਂ ਕਹਾਂ ਕਿ ਮੈਂ ਤੁਹਾਡਾ ਰਿਕਾਰਡ ਤੋੜਨਾ, ਤਾਂ ਇਹਦਾ ਮਤਲਬ ਕਿ ਮੇਰੀ ਸਿੱਧੀ ਤੁਹਾਡੇ ਨਾਲ ਈਰਖਾ ਹੀ ਹੈ ਨਾ, ਕਿ ਮੈਂ ਰਿਕਾਰਡ ਤੁਹਾਡਾ ਤੋੜਨਾ ਹੈ, ਤੁਸੀਂ ਮੇਰਾ ਰਿਕਾਰਡ ਤੋੜਨ ਵਾਸਤੇ ਲੱਗੇ ਹੋ। ਜ਼ਰੂਰਤ ਨਹੀਂ ਇਸ ਚੀਜ਼ ਦੀ। ਵਿਕਾਸ ਕਰਨਾ ਹੈ ਨਾ, ਆਪਣਾ ਰਿਕਾਰਡ ਤੋੜੋ। ਫਾਰ ਐਗਜ਼ਾਮਪਲ, ਤੁਸੀਂ ਪੇਪਰ ਦਿੱਤਾ, ਤੁਹਾਡੇ ਐਤਕੀ ਨੰਬਰ ਆਏ 80%, ਤੇ ਕਿਸੇ ਦੂਜੇ ਦੇ ਆਏ 85%। ਹੁਣ ਤੁਸੀਂ ਉਹਦਾ ਰਿਕਾਰਡ ਤੋੜਨ ਦਾ ਯਤਨ ਕਰ ਰਹੇ ਹੋ ਨਾ, ਤਾਂ ਉਹ ਹੋ ਸਕਦਾ ਅਗਲੀ ਵਾਰੀ 90% ਲੈ ਆਵੇ। ਉਹਦਾ ਰਿਕਾਰਡ ਤੋੜਨ ਦੀ ਲੋੜ ਨਹੀਂ ਹੈ, ਤੁਸੀਂ ਆਪਣਾ ਰਿਕਾਰਡ ਤੋੜੋ ਕਿ ਮੈਂ ਐਤਕੀ 80% ਲੈਣੇ, ਤਾਂ ਅਗਲੀ ਵਾਰੀ ਮੈਂ 90% ਲੈ। ਫਿਰ ਆਪਣਾ ਰਿਕਾਰਡ ਤੋੜੋ ਕਿ ਮੈਂ 90 ਤੇ ਹੁਣ ਅਗਲੀ ਵਾਰੀ 95% ਲੈਣੇ। ਦੂਜੇ ਦਾ ਰਿਕਾਰਡ ਆਪ ਹੀ ਟੁੱਟ ਜਾਏਗਾ। ਨਾ ਤੁਹਾਡੀ ਕਿਸੇ ਨਾਲ ਈਰਖਾ, ਵਿਕਾਸ ਵੀ ਵਧੀਆ ਹੋਏਗਾ। ਤੁਸੀਂ ਆਪਣੇ ਆਪ ਦੇ ਉੱਤੇ ਕੇਂਦਰਿਤ ਹੋਵੋਗੇ, ਆਪਣੀਆਂ ਅੜਚਨਾਂ ਨੂੰ ਵੇਖੋਗੇ। ਜੇ ਹਰ ਬੰਦਾ ਆਪਣਾ ਰਿਕਾਰਡ ਤੋੜਦਾ ਚਲਾ ਜਾਏ ਤਾਂ ਹਰ ਬੰਦੇ ਦਾ ਵਿਕਾਸ ਹੋਏਗਾ। ਹੁਣ ਜੇ ਅਸੀਂ ਇਹੋ ਜਿਹਾ ਰਿਕਾਰਡ, ਜ਼ਰੂਰੀ ਨਹੀਂ ਕਿ ਨੰਬਰਾਂ ਦੀ ਗੱਲ ਹੀ ਹੈ, ਕਿ ਹੁਣ ਅਸੀਂ ਕੀ ਕਰੀਏ ਯਾਰ, ਅਸੀਂ ਤਾਂ ਹੁਣ ਬੁੱਢੇ ਹਾਂ ਸਾਰੇ, 60 ਸਾਲ ਉਮਰ ਹੋ ਗਈ, ਤੇ ਹੁਣ ਰਿਕਾਰਡ ਕਾਹਦਾ ਤੋੜਨਾ? ਹੁਣ ਤੇ ਗੋਡੇ ਨਹੀਂ ਹਿਲਦੇ। ਕੋਈ ਗੱਲ ਨਹੀਂ, ਹਾਲੇ ਵੀ ਸਾਡੇ ਕੋਲ ਰਿਕਾਰਡ ਤੋੜਨ ਵਾਸਤੇ ਬਹੁਤ ਕੁਛ ਹੈ। ਜਿੰਨੇ ਅਸੀਂ ਆਪ ਬੈਠੇ ਆ ਨਾ ਵੀਰ ਭੈਣਾਂ, ਸੁਣ ਰਹੇ ਆ, ਅਸੀਂ ਆਪਣਾ ਰਿਕਾਰਡ ਤੋੜ ਸਕਦੇ ਹਾਂ। ਸਾਡੇ ਵਿੱਚ ਕਈ ਕਮੀਆਂ ਹੋਣਗੀਆਂ ਨਾ, ਸਾਡੀ ਬੋਲਬਾਣੀ ਮਾੜੀ ਹੋਣੀ ਹੈ, ਤਾਂ ਬੋਲਬਾਣੀ ਦਾ ਰਿਕਾਰਡ ਤੋੜੋ ਕਿ ਹੁਣ ਆਪਣੀ ਬੋਲਬਾਣੀ ਚੰਗੀ ਕਰਨੀ, ਕੱਲ ਨਾਲੋਂ ਹੋਰ ਚੰਗੀ, ਪਰਸੋਂ ਨਾਲੋਂ ਹੋਰ ਚੰਗੀ। ਸਬਜ਼ੀ ਭਾਜੀ ਬਣਾਉਂਦੇ ਹੋ ਨਾ ਘਰ ਸਾਰੀਆਂ ਭੈਣਾਂ, ਤੇ ਆਪਣਾ ਰਿਕਾਰਡ ਤੋੜੋ ਵੀ ਕੱਲ ਨੂੰ ਹੋਰ ਸਬਜ਼ੀ ਚੰਗੀ ਬਣਾਉਣੀ, ਤਾਂ ਮਹੀਨੇ 2 ਮਹੀਨੇ ਦੇ ਵਿੱਚ 5 ਸਟਾਰ ਹੋਟਲ ਵਰਗੀ ਬਣਾਉਣੀ ਸ਼ੁਰੂ ਕਰੋ। ਤੇ ਕੱਪੜੇ ਨੇ ਮੈਂ ਪ੍ਰੈਸ ਕਰਨਾ ਵਾ ਚੰਗੇ, ਤੇ ਉਹਨੂੰ ਹੋਰ ਸਫਾਈ ਹੈ ਤਾਂ ਹੋਰ, ਵਿਹਾਰ ਹੈ ਤਾਂ ਉਹਨੂੰ ਹੋਰ। ਯਾਨੀ ਸਾਡੇ ਕੋਲ ਬਹੁਤ ਕੁਛ ਹੈ ਵਿਕਾਸ ਕਰਨ ਲਈ, ਚੰਗਾ ਸੋਚਣ ਲਈ, ਚੰਗਾ ਬੋਲਣ ਲਈ। ਥੋੜੀ ਥੋੜੀ ਕਸਰਤ ਕਰਨੀ ਸ਼ੁਰੂ ਕਰ ਲਓ, ਥੋੜੀ ਸੈਰ ਕਰਨੀ ਸ਼ੁਰੂ ਕਰ ਲਓ, ਗਾਰਡਨਿੰਗ ਕਰਨੀ ਸ਼ੁਰੂ ਕਰ ਲਓ। ਹੋਰ ਨਹੀਂ ਤੇ ਆਪਣੇ ਕੋਈ ਪੋਤੀਆਂ ਪੋਤਿਆਂ ਨੂੰ ਕੋਲ ਬਿਠਾ ਕੇ ਹੀ ਤੁਸੀਂ ਆਪਣਾ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿਓ, ਪੰਜਾਬੀ ਬੋਲਣੀ ਉਹਨਾਂ ਨਾਲ ਸ਼ੁਰੂ ਕਰ ਦਿਓ। ਇਹ ਰਿਕਾਰਡ ਤੋੜੋ ਕਿ ਮੈਂ ਆਪਣੇ ਪੋਤਰੀ ਪੋਤਰਿਆਂ ਨੂੰ ਐਨ ਪੰਜਾਬੀ ਪੜ੍ਹਾ ਦੇਣੀ ਹੈ, ਪੂਰਾ ਪੰਜਾਬੀ ਬੋਲਣਗੇ, ਇਹ ਮੈਂ ਰਿਕਾਰਡ ਤੋੜਨਾ ਆਪਣਾ ਹੁਣ ਤੱਕ ਦਾ, ਤਾਂ ਬੜਾ ਕੁਛ ਵਿਕਾਸ ਹੋਏਗਾ। ਪਰ ਅਸੀਂ ਕਹਿਣਾ ਨਾ ਜੀ, ਬੱਚੇ ਤੇ ਕਿਸੇ ਦੀ ਗੱਲ ਮੰਨਦੇ ਹੀ ਨਹੀਂ, ਅਸੀਂ ਇੱਥੇ ਕਹਿ ਕੇ ਬਸ ਹੋ ਜਾਓ। ਮੰਨਣਗੇ। ਤੁਸੀਂ ਰਿਕਾਰਡ ਤੋੜੋ ਆਪਣਾ ਕਿ ਮੈਂ ਐਸਾ ਰਿਕਾਰਡ ਕਾਇਮ ਕਰਨਾ ਕਿ ਬੱਚੇ ਮੇਰੀ ਗੱਲ ਮੰਨਣ। ਇਹਦਾ ਮਤਲਬ ਇਹ ਨਹੀਂ ਕਿ ਡੰਡੇ ਨਾਲ, ਉਹਨਾਂ ਬੱਚਿਆਂ ਨਾਲ ਪਿਆਰ ਕਰੋ, ਬੱਚਿਆਂ ਦੇ ਨਾਲ ਆਪਣਾ ਵਿਹਾਰ ਬਦਲੋ। ਇੱਕ ਤਰ੍ਹਾਂ ਗੱਲ ਨਹੀਂ ਮੰਨੇ ਤਾਂ ਆਪਣਾ ਢੰਗ ਬਦਲੋ। ਮਤਲਬ ਇੱਕ ਮਿਸਾਲ ਦੇ ਰਿਹਾ, ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਕੀਤੀ ਦਾਤ ਜਾਣੇ ਕੌਣ ਕੂਤ, ਇਸ ਦੁਨੀਆ ਦੇ ਅੰਦਰ ਕਿੰਨਾ ਬਲ ਹੈ, ਕਿੰਨੀ ਸੁੰਦਰਤਾ ਹੈ, ਕਿੰਨੀਆਂ ਦਾਤਾਂ ਨੇ, ਇਹਨੂੰ ਕੌਣ ਜਾਣ ਸਕਦਾ? ਅਨੰਤ ਨੇ। ਤਾਂ ਇਥੋਂ ਸਾਨੂੰ ਜ਼ਿੰਦਗੀ ਜੀਣ ਲਈ ਜੋ ਚੀਜ਼ ਮਿਲ ਰਹੀ ਹੈ ਉਹ ਇਹ ਹੈ ਕਿ ਸਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ। ਹੁਣ ਸੰਸਾਰ ਦੀ ਰਚਨਾ ਬਾਰੇ ਕਹਿ ਰਹੇ ਨੇ, ਕੀਤਾ ਪਸਾਓ ਏਕੋ ਕਵਾਓ। ਇੱਥੇ ਕਵਾਓ ਦਾ ਅਰਥ ਬਹੁਤਿਆਂ ਨੇ
विद्वान पुरुषां ने शब्द किया है कि शब्द कोई शब्द बोलिया, जिवें कई लोग कहते ने कुन बोलिया रब ने, ਜਾਂ ਯੋਗੋ ਸਲਾਮ ਬੋਲਿਆ, ਜਾਂ ਕੁਝ ਹੋਰ ਸ਼ਬਦ ਓਮ ਦੀ ਧੁਨੀ ਕੀਤੀ, ਓਮਕਾਰ ਦੀ ਧੁਨੀ ਕੀਤੀ। ਇੱਥੇ ਉਹਦੀ ਗੱਲ ਨਹੀਂ ਹੈ। ਇੱਥੇ ਕਵਾਓ ਦਾ ਮਤਲਬ ਹੈ ਹੁਕਮ, ਸਿਸਟਮ। ਕੀਤਾ ਪਸਾਓ, ਪਸਾਓ ਦਾ ਮਤਲਬ ਪਸਾਰਾ। ਏਕੋ ਕਵਾਓ, ਇੱਕ ਹੁਕਮ ਦਾ ਮਤਲਬ ਲਾ ਆਫ ਨੇਚਰ, ਇੱਕ ਹੁਕਮ ਦਾ ਮਤਲਬ ਸਿਸਟਮ। ਕਿ ਪ੍ਰਭੂ ਨੇ ਇਹ ਸਾਰਾ ਜਿਹੜਾ ਪਸਾਰਾ ਹੈ ਇੱਕ ਸਿਸਟਮ ਤੋਂ ਕੀਤਾ, ਹੁਕਮ। ਲਾ ਆਫ ਨੇਚਰ, ਉਸ ਲਾ ਦੇ ਅੰਦਰ, ਉਸ ਲਾ ਆਫ ਨੇਚਰ ਦੇ ਅੰਦਰ, ਰੱਬੀ ਹੁਕਮ ਦੇ ਅੰਦਰ ਇਹ ਸਾਰਾ ਕੁਝ ਹੋਇਆ। ਪਸਾਓ, ਪਸਾਓ ਦਾ ਮਤਲਬ ਪਸਾਰਾ, ਕਵਾਓ ਦਾ ਮਤਲਬ ਹੁਕਮ। ਇਸ ਹੁਕਮ ਵਾਸਤੇ ਤੁਸੀਂ ਸ਼ਬਦ ਸਿਸਟਮ ਵਰਤ ਸਕਦੇ ਹੋ। ਇਹਨੂੰ ਸਮਝਣ ਵਾਸਤੇ ਲਾ ਆਫ ਨੇਚਰ ਸ਼ਬਦ ਕਹਿ ਸਕਦੇ ਹੋ। ਰਜਾ, ਭਾਣਾ, ਹੁਕਮ, ਲੇਖ, ਇਹਨਾਂ ਸਾਰਿਆਂ ਦਾ ਇੱਕੋ ਹੀ ਸ਼ਬਦ ਅਸੀਂ ਵਰਤ ਸਕਦੇ ਹਾਂ, ਸਿਸਟਮ ਜਾਂ ਲਾ ਆਫ ਨੇਚਰ। ਤਾਂ ਕੀਤਾ ਪਸਾਓ, ਏਕੋ ਕਵਾਓ, ਪ੍ਰਭੂ ਨੇ ਇੱਕ ਹੁਕਮ ਤੋਂ ਸਾਰਾ ਸੰਸਾਰ ਸਿਰਜਿਆ, ਔਰ ਉਸ ਹੁਕਮ ਸਿਸਟਮ ਦੇ ਅੰਦਰ ਹੀ ਉਹ ਚੱਲ ਰਿਹਾ ਹੈ। ਪਾਲਣਾ ਵੀ ਹੋ ਰਹੀ ਹੈ, ਵਿਨਾਸ਼ ਵੀ ਹੋ ਰਿਹਾ ਹੈ। ਨਿਕਾਸ, ਵਿਕਾਸ ਔਰ ਨਿਕਾਸ ਔਰ ਵਿਕਾਸ ਤੇ ਵਿਨਾਸ਼, ਇਹ ਤਿੰਨੇ ਚੀਜ਼ਾਂ, ਜਨਮ, ਜੀਵਨ ਤੇ ਮੌਤ, ਇਹ ਸਭ ਹੁਕਮ ਦੇ ਅੰਦਰ। ਆਮ ਖਿਆਲ ਇਹ ਸੀ ਕਿ ਇਸ ਸੰਸਾਰ ਨੂੰ ਬ੍ਰਹਮਾ ਨੇ ਪੈਦਾ ਕੀਤਾ, ਵਿਸ਼ਨੂੰ ਇਹਦੀ ਪਾਲਣਾ ਕਰਦਾ, ਸ਼ਿਵ ਇਹਦਾ ਵਿਨਾਸ਼ ਕਰਦਾ ਹੈ। ਗੁਰੂ ਜੀ ਕਹਿੰਦੇ ਨੇ ਐਸਾ ਕੁਛ ਨਹੀਂ ਹੈ ਕਿ ਤਿੰਨ ਵੱਖਰੀਆਂ ਵੱਖਰੀਆਂ ਸ਼ਕਤੀਆਂ, ਕੋਈ ਪਾਲ ਰਿਹਾ ਹੈ, ਕੋਈ ਸੰਚਾਲਨ ਕਰ ਰਿਹਾ ਹੈ, ਉਹਨੇ ਆਪਣੀ ਲੇਬਰ ਅੱਗੇ ਰੱਖੀ ਹੈ, ਜਾਂ ਕਿਸੇ ਨੂੰ ਕੋਈ ਕੰਮ ਕਰਾਉਂਦਾ ਹੈ, ਕੋਈ ਕੰਮ। ਐਵੇਂ ਨਹੀਂ, ਸਿਰਫ ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਕੁਛ ਪਾਣਾ ਇੱਕੋ ਵਾਰੀ ਪਾ ਦਿੱਤਾ ਹੈ। ਸਿਸਟਮ, ਨਿਯਮ ਇੱਕੋ ਵਾਰੀ ਨੇ। ਉਹਨਾਂ ਨਿਯਮਾਂ ਦੇ ਅੰਦਰ ਸਾਰਾ ਕੁਛ ਆਟੋਮੈਟਿਕਲੀ ਚੱਲ ਰਿਹਾ ਹੈ, ਚੱਲਦਾ ਰਹੇਗਾ ਔਰ ਚੱਲਦਾ ਆਇਆ ਹੈ। ਕੀਤਾ ਪਸਾਓ, ਏਕੋ ਕਵਾਓ, ਕਿ ਉਸ ਹੁਕਮ ਦੇ ਅੰਦਰ ਜੋ ਪਸਾਰਾ ਕੀਤਾ, ਉਸ ਪਸਾਰੇ ਤੋਂ ਕੀ ਹੋਇਆ? ਤਿਸਤੇ ਹੋਏ ਲੱਖ ਦਰਿਆਓ। ਲੱਖ ਦਾ ਮਤਲਬ ਲੱਖਾਂ। ਜੇ 1 ਲੱਖ ਹੁੰਦਾ ਤੇ ਲੱਖ ਦੇ ਖੱਖੇ ਥੱਲੇ ਔਂਕੜ ਹੋਣਾ ਸੀ। ਲੱਖ ਦਰਿਆਓ, ਲੱਖਾਂ ਦਰਿਆ। ਤੇ ਇੱਥੇ ਦਰਿਆ ਪਾਣੀ ਦੇ ਨਹੀਂ, ਇੱਥੇ ਦਰਿਆ ਦਾ ਮਤਲਬ ਲੱਖਾਂ ਜ਼ਿੰਦਗੀਆਂ ਦੇ ਦਰਿਆ, ਲੱਖਾਂ ਜ਼ਿੰਦਗੀਆਂ ਦੇ ਦਰਿਆ, ਲੱਖਾਂ ਖੰਡਾਂ ਬ੍ਰਹਿਮੰਡਾਂ ਦੇ ਦਰਿਆ। ਤੇ ਦਰਿਆ ਦਾ ਕੋਈ ਅੰਤ ਨਹੀਂ ਹੁੰਦਾ, ਕਿੰਨਾ ਕੁ ਪਾਣੀ ਹੈ। ਅਨੰਤ ਜ਼ਿੰਦਗੀਆਂ ਦੇ ਦਰਿਆ ਚੱਲ ਪਏ, ਅਨੰਤ ਜ਼ਿੰਦਗੀਆਂ ਪੈਦਾ ਹੋ ਗਈਆਂ, ਅਨੰਤ ਖੰਡ ਮੰਡਲ ਬ੍ਰਹਿਮੰਡ ਸਿਰਜੇ ਗਏ। ਉਹਨਾਂ ਦਾ ਵਿਕਾਸ ਹੋ ਰਿਹਾ ਹੈ, ਉਹਨਾਂ ਦਾ ਵਿਨਾਸ਼ ਹੋ ਰਿਹਾ ਹੈ, ਸੰਚਾਲਨ ਹੋ ਰਿਹਾ ਹੈ। ਤੇ ਕਾਹਦੇ ਵਿੱਚ ਹੋ ਰਿਹਾ ਹੈ? ਸਿਸਟਮ ਵਿੱਚ, ਲਾ ਆਫ ਨੇਚਰ ਵਿੱਚ। ਆਪਣੇ ਸਰੀਰ ਵੱਲ ਝਾਤ ਮਾਰੀਏ ਤਾਂ ਸਾਡੇ ਸਰੀਰ ਦੇ ਅੰਦਰ ਹਰ ਰੋਜ਼ ਲੱਖਾਂ ਸੈੱਲ ਪੈਦਾ ਹੋ ਰਹੇ ਹਨ। ਲੱਖਾਂ ਸੈੱਲ ਪੁਰਾਣੇ ਮਰ ਰਹੇ ਨੇ, ਨਵੇਂ ਪੈਦਾ ਹੋ ਰਹੇ ਨੇ। ਇਸ ਸਿਸਟਮ ਦੇ ਅੰਦਰ ਬੰਦਾ ਜਨਮਦਾ ਹੈ, ਵੱਡਾ ਹੁੰਦਾ ਹੈ, ਜਵਾਨ ਹੁੰਦਾ ਹੈ, ਬਜ਼ੁਰਗ ਹੁੰਦਾ ਹੈ, ਆਖਿਰ ਖਤਮ ਹੋ ਜਾਂਦਾ ਹੈ ਔਰ ਜਲਾ ਦਿੱਤਾ ਜਾਂਦਾ ਹੈ, ਰਾਖ ਹੋ ਜਾਂਦਾ ਹੈ, ਤੱਤ ਤੱਤਾਂ ਵਿੱਚ ਮਿਲ ਜਾਂਦੇ ਨੇ, ਰੀਸਾਈਕਲਿੰਗ ਹੋ ਜਾਂਦੀ ਹੈ। ਇਹ ਸਾਰਾ ਕੁਝ ਸਿਸਟਮ ਦੇ ਅੰਦਰ ਚੱਲੀ ਜਾ ਰਿਹਾ ਹੈ, ਸਾਰਾ ਕੁਝ ਹੁਕਮ ਦੇ ਅੰਦਰ ਚੱਲੀ ਜਾ ਰਿਹਾ ਹੈ। ਲੱਖਾਂ ਜ਼ਿੰਦਗੀਆਂ ਦੇ ਦਰਿਆ ਉਹਦੇ ਹੁਕਮ ਦੇ ਅੰਦਰ ਨੇ, ਉਹਦੇ ਭਾਣੇ ਦੇ ਅੰਦਰ ਨੇ, ਉਹਦੀ ਰਜ਼ਾ ਦੇ ਵਿੱਚ ਨੇ। ਜਿਸ ਸਿਸਟਮ ਰਾਹੀਂ ਮੇਰੀ ਜ਼ਿੰਦਗੀ ਚੱਲ ਰਹੀ ਹੈ, ਉਸੇ ਸਿਸਟਮ ਰਾਹੀਂ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ। ਵਿਨਾਸ਼, ਵਿਕਾਸ, ਆਦਿਕ ਔਰ ਨਿਕਾਸ ਦਾ ਇੱਕੋ ਹੀ ਸਾਧਨ ਹੈ, ਇੱਕੋ ਹੀ ਕਰਤਾ ਹੈ, ਮੇਰੇ ਤੁਹਾਡੇ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਤਾਂ ਜਦੋਂ ਅਸੀਂ ਇਹ ਚੀਜ਼ ਨੂੰ ਸਮਝਾਂਗੇ ਨਾ, ਤਾਂ ਫਿਰ ਜ਼ਿੰਦਗੀ ਜੀਣ ਲਈ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝਾਂਗੇ। ਉਹਨਾਂ ਨਿਯਮਾਂ ਮੁਤਾਬਕ ਜਦੋਂ ਅਸੀਂ ਜੀਵਾਂਗੇ ਤਾਂ ਅਸੀਂ ਸਰੀਰਕ, ਮਾਨਸਿਕ ਔਰ ਬੌਧਿਕ, ਆਤਮਿਕ ਤੌਰ ਤੇ ਤੰਦਰੁਸਤ ਰਹਿ ਸਕਾਂਗੇ। ਜਿਵੇਂ ਵੀਰ ਜੀ ਨੇ ਪਿੱਛੇ ਸ਼ੂਗਰ ਬਾਰੇ ਦਿੱਤਾ ਸੀ ਨਾ ਆਪਣਾ ਲੈਕਚਰ, ਕਿੰਨਾ ਕੁਛ ਸਮਝਾਇਆ ਸੀ ਕਿ ਸਾਡਾ ਖਾਣ ਪੀਣ ਦਾ ਸੰਤੁਲਨ ਦਾ ਸਾਰਾ ਕੁਛ। ਤਾਂ ਜਿਹਦਾ ਆਚਾਰ ਔਰ ਵਿਹਾਰ ਆਦਿਕ ਠੀਕ ਹੁੰਦਾ ਹੈ, ਆਚਾਰ ਵਿਚਾਰ ਔਰ ਵਿਹਾਰ ਠੀਕ ਹੁੰਦਾ ਨਾ, ਉਹ ਬੰਦੇ ਤੰਦਰੁਸਤ ਜ਼ਿਆਦਾ ਸਮਾਂ ਰਹਿੰਦੇ ਨੇ। ਸੰਸਾਰ ਨੂੰ ਤੇ ਸਾਰਿਆਂ ਨੇ ਛੱਡਣਾ ਹੀ ਹੈ। ਜੇ ਸਾਡਾ ਆਚਰਣ ਠੀਕ ਹੋਵੇ, ਵਿਚਾਰ ਠੀਕ ਹੋਣ, ਸਾਡਾ ਵਿਹਾਰ ਠੀਕ ਹੋਵੇ, ਆਹਾਰ ਖਾਣਾ ਪੀਣਾ ਠੀਕ ਹੋਵੇ, ਤਾਂ ਅਸੀਂ ਕਾਫੀ ਹੱਦ ਤੱਕ ਤੰਦਰੁਸਤ ਰਹਿ ਸਕਦੇ ਹਾਂ। ਜਿਵੇਂ ਜਿਵੇਂ ਮਨੁੱਖ ਨੇ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੈ, ਜਾਂ ਕੈਮੀਕਲਸ ਵਗੈਰਾ, ਖੁਰਾਕ ਵਗੈਰਾ ਜੋ ਵੀ ਅਸੀਂ ਗੜਬੜ ਕੀਤੀ ਹੈ, ਉਹਦੇ ਨਾਲ ਸਾਡੇ ਸਰੀਰ ਦੇ ਅੰਦਰ ਅਨੇਕਾਂ ਜਿਹੜੇ ਰੋਗ ਨੇ ਵਧੇ ਨੇ।
ਜਿਵੇਂ ਆਮ ਵਿਚਾਰ ਹੁਣ ਚੱਲ ਰਹੀ ਹੈ ਨਾ, ਮੈਂ ਇੱਕ ਛੋਟਾ ਜਿਹਾ ਕੋਟ ਵੀ ਪਾਇਆ ਸੀ ਕਿ ਜਿਹੜਾ ਮਾਸਕ ਹੈ ਹੁਣ ਅਸੀਂ ਪਾਈ ਫਿਰਦੇ ਹਾਂ ਨਾ, ਇਹ ਤਾਂ ਇੱਕ ਬਹਾਨਾ ਹੈ। ਅਸਲ ਵਿੱਚ ਬੰਦਾ ਕੁਦਰਤ ਨੂੰ ਮੂੰਹ ਵਿਖਾਉਣ ਜੋਗਾ ਰਿਹਾ ਹੀ ਨਹੀਂ। ਸਿਆਣੇ ਕਹਿ ਰਹੇ ਨੇ ਮਾਸਕ ਤਾਂ ਇੱਕ ਬਹਾਨਾ ਹੈ, ਅਸਲ ਵਿੱਚ ਬੰਦਾ ਕੁਦਰਤ ਨੂੰ ਮੂੰਹ ਵਿਖਾਉਣ ਜੋਗਾ ਹੀ ਨਹੀਂ ਰਿਹਾ। ਜੋ ਕੁਛ ਕਰ ਬੈਠਾ ਕੁਦਰਤ ਦੇ ਨਾਲ ਛੇੜਛਾੜ, ਤੇ ਹੁਣ ਮੂੰਹ ਬੰਨ ਕੇ ਤੁਰਿਆ ਫਿਰਦਾ। ਤਾਂ ਇਹ ਸਾਡੇ ਆਪਣੇ ਕੀਤੇ ਹੋਏ ਜੋ ਕਰਮ ਨੇ ਉਹਨਾਂ ਦੇ ਨਾਲ ਸਾਨੂੰ ਗੜਬੜ ਹੁੰਦੀ ਹੈ ਨਾ। ਤਾਂ ਗੁਰੂ ਜੀ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ, ਫਿਰ ਬੰਦਾ ਨਾ ਸਿਸਟਮ ਨੂੰ ਸਮਝੇਗਾ ਤੇ ਉਹ ਸਿਸਟਮ ਮੁਤਾਬਕ ਰੱਬੀ ਹੁਕਮ ਦੇ ਅੰਦਰ ਹੁਕਮ ਰਜ਼ਾਈ ਚੱਲਣਾ, ਇਸ ਚੀਜ਼ ਨੂੰ ਸਮਝੇਗਾ ਔਰ ਇਸ ਚੀਜ਼ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਸੁਖੀ ਬਣਾਏਗਾ, ਸਮਾਜ ਨੂੰ ਸੋਹਣਾ ਬਣਾਏਗਾ, ਪਰਿਵਾਰ ਨੂੰ ਸੋਹਣਾ ਬਣਾਏਗਾ, ਆਪਣੀ ਸੋਚ ਨੂੰ ਮਹਾਨ ਕਰੇਗਾ। ਦੇਖੋ ਕਿੰਨਾ ਸਿੰਪਲ ਜੀਵਨ ਹੈ। ਹੁਣ ਇਹ ਸਾਰੀ ਪੌੜੀ ਦੇ ਵਿੱਚ ਕਿਤੇ ਕਿਹਾ ਕਿ ਮਾਲਾ ਫੇਰੋ, ਕਿਤੇ ਕਿਹਾ ਹੈ ਸਮਾਧੀ ਲਾਓ। ਇੱਕ ਵੀ ਪੰਕਤੀ ਆਈ ਹੈ ਐਸੀ ਜਿਹਦੇ ਵਿੱਚ ਲਿਖਿਆ ਹੋਵੇ ਕਿ ਜੰਗਲਾਂ ਵਿੱਚ ਜਾਓ, ਜਾਂ ਇੱਕ ਵੀ ਪੰਕਤੀ ਆਈ ਹੋਈ ਉਹਦੇ ਵਿੱਚ ਕਿਹਾ ਹੋ ਕਿ ਤੁਸੀਂ ਪੈਂਟ ਸ਼ਰਟ ਨਾ ਪਾਓ, ਕੋਈ ਭਾਈ ਮੋਹਰ ਸਿੰਘ ਵਰਗੇ ਕੱਪੜੇ ਪਾਓ? ਕਿਤੇ ਹੈ? ਨਹੀਂ ਹੈ ਨਾ। ਯਾਨੀ ਇੱਥੇ ਪਹਿਨਾਵੇ ਦੀ, ਪੇਖਾਂ ਦੀ, ਕਰਮਖੰਡਾਂ ਦੀ ਗੱਲ ਹੀ ਨਹੀਂ ਹੈ। ਹੁਕਮ ਦੇ ਅੰਦਰ ਚੱਲ ਕੇ ਅਸੀਂ ਕਿੰਨਾ ਕੁਛ ਪਾ ਸਕਦੇ ਹਾਂ। ਹੁਣ ਅਗਲਾ ਬਚਨ ਕਰਦੇ ਨੇ ਕੁਦਰਤ ਕਵਣ ਕਹਾਂ ਵਿਚਾਰ। ਇੱਥੇ ਕੁਦਰਤ ਦੇ ਤੱਤੇ ਦੇ ਨਾਲ ਸਿਹਾਰੀ ਹੈ। ਕੁਦਰਤ ਫੀਮੇਲ ਜੈਂਡਰ ਹੈ। ਇੱਥੇ ਕੁਦਰਤ ਦਾ ਅਰਥ ਹੈ ਸ਼ਕਤੀ, ਤਾਕਤ। ਕਵਣ, ਇੱਥੇ ਕਵਣ ਵੀ ਜਿਹੜੀ ਹੈ ਇਹ ਫੀਮੇਲ ਹੈ, ਵਿਸ਼ੇਸ਼ਣ। ਕੁਦਰਤ ਕਵਣ, ਮੇਰੇ ਵਿੱਚ ਕਿੱਥੇ ਹੈ ਤਾਕਤ? ਕਹਾਂ ਵਿਚਾਰ, ਕਹਾ ਨਹੀਂ ਪੜਨਾ, ਕਹਾਂ, ਕਿ ਜੋ ਮੈਂ ਸਾਰੀ ਮੁਕੰਮਲ ਵਿਚਾਰ ਕਰ ਸਕਾਂ, ਮੇਰੇ ਵਿੱਚ ਤਾਕਤ ਹੈ ਨਹੀਂ। ਕੁਦਰਤ ਕਵਣ, ਕਿੱਥੇ ਹੈ ਮੇਰੇ ਵਿੱਚ ਤਾਕਤ? ਕਹਾਂ ਵਿਚਾਰ, ਕਿ ਜੋ ਮੈਂ ਸਾਰੀ ਵਿਚਾਰ ਕਹਿ ਸਕਾਂ ਕੁਦਰਤ ਬਾਰੇ, ਕਿ ਕੁਦਰਤ ਕਿਵੇਂ ਪੈਦਾ ਹੋਈ, ਕੁਦਰਤ ਕਿਵੇਂ ਕੰਮ ਕਰਦੀ ਹੈ, ਕੁਦਰਤ ਦੀ ਇਹਦੇ ਵਿੱਚ ਕਿੰਨੀਆਂ ਦਾਤਾਂ ਨੇ, ਕਿੰਨਾ ਪਾਣੀ ਹੈ, ਕਿੰਨੀ ਹਵਾ ਹੈ, ਕਿੰਨੇ ਜੀਵ ਨੇ, ਕਿੰਨੇ ਜੀਵ ਜੰਤ ਨੇ, ਕਿਵੇਂ ਕਿਵੇਂ ਕੀ ਹੋ ਰਿਹਾ ਹੈ, ਇਹ ਮੁਕੰਮਲ ਵਿਚਾਰ ਮੈਂ ਕਹਿ ਸਕਣਾ, ਅੰਤ ਪਾ ਸਕਣਾ। ਇੱਥੇ ਵਿਚਾਰ ਦਾ ਮਤਲਬ ਹੈ ਅੰਤ ਪਾਣਾ। ਕੁਦਰਤ ਕਵਣ ਕਹਾਂ ਵਿਚਾਰ, ਮੇਰੇ ਅੰਦਰ ਕਿੱਥੇ ਹੈ ਇੰਨੀ ਤਾਕਤ ਕਿ ਮੈਂ ਸਾਰੀ ਤੇਰੀ ਕਾਇਨਾਤ ਦੀ, ਤੇਰੇ ਬਾਰੇ, ਤੇਰੀਆਂ ਦਾਤਾਂ ਦੀ, ਤੇਰੇ ਗੁਣਾਂ ਦੀ, ਜੋ ਜੋ ਮਨੁੱਖ ਦੇ ਅੰਦਰ ਪੋਸਿਬਿਲਿਟੀਜ਼ ਨੇ, ਮੈਂ ਉਹਨਾਂ ਦੀ ਵਿਚਾਰ ਨਹੀਂ ਕਰ ਸਕਦਾ, ਅੰਤ ਨਹੀਂ ਪਾ ਸਕਦਾ, ਔਰ ਕੋਈ ਵੀ ਨਹੀਂ ਪਾ ਸਕਦਾ। ਇੱਕ ਹਕੀਕਤ ਹੈ, ਮਨੋਵਿਗਿਆਨਿਕ ਤੱਥ ਹੈ, ਇੱਕ ਬ੍ਰਹਿਮੰਡੀ ਸੱਚ ਹੈ, ਯੂਨੀਵਰਸਲ ਟਰੁਥ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਤੇ ਗੁਰੂ ਜੀ ਕਹਿੰਦੇ ਨੇ ਵਾਰਿਆ ਨਾ ਜਾਵਾਂ ਏਕ ਵਾਰ। ਦੇਖੋ ਕਿੰਨੀ ਨਿਮਰਤਾ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਵਿੱਚ ਹੈ। ਵਾਰਿਆ ਨਾ ਜਾਵਾਂ ਏਕ ਵਾਰ, ਹੈ ਮਾਲਕ ਮੇਰੇ ਵਿੱਚ ਤੇ ਇੰਨੀ ਸਮਰੱਥਾ ਵੀ ਨਹੀਂ ਕਿ ਮੈਂ ਤੇਰੇ ਤੋਂ ਵਾਰਨੇ ਸਦਕੇ ਜਾ ਸਕਾਂ। ਤੇਰੇ ਅੱਗੇ ਸਮਰਪਣ ਕਰਦੇ ਹਾਂ, ਸਰੈਂਡਰ ਹੋ ਜਾਵਾਂ। ਬੰਦੇ ਵਿੱਚ ਇੰਨੀ ਵੀ ਸਮਰੱਥਾ ਨਹੀਂ ਕਿ ਇਹ ਸਰੈਂਡਰ ਹੀ ਹੋ ਜਾਏ। ਦੇਖੋ ਸਰੈਂਡਰ ਕਰਨਾ ਸਭ ਤੋਂ ਸੌਖਾ ਹੈ ਨਾ, ਲੇਕਿਨ ਬੰਦਾ ਰੱਬ ਅੱਗੇ, ਕੁਦਰਤ ਅੱਗੇ ਸਰੈਂਡਰ ਹੋਣ ਲਈ ਤਿਆਰ ਨਹੀਂ। ਸਰੈਂਡਰ ਕਰਨ ਦੇ ਨਾਲ ਸਾਡੀ ਜ਼ਿੰਦਗੀ ਸੁਖੀ ਹੋ ਸਕਦੀ ਹੈ, ਸ਼ਾਂਤ ਹੋ ਸਕਦੀ ਹੈ। ਟਕਰਾਵ ਛੱਡਣਾ ਹੈ, ਟਕਰਾਵ ਛੱਡਣਾ ਹੈ, ਤੇ ਟਕਰਾਵ ਛੱਡਦਿਆਂ ਹੀ ਜ਼ਿੰਦਗੀ ਨੇ ਸੌਖੀ ਹੋ ਜਾਣਾ। ਜੇ ਇਹਨੂੰ ਸੌਖਾ ਸਮਝਣਾ ਹੋਵੇ ਨਾ, ਹੋਰ ਸੌਖਾ। ਵਾਰਿਆ ਨਾ ਜਾਵਾਂ ਇੱਕ ਵਾਰ ਕੀ ਸਮਰਪਣ ਕਰਨਾ, ਅਸੀਂ ਇਹਨੂੰ ਸੌਖਾ ਐਵੇਂ ਸਮਝ ਸਕਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਨਾ, ਹੁਣ ਤੱਕ ਅਸੀਂ 15 ਪੌੜੀਆਂ ਵਿਚਾਰੀਆਂ ਨੇ, ਤਾਂ ਸਮਰਪਣ ਕਰਨਾ ਕਿੰਨਾ ਸੌਖਾ ਹੈ ਕਿ ਅਸੀਂ ਗੁਰਮਤਿ ਅਨੁਸਾਰ ਜ਼ਿੰਦਗੀ ਸ਼ੁਰੂ ਕਰ ਦਈਏ। ਬੋਲਣਾ ਤਾਂ ਅਸਾਂ ਹੈ ਹੀ ਹੈ, ਸੱਚ ਬੋਲਣਾ ਸ਼ੁਰੂ ਕਰ ਦਈਏ ਔਰ ਪਿਆਰ ਦੇ ਨਾਲ ਬੋਲਣਾ ਸ਼ੁਰੂ ਕਰ ਦਈਏ, ਜ਼ਿੰਦਗੀ ਸੌਖੀ ਹੋ ਜਾਏਗੀ ਨਾ। ਸੁਣਨਾ ਤਾਂ ਅਸੀਂ ਹੈ ਹੀ, ਕਿਸੇ ਦੀ ਨਿੰਦਾ ਚੁਗਲੀ ਬਦਖੋਈ ਸੁਣਨੀ ਛੱਡ ਦਿਓ, ਸੱਚ ਸੁਣੋ, ਇਹ ਤਾਂ ਅਸੀਂ ਕਰ ਸਕਦੇ ਹਾਂ ਨਾ। ਅੱਖਾਂ ਨਾਲ ਵੇਖਣਾ ਤੇ ਹੈ ਹੀ ਹੈ, ਤੇ ਈਰਖਾ ਦਵੇਸ਼ ਨਾਲ ਨਾ ਵੇਖੋ, ਐਵੇਂ ਆਨੇ ਪਾੜ ਕੇ, ਤੇ ਕ੍ਰੋਧ ਦੇ ਨਾਲ ਨਾ ਵੇਖੋ। ਹਰ ਇੱਕ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝੋ, ਹਰ ਇੱਕ ਦੇ ਵਿੱਚ ਰੱਬ ਦੇ ਗੁਣਾਂ ਨੂੰ ਵੇਖੋ, ਹਰ ਇੱਕ ਨੂੰ ਆਪਣੇ ਵਰਗਾ ਵੇਖੋ,
ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਵਾਲਾ ਨਜ਼ਰੀਆ ਵੇਖਣਾ ਤੇ ਹੈ, ਤੇ ਐਵੇਂ ਵੇਖ ਲਓ ਸਭ ਮੈਂ ਜੋਤ ਜੋਤ ਐ ਸੋਈ। ਹੱਥਾਂ ਦੇ ਨਾਲ ਅਸੀਂ ਕਰਨਾ ਤੇ ਕੁਛ ਹੈ ਹੀ ਹੈ ਨਾ, ਤਾਂ ਇਹਦੇ ਨਾਲ ਸ਼ਰਾਬਾਂ ਔਰ ਨਸ਼ੇ ਨਾ ਪੀਓ। ਇਹ ਹੱਥ ਹੀ ਨੇ ਨਾ, ਭਾਵੇਂ ਸ਼ਰਾਬ ਪੀ ਲਓ ਤੇ ਭਾਵੇਂ ਪੰਜਾਂ ਪਿਆਰਿਆਂ ਅੱਗੇ ਬੁੱਕ ਕਰਕੇ ਤੇ ਅੰਮ੍ਰਿਤ ਲੈ ਲਓ, ਹੱਥ ਹੀ ਨੇ ਨਾ। ਇਹ ਹੱਥ ਹੀ ਨੇ, ਇਹਨਾਂ ਦੇ ਨਾਲ ਤੁਸੀਂ ਕਿਸੇ ਦਾ ਹੱਕ ਖਾ ਜਾਓ, ਕਿਸੇ ਨੂੰ ਕਤਲ ਕਰ ਦਿਓ, ਕਿਸੇ ਦੀਆਂ ਲੱਤਾਂ ਬਾਹਾਂ ਤੋੜ ਦਿਓ, ਪਰ ਇਹ ਹੱਕ ਨੇ, ਇਹ ਹੱਥ ਨੇ, ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਹੱਕ ਉਹਨੂੰ ਦੇ ਦਿਓ, ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਸਹਿਯੋਗ ਕਰ ਦਿਓ, ਇਹਨਾਂ ਹੱਥਾਂ ਦੇ ਨਾਲ ਆਪਣੀ ਦਸਾਂ ਨਵਾਂ ਦੀ ਕਿਰਤ ਕਰ ਲਓ ਇਮਾਨਦਾਰੀ ਦੀ। ਪੈਰਾਂ ਦੇ ਨਾਲ ਤੁਰਨਾ ਤੇ ਹੈ ਹੀ ਹੈ ਨਾ ਅਸਾਂ, ਤੇ ਤੁਰ ਕੇ ਬਾਬਿਆਂ ਦੇ ਡੇਰਿਆਂ ਵੱਲ ਨਾ ਜਾਓ, ਮੜੀਆਂ ਕਬਰਾਂ ਵੱਲ ਨਾ ਜਾਓ, ਜੂਏ ਖਾਨਿਆਂ ਵੱਲ ਨਾ ਜਾਓ, ਆਪਣੀ ਕਿਰਤ ਵਾਲੇ ਪਾਸੇ ਜਾਓ, ਗੁਰਦੁਆਰੇ ਸਾਹਿਬ ਚਲੇ ਜਾਓ, ਆਪਣੀ ਕਿਰਤ ਕਰੋ, ਭਲੇ ਰਾਹਾਂ ਤੇ ਤੁਰੋ। ਤੇ ਮਨ ਸਾਡੇ ਨੇ ਸੋਚਣਾ ਤੇ ਹੈ, ਦੇਖੋ ਦਿਮਾਗ ਦੇ ਵਿੱਚ ਸੋਚਾਂ ਆਉਣੀਆਂ ਹੀ ਨੇ, ਇੱਕ ਪਲ ਵੀ ਮਨ ਵਿਹਲਾ ਨਹੀਂ ਰਹਿਣਾ, ਇਹਦੇ ਅੰਦਰ ਵਿਚਾਰ ਆਉਣੇ ਨੇ, ਲਾਜ਼ਮੀ ਹੈ, ਆਉਣੇ ਵੀ ਚਾਹੀਦੇ ਨੇ। ਤੇ ਈਰਖਾ ਦਵੇਸ਼ ਨਾ ਸੋਚੋ, ਐਵੇਂ ਨੈਗੇਟਿਵ ਨਾ ਸੋਚੋ, ਪੋਜ਼ਿਟਿਵ ਸੋਚੋ। ਕਿਉਂ ਸੋਚਦੇ ਹੋ ਕਿ ਮੇਰੇ ਤੋਂ ਕੁਛ ਨਹੀਂ ਹੋਣਾ, ਹੁਣ ਕਿੱਥੇ ਹੋਣਾ ਹੈ, ਹੁਣ ਤੇ ਮੈਂ ਬੁੱਢਾ ਹੋ ਗਿਆ, ਹੁਣ ਤੇ ਗੋਡੇ ਨਹੀਂ ਰਹਿ ਗਏ, ਹੁਣ ਤੇ ਮੈਨੂੰ ਰੱਬ ਚੁੱਕ ਹੀ ਲਵੇ। ਜਦੋਂ ਉਹਨੇ ਚੁੱਕਣਾ ਉਹਨੇ ਬਿਨਾਂ ਕਹਿਣ ਤੋਂ ਚੁੱਕ ਲੈਣਾ ਹੈ, ਪਰ ਪਹਿਲੋਂ ਹੀ ਤਾਂ ਨਾ ਚੁੱਕੀ ਫਿਰੋ ਆਪਣੇ ਆਪ ਨੂੰ, ਪਹਿਲਾਂ ਹੀ ਤਾਂ ਨਾ ਮਰੀ ਜਾਓ। ਸਵੇਰੇ ਉੱਠਦਿਆਂ ਸਾਰ ਕਹੋ, ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਮੇਰੇ ਚਿਹਰੇ ਤੇ ਨੂਰ ਹੈ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੇਰੀਆਂ ਅੱਖਾਂ ਵਿੱਚ ਚਮਕ ਹੈ, ਮੈਂ ਉਤਸ਼ਾਹ ਦੇ ਨਾਲ ਭਰਿਆ ਹੋਇਆ ਹਾਂ, ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ, ਮੇਰਾ ਵਿਹਾਰ ਬੜੇ ਪਿਆਰ ਔਰ ਸਤਿਕਾਰ ਵਾਲਾ ਹੈ, ਮੈਂ ਹਰ ਇੱਕ ਦੇ ਨਾਲ ਪਿਆਰ ਕਰਨਾ, ਹਰ ਇੱਕ ਨਾਲ ਸਤਿਕਾਰ ਕਰਨਾ, ਇਮਾਨਦਾਰੀ ਨਾਲ ਮੈਂ ਆਪਣੇ ਕਰਮ ਕਰਦਾ ਹਾਂ, ਮੈਨੂੰ ਆਪਣਾ ਕੰਮ ਵਕਤ ਦੇ ਨਾਲ ਕਰਕੇ ਬੜੀ ਖੁਸ਼ੀ ਹੁੰਦੀ ਹੈ, ਮੈਂ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਸੱਜਣਾ ਮਿੱਤਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ। ਕਿਉਂ ਅਸੀਂ ਇੰਝ ਬੈਠੇ ਹਾਂ? ਰਿਲੈਕਸ ਕਰ ਲਓ ਥੋੜਾ ਮੱਥੇ ਨੂੰ, ਐਵੇਂ ਰਹਿ ਸਕਦੇ ਆ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵਾਰਿਆ ਨਾ ਜਾਵਾਂ ਇੱਕ ਵਾਰ, ਮਨੁੱਖ ਦੀ ਸਮੱਸਿਆ ਦੇਖੋ ਵੀ ਇਹ ਸਰੈਂਡਰ ਵੀ ਨਹੀਂ ਹੋ ਰਿਹਾ, ਇਹ ਸੰਘਰਸ਼ ਕਰਨਾ ਛੱਡ ਨਹੀਂ ਰਿਹਾ ਕੁਦਰਤ ਦੇ ਖਿਲਾਫ। ਤੇ ਗੁਰਮਤਿ ਅਨੁਸਾਰ ਜ਼ਿੰਦਗੀ ਜੀਣਾ ਸੌਖਾ ਸੀ, ਪਰ ਇਹਨੇ ਉਹਨੂੰ ਅਪਣਾਇਆ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੁਣ ਚੰਗਾ ਕੰਮ ਕਿਹੜਾ ਹੈ ਇਸ ਦੁਨੀਆ ਵਿੱਚ? ਸਾਡੀ ਜ਼ਿੰਦਗੀ ਦੇ ਅੰਦਰ ਚੰਗਿਆਈ ਕੀ ਹੈ? ਸਭ ਤੋਂ ਚੰਗਾ ਕੰਮ ਕਿਹੜਾ ਹੈ? ਅਸੀਂ ਕਿਹੜਾ ਕੰਮ ਕਰੀਏ? ਪੁੱਛਣੇ ਆ ਨਾ ਵੀ ਚੰਗੀ ਜ਼ਿੰਦਗੀ ਕਿਹੜੀ ਹੈ, ਚੰਗੇ ਕੰਮ ਕਿਹੜੇ ਨੇ? ਗੁਰੂ ਜੀ ਕਹਿੰਦੇ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਪ੍ਰਭੂ, ਉਹ ਕੰਮ ਚੰਗਾ ਹੈ ਜਿਹੜਾ ਤੈਨੂੰ ਭਾ ਜਾਏ, ਯਾਨੀ ਜਿਹੜਾ ਕੰਮ ਤੇਰੇ ਭਾਣੇ ਤੋਂ ਵਿਰੁੱਧ ਹੈ ਉਹ ਕੰਮ ਚੰਗਾ ਨਹੀਂ ਹੈ। ਜੋ ਲਾ ਆਫ ਨੇਚਰ ਨੂੰ ਮੈਂ ਤੋੜ ਕੇ ਕਰ ਰਿਹਾ ਉਹ ਕੰਮ ਚੰਗਾ ਨਹੀਂ, ਜੋ ਸਿਸਟਮ ਮੁਤਾਬਕ ਹੈ ਉਹ ਕੰਮ ਚੰਗਾ ਹੈ, ਜੋ ਤੈਨੂੰ ਭਾਏ। ਗੁਰੂ ਨੂੰ ਹੁਣ ਕੀ ਚੰਗਾ ਲੱਗੇਗਾ? ਰੱਬ ਨੂੰ ਕੀ ਚੰਗਾ ਲੱਗੇਗਾ? ਕੀ ਅਸੀਂ ਇੱਕ ਦੂਜੇ ਨੂੰ ਗਾਲਾਂ ਕੱਢੀਏ ਤੇ ਰੱਬ ਬੜਾ ਖੁਸ਼ ਹੋਏਗਾ? ਨਹੀਂ ਨਾ। ਤੇ ਜੇ ਅਸੀਂ ਇੱਕ ਦੂਜੇ ਦੀਆਂ ਲਿੰਬਾਂ ਪੁੱਟੀਏ, ਮੇਰੀਆਂ ਲਿੰਬਾਂ ਤੁਹਾਡੇ ਹੱਥਾਂ 'ਚ, ਤੁਹਾਡੀਆਂ ਮੇਰੇ 'ਚ ਹੋਣ, ਤੇ ਕੀ ਰੱਬ ਬੜਾ ਖੁਸ਼ ਹੋਏਗਾ ਕਿ ਮੇਰੀ ਆ ਪੈਦਾਇਸ਼ ਕਿਵੇਂ ਲੜਦੀ ਫਿਰਦੀ ਹੈ? ਨਹੀਂ ਨਾ। ਕਿਹੜਿਆਂ ਕੰਮਾਂ ਤੋਂ ਖੁਸ਼ ਹੋਏਗਾ ਰੱਬ? ਜਿਹੜੇ ਉਹਨੂੰ ਭਾਉਂਦੇ ਨੇ, ਸੱਚ, ਦਇਆ, ਔਰ ਇੱਕੋ ਹੀ ਕੰਮ ਹੈ ਨਾ, ਹੁਕਮ ਰਜ਼ਾਈ ਚੱਲਣਾ, ਉਹਦੇ ਸਿਸਟਮ ਦੇ ਵਿੱਚ ਰਹਿਣਾ। ਸਿਸਟਮ ਨੂੰ ਫੋਲੋ ਕਰੋ। ਦੇਖੋ ਅਸੀਂ ਆਪਣੇ ਕਾਨੂੰਨ ਬਣਾਏ ਨੇ ਨਾ, ਯਾਤਾਯਾਤ ਦੇ ਨੇਮ ਨੇ, ਲਾਲ ਬੱਤੀ ਤੇ ਅਸੀਂ ਰੁਕਦੇ ਹਾਂ, ਤਾਂ ਟ੍ਰੈਫਿਕ ਡਰਾਈਵਿੰਗ ਕਿਹਦੀ ਚੰਗੀ ਮੰਨੀ ਜਾਏਗੀ? ਜਿਹੜਾ ਟ੍ਰੈਫਿਕ ਰੂਲਾਂ ਨੂੰ ਫੋਲੋ ਕਰਦਾ ਸਹੀ ਢੰਗ ਦੇ ਨਾਲ, ਉਹ ਚੰਗਾ ਡਰਾਈਵਰ ਹੈ। ਤੇ ਚੰਗਾ ਇਨਸਾਨ ਕਿਹੜਾ? ਜਿਹੜਾ ਰੱਬ ਦੇ ਨਿਯਮਾਂ ਨੂੰ ਫੋਲੋ ਕਰਦਾ ਹੈ, ਗੁਰੂ ਦੇ ਨਿਯਮਾਂ ਨੂੰ ਫੋਲੋ ਕਰਦਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਪ੍ਰਭੂ, ਉਹ ਕੰਮ ਚੰਗਾ ਹੈ ਜੋ ਤੇਰੇ ਭਾਣੇ ਵਿੱਚ ਰਹਿ ਕੇ ਕੀਤਾ ਜਾਏ। ਆ ਜਿਹੜੇ ਕਰਮ ਕਾਂਡ, ਤੀਰਥ ਨਾਵਾਂ ਦੇ ਤਿਸਭਾਵਾਂ, ਇਹ ਵਾਧੂ ਦੇ ਕਰਮ ਨੇ। ਵਰਤਨ ਰਾਤੇ ਵਾਧੂ ਦੇ ਕਰਮ ਨੇ। ਮੜੀਆਂ ਮਸਾਣਾਂ ਨੂੰ ਮੱਥਾ ਟੇਕਣਾ ਵਾਧੂ ਦੇ ਕਰਮ ਨੇ। ਸ਼ਨੀਵਾਰ ਨੂੰ ਛੋਲਿਆਂ ਕਾਲਿਆਂ ਦੇ ਪ੍ਰਸ਼ਾਦ ਬਣਾਉਣੇ ਵਾਧੂ ਦੇ ਕਰਮ ਨੇ। ਪਾਈਆ ਛੋਲਿਆਂ ਨਾਲ ਸ਼ਨੀ ਗ੍ਰਹਿ ਨੇ ਅੱਗੇ ਪਿੱਛੇ ਨਹੀਂ ਹੋਣਾ, ਬੜਾ ਵੱਡਾ ਹੈ ਉਹ, ਧਰਤੀ ਨਾਲੋਂ ਕਈ ਗੁਣਾ ਵੱਡਾ ਹੈ। ਵੀਰਵਾਰ ਜੇ ਕੋਈ, ਮੰਗਲਵਾਰ ਕੋਈ 4 ਕੇਲੇ ਗੁਰਦੁਆਰੇ ਚੜਾ ਜਾਓਗੇ ਨਾ, ਪੀਲਾ ਪ੍ਰਸ਼ਾਦ, ਤੇ ਉਹਦੇ ਨਾਲ ਤੁਹਾਡਾ ਕੁਛ ਨਹੀਂ ਬਦਲਣ ਲੱਗਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੇਰੀ ਰਜਾ ਦੇ ਅੰਦਰ ਜੀਵਨ ਜੀਣਾ ਉਹ ਭਲਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਸਦਾ ਹੈ, ਸਲਾਮਤ ਹੈ ਔਰ ਨਿਰਾਕਾਰ ਹੈ। ਤੇਰਾ ਕੋਈ ਆਕਾਰ ਨਹੀਂ, ਤੇਰੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ, ਸਾਰਿਆਂ ਦੇ ਵਿੱਚ ਤੂੰ ਹੀ ਸਮਾਇਆ ਹੋਇਆ ਹੈ। ਤਾਂ ਗੁਰੂ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ
ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਸਮਝੀਏ, ਅਸੀਂ ਪੰਚ ਬਣੀਏ, ਯਾਨੀ ਸਚਿਆਰ ਬਣਨ ਦਾ ਯਤਨ ਕਰੀਏ, ਸਚਿਆਰ ਵਾਲੀ ਜ਼ਿੰਦਗੀ ਜੀਵੀਏ। ਅਸੀਂ ਧਰਮ ਨੂੰ ਸਮਝੀਏ ਕਿ ਧੌਲ ਧਰਮ ਹੈ, ਜੋ ਬਜਵੇਂ ਨੇਮ ਨੇ ਉਹਨਾਂ ਅਨੁਸਾਰ ਸੰਸਾਰ ਚੱਲ ਰਿਹਾ ਹੈ। ਕੋਈ ਵੱਖਰੀਆਂ ਵੱਖਰੀਆਂ ਸ਼ਕਤੀਆਂ ਇਸ ਸੰਸਾਰ ਨੂੰ ਪੈਦਾ ਕਰਨ ਵਾਲੀਆਂ, ਚਲਾਉਣ ਵਾਲੀਆਂ, ਵਿਨਾਸ਼ ਕਰਨ ਵਾਲੀਆਂ ਨਹੀਂ ਹਨ। ਉਹ ਇੱਕੋ ਹੀ ਹੈ, ਉਹਦੇ ਹੁਕਮ ਦੇ ਅੰਦਰ ਹੀ ਸਾਰੀ ਕਿਰਤਕਾਰ ਹੈ। ਇੱਥੇ ਅਨੰਤ ਦਾਤਾਂ ਨੇ, ਅਨੰਤ ਗੁਣ ਨੇ, ਤੁਹਾਡੇ ਅੰਦਰ ਅਨੰਤ ਸੰਭਾਵਨਾਵਾਂ ਨੇ ਵਿਕਾਸ ਦੀਆਂ, ਔਰ ਅਨੰਤ ਗੁਣਾਂ ਦੀਆਂ ਸੰਭਾਵਨਾਵਾਂ ਨੇ। ਰੱਬ ਵਰਗੇ ਅਸੀਂ ਹੋ ਕੇ ਜੀ ਸਕਦੇ ਹਾਂ। ਉਹਦੇ ਵਾਸਤੇ ਇੱਕ ਹੀ ਨਿਯਮ ਹੈ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤਾਂ ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਜੋ ਪੌੜੀ ਅਸਾਂ ਵਿਚਾਰੀ ਹੈ, ਇਹਦੇ ਵਿੱਚ ਜੇ ਕਿਸੇ ਵੀਰ ਭੈਣ ਦਾ ਸਵਾਲ ਹੋਵੇ ਤਾਂ ਉਹ ਸਵਾਲ ਕਰ ਸਕਦਾ ਹੈ। ਹੁਣ ਅਗਲੀ ਕਾਰਵਾਈ ਵੀਰ ਜੀ ਆਨਲਾਈਨ ਆ ਗਏ ਨੇ ਤੇ ਆਪਣਾ ਬਤਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਆਪ ਜੀ ਦਾ ਹਮੇਸ਼ਾ ਦੀ ਤਰ੍ਹਾਂ। ਸਾਰੀਆਂ ਸੰਗਤਾਂ ਨੇ ਅੱਜ ਦੀ ਕਥਾ ਸੁਣ ਲਈ ਹੈ ਜੀ, ਤੇ ਜਿੱਦਾਂ ਹਮੇਸ਼ਾ ਹੀ ਆਪ ਜੀ ਨੂੰ ਬੇਨਤੀ ਕਰਦੇ ਹੁੰਦੇ ਆ ਕਿ ਤੁਸੀਂ ਅੱਜ ਦੀ ਜਿਹੜੀ ਕਥਾ ਹੋਈ ਹੈ, ਇਹਦੇ ਵਿੱਚੋਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਹੁਣੇ ਹੀ ਤੁਸੀਂ ਅਨਮਿਊਟ ਹੋ ਜਾਓ। ਤੇ ਹਾਂਜੀ, ਸਾਡੇ ਨਾਲ ਇਸ ਵੇਲੇ ਜੀ ਆਪਣੇ ਬੰਬੇ ਤੋਂ ਸਤਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਅਨਮਿਊਟ ਹੋਏ ਆ। ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ ਸਵਾਲ ਰੱਖੋ, ਤੇ ਉਹ ਤੇ ਅੱਗੇ ਹੋਰ ਕੋਈ ਨਹੀਂ ਹੈਗਾ ਜੀ। ਆਪਣੇ ਜਲਦੀ ਜਲਦੀ ਕਰ ਅਨਮਿਊਟ ਹੋ ਜਾਓ ਤਾਂ ਕਿ ਅਸੀਂ ਵਾਰੀ ਵਾਰੀ ਫਿਰ ਸਾਰਿਆਂ ਨੂੰ ਵਾਰੀ ਦੇ ਦਈਏ। ਸਤਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵੀਰ ਜੀ ਕਲੀਅਰ ਹੈ ਮੇਰੀ ਆਵਾਜ਼ ਭਾਈ ਸਾਹਿਬ ਜੀ? ਹਾਂਜੀ, ਆ ਰਹੀ ਜੀ, ਆ ਰਹੀ। ਓਕੇ, ਅੱਛਾ ਭਾਈ ਸਾਹਿਬ ਜੀ, ਜਿਹੜੇ ਇਹ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ ਮਾਨ, ਹਾਂਜੀ, ਇਹ ਇਸ ਤਰ੍ਹਾਂ ਨਹੀਂ ਹੋਏਗਾ ਕਿ ਜਿਸ ਤਰ੍ਹਾਂ ਮੇਰੀ ਗੁੱਡ ਕੁਆਲਿਟੀਜ਼ ਹੈਗੀਆਂ ਨੇ, ਜਿਸ ਤਰ੍ਹਾਂ ਨਾਲ ਮੈਂ ਆਪਣੀ ਲਾਈਫ ਨੂੰ ਜੀਵਾਂਗਾ, ਤੇ ਉਹਨਾਂ ਨੂੰ ਹੀ ਪ੍ਰਵਾਨਗੀ ਮਿਲੇਗੀ, ਉਹੀ ਪ੍ਰਧਾਨ ਬਣਨਗੇ, ਉਹਦੇ ਕਾਰਨ ਹੀ ਮੇਰੀ ਲਾਈਫ ਚੱਲੀ ਹੋਏਗੀ, ਤੇ ਉਹੀ ਸਰਮੋਰ ਬਣਨਗੇ। ਜਿਹੜੇ ਮਤਲਬ ਲਾਅ ਆਫ ਨੇਚਰ ਦੇ ਹਿਸਾਬ ਨਾਲ ਧਰਮ ਦੇ ਵਿੱਚ ਜੀਣ ਵਾਲੇ ਮੇਰੇ ਗੁਣ ਹੈਗੇ ਨੇ। ਹਾਂਜੀ, ਅਗਰ ਮੈਂ ਅਵਗੁਣ, ਇੱਥੇ ਨਾ ਪੰਚ ਦਾ ਮਤਲਬ ਹੈਗਾ ਜਿਹੜਾ ਸਚਿਆਰ ਹੋ ਗਿਆ। ਜਿਹੜੀਆਂ ਪਿਛਲੀਆਂ ਪੌੜੀਆਂ ਨਾ ਸੁਣਿਆ ਮੰਨਿਆ ਵਾਲੀਆਂ, ਜਿਨ੍ਹਾਂ ਨੇ ਉਹਨਾਂ ਪਿਛਲੀਆਂ ਪੌੜੀਆਂ ਦੇ ਉੱਤੇ ਅਮਲ ਕਰ ਲਿਆ, ਉਹ ਬੰਦੇ ਪੰਚ ਹੋ ਗਏ। ਪੰਚ ਦਾ ਮਤਲਬ ਸਚਿਆਰ, ਸਿਰਮੌਰ, ਸ੍ਰੇਸ਼ਟ ਬੰਦੇ, ਚੰਗੇ ਗੁਣਾਂ ਵਾਲੇ ਬੰਦੇ। ਉਹ ਪ੍ਰਵਾਨ ਨੇ ਹਰ ਥਾਂ ਤੇ, ਉਹ ਹੀ ਪ੍ਰਧਾਨ ਨੇ। ਯਾਨੀ ਸਾਨੂੰ ਆਪਣੇ ਆਗੂ ਵੀ ਐਵੇਂ ਦੇ ਬਣਾਉਣੇ ਚਾਹੀਦੇ ਨੇ ਜਿਹੜੇ ਸ਼ੁਭ ਗੁਣਾਂ ਵਾਲੇ ਨੇ ਔਰ ਜਿਹੜੇ ਸਚਿਆਰ ਨੇ। ਇੱਥੇ ਪੰਚ ਦਾ ਮਤਲਬ ਅਸੀਂ ਸਚਿਆਰ ਲਵਾਂ, ਤੇ ਸਚਿਆਰ ਉਹ ਵੀ ਜਿਹਦੇ ਅੰਦਰ ਕੁਆਲਿਟੀਜ਼ ਨੇ। ਧੰਨਵਾਦ, ਮਿਹਰਬਾਨੀ ਸਤਿੰਦਰ ਸਿੰਘ ਜੀ। ਸਾਡੇ ਨਾਲ ਅਵਤਾਰ ਸਿੰਘ ਜੀ ਭਾਜੀ ਅਨਮਿਊਟ ਹੋਏ ਆ। ਭਾਜੀ ਤੁਸੀਂ ਗੱਲ ਕਰਨੀ ਤਾਂ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਗਿਆਨੀ ਜੀ। ਮੈਂ ਇਹਦੇ ਪੌੜੀ ਦੇ ਨਾਲ ਨਹੀਂ ਜੀ ਹੈਗਾ ਤੁਲਕ, ਮੈਂ ਉਦਾਂ ਪੁੱਛਣਾ ਕਿ ਗੁਰਦੁਆਰਿਆਂ ਦੇ ਵਿੱਚ ਜਿੱਥੇ ਮਹਾਰਾਜ ਦੀ ਬੀੜ ਸੁਖਾਸਨ ਕਰਦੇ ਆ, ਉੱਥੇ ਏਅਰ ਕੰਡੀਸ਼ਨ ਲਾਓ, ਇਹ ਕਰੋ, ਕੰਬਲ ਉੱਤੇ ਦਿੰਦੇ ਆ, ਇਹ ਉਹ, ਇਹ ਕਿਆ ਸਹੀ ਆ ਜੀ? ਇਹ ਨਹੀਂ ਵੀਰ ਜੀ, ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ। ਹਾਂਜੀ, ਤੇ ਸ਼ਬਦ ਗੁਰੂ ਨੂੰ ਠੰਡ ਜਾਂ ਗਰਮੀ ਨਹੀਂ ਲੱਗਦੀ ਹੈ, ਤੇ ਉਹ ਬਹੁਤ ਸਾਰੀਆਂ ਸਗੋਂ ਗਲਤ ਘਟਨਾਵਾਂ ਘਟ ਜਾਂਦੀਆਂ ਨੇ। ਕਈ ਵਾਰੀ ਅਸੀਂ ਏਸੀ ਲਗਾ ਦਿੰਨੇ ਆ, ਹਾਂਜੀ, ਤੇ ਉਹ ਏਸੀ ਦਿਨ ਰਾਤ ਚੱਲਦਾ ਰਹਿੰਦਾ, ਤੇ ਉਹ ਗਰਮ ਹੋ ਕੇ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ। ਹੁਣ ਤਾਂ ਅਕਾਲ ਤਖਤ ਤੋਂ ਜਿਹੜੇ ਜਥੇਦਾਰ ਜੀ ਨੇ ਆਪਣੇ ਭਾਈ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਵੀ ਇੱਕ ਆਦੇਸ਼ ਦਿੱਤਾ ਹੈ ਕਿ ਤੁਸੀਂ ਸਿਰਫ ਇੱਕ ਛੋਟਾ ਜਿਹਾ ਬਲਬ ਜਗਾਓ, ਬਾਕੀ ਉੱਥੇ ਨਾ ਕੁਛ ਲਗਾਇਆ ਜਾਏ। ਯਾਨੀ ਗੁਰੂ ਜੀ ਨੂੰ ਸਰਦੀ ਗਰਮੀ ਨਹੀਂ ਲੱਗਦੀ, ਤੇ ਗੁਰੂ ਜੀ ਸਰਦੀ ਗਰਮੀ ਤੋਂ ਰਹਿਤ ਨੇ, ਕਿਉਂਕਿ ਸ਼ਬਦ ਗੁਰੂ ਨੇ। ਤੇ ਸਾਨੂੰ ਉਹਨਾਂ ਕੁ ਟੈਂਪਰੇਚਰ ਜਾਂ ਰੱਖਣਾ ਚਾਹੀਦਾ ਜਿਸ ਦੇ ਨਾਲ ਗੁਰੂ ਜੀ ਦੇ ਜਿਹੜੇ ਸਰੂਪ ਹੈ ਉਹਨੂੰ ਕੋਈ ਨੁਕਸਾਨ ਨਾ ਹੋਵੇ। ਇਸ ਕਰਕੇ ਗਰਮੀਆਂ ਵਿੱਚ ਮਤਲਬ ਰਜਾਈਆਂ ਦੇਣੀਆਂ ਜਾਂ ਪਤਲੇ ਕੱਪੜੇ, ਇਹ ਸਾਡਾ ਇੱਕ ਵਹਿਮ ਹੈਗਾ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਜੀ ਅਵਤਾਰ ਸਿੰਘ ਜੀ ਤੁਹਾਡਾ ਵੀ। ਤੇ ਸੁਵਿੰਦਰ ਕੌਰ ਜੀ ਤੁਸੀਂ ਕੁਝ ਪੁੱਛਣਾ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ। ਫਤਿਹ ਮੇਰੀ ਭੈਣ। ਹਾਂਜੀ, ਜੀਆ ਜਾਤ ਰੰਗਾ ਕੇ ਨਾਮ, ਸਭਨਾ ਲਿਖਿਆ ਬੁੜੀ ਕਲਾਮ। ਇਹ ਗਿਆਨੀ ਜੀ ਜਰਾ ਦੁਬਾਰਾ ਦੱਸੋਗੇ?
ਹਾਂਜੀ, ਇਹਨੂੰ ਜੀਆ ਨਹੀਂ ਪੜਨਾ, ਇਹਨਾਂ ਜੀ ਪੜਨਾ। ਜਦੋਂ ਵੀ ਕਿਸੇ ਅਕਸ਼ਰ ਦੇ ਨਾਲ ਬਿਹਾਰੀ ਜਾਂ ਸਿਹਾਰੀ ਜਾਂ ਲਾਂ ਦਲਾਂ ਲੱਗੀ ਹੋਵੇ ਤੇ ਉਸ ਤੇ ਅੱਗੇ ਐੜਾ ਖਾਲੀ ਹੋਏ ਤਾਂ ਉਹਨੂੰ ਅ ਕਰਕੇ ਨਹੀਂ ਬੁਲਾਣਾ, ਉਹ ਪਹਿਲੀ ਮਾਤਰਾ ਨੂੰ ਲੰਬੀ ਕਰ ਦੇਣਾ। ਜਿਵੇਂ ਜੀ ਨੂੰ ਅਸੀਂ ਲੰਬੀ ਕਰਾਂਗੇ ਤੇ ਅ ਆਪੇ ਬੁੱਲ ਜਾਏਗਾ। ਜੀਆ ਨਹੀਂ ਪੜਨਾ ਸਾਰੇ ਵੀ। ਅੱਛਾ ਜੀ। ਜੀ ਜਾਤ ਰੰਗਾਂ ਕੇ ਨਾਮ, ਨਾਮ ਦਾ ਮਤਲਬ ਕਈ ਨਾਮ ਨੇ, ਜਾਤ ਦਾ ਮਤਲਬ ਉਹਨਾਂ ਦੀਆਂ ਕਈ ਜਿਨਸਾਂ ਨੇ, ਕਈ ਜਾਤੀਆਂ ਕਈ ਜਿਨਸਾਂ ਰੰਗਾਂ ਦੇ ਜੀਵ ਜੰਤ ਨੇ। ਜੀ ਤੇ ਸਭਨਾ ਲਿਖਿਆ ਗੂੜੀ ਕਲਾਮ, ਵੀ ਜੇ ਸਾਰੇ ਮਿਲ ਕੇ ਵੀ ਗੂੜੀ ਕਲਾਮ ਦਾ ਮਤਲਬ ਲਗਾਤਾਰ ਕਲਮ ਚਲਾਨ ਲਿਖਣ ਤਾਂ ਵੀ ਉਸ ਰੱਬ ਦਾ ਲੇਖਾ ਨਹੀਂ ਲਿਖ ਸਕਦੇ। ਇੱਕ ਅਰਥ ਤੇ ਇਸ ਤਰ੍ਹਾਂ ਕੀਤਾ ਹੈ, ਤੇ ਦੂਜਾ ਅਰਥ ਇਹਦਾ ਇਹ ਵਿਦਵਾਨਾਂ ਨੇ ਕੀਤਾ ਹੈ ਵੀ ਜਿੰਨੇ ਵੀ ਜੀਵ ਜੰਤ ਨੇ ਉਹ ਸਾਰੇ ਹੀ ਉਸ ਲਿਖੇ ਹੋਏ ਕਲਮ ਦੇ ਅੰਦਰ ਨੇ, ਹੁਕਮ ਦੇ ਅੰਦਰ ਨੇ, ਹੁਕਮ ਤੋਂ ਬਾਹਰ ਕੋਈ। ਹਾਂਜੀ ਧੰਨਵਾਦ। ਹਾਂਜੀ, ਠੀਕ ਹੈ, ਮਿਹਰਬਾਨੀ ਜੀ। ਕੁਲਦੀਪ ਕੌਰ ਜੀ, ਤੁਸੀਂ ਅਨਮਿਊਟ ਹੈ, ਤੁਸੀਂ ਗੱਲ ਕਰ ਲਓ। ਤੇ ਬਾਅਦ ਦੇ ਵਿੱਚ ਹੋਰ ਹੈ ਨਹੀਂ ਕੋਈ ਵੀ ਜੀ, ਤੇ ਜੇ ਕਿਸੇ ਨੇ ਪੁੱਛਣਾ ਤਾਂ ਜ਼ਰੂਰ ਆਪਣਾ ਅਨਮਿਊਟ ਕਰ ਲਓ। ਕੁਲਦੀਪ ਕੌਰ ਜੀ। ਗਿਆਨੀ ਜੀ, ਹਾਂਜੀ, ਜਿਸ ਤਰ੍ਹਾਂ ਇਸ ਵੀਰ ਨੇ ਕਿਹਾ ਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਦੀ 에ਅਰ ਕੰਡੀਸ਼ਨਿੰਗ ਲਾਉਂਦੇ ਆ, ਕਦੀ ਰਜਾਈਆਂ ਦਿੰਨੇ ਆ। ਪਰਸੋਂ ਚੌਥ ਮੈਂ ਪ੍ਰੋਗਰਾਮ ਦੇਖ ਰਹੀ ਸੀ ਕਿ ਇੱਕ ਹਿੰਦੂਆਂ ਦਾ, ਉਹ ਸੀਤਾ ਤੇ ਰਾਮ ਦਾ 6-6 ਫੁੱਟ ਦੇ ਸਟੈਚੂ ਲਾਏ ਹੋਏ ਸੀ, ਤੇ ਉਹ ਪਾਣੀ ਦੀ ਠੰਡੀ ਬੋਤਲ ਉਹਨੂੰ ਪਿਲਾ ਰਿਹਾ ਸੀ ਰਾਮ ਨੂੰ। ਹਾਂਜੀ, ਜਦੋਂ ਮੈਂ ਉਹ ਦੇਖਿਆ ਤੇ ਉਦੋਂ ਫਿਰ ਮੈਨੂੰ ਖਿਆਲ ਆ ਗਿਆ ਕਿ ਅਸੀਂ ਵੀ ਆਪਣੀਆਂ ਉਹਦੇ ਵਿੱਚੋਂ ਰੀਤਾਂ ਕੱਢ ਲਈਆਂ ਕਿ ਇਹਨਾਂ ਦੇ ਰਾਮ ਨੂੰ ਪਿਆਸ ਲੱਗਦੀ ਹੈ ਗਰਮੀ ਦੇ ਵਿੱਚ, ਤੇ ਸਾਡੇ ਵੀ ਤੇ ਗੁਰੂ ਨੂੰ ਠੰਡ ਲੱਗਦੀ ਹੈ ਜਾਂ ਉਹਨੂੰ ਗਰਮੀ ਲੱਗਦੀ ਹੈ, ਤੇ ਅਸੀਂ ਕਿਉਂ ਨਾ ਉਹਨੂੰ ਕਵਰ ਕਰੀਏ, ਤੇ ਅਸੀਂ ਕਿਉਂ ਨਾ 에ਅਰ ਕੰਡੀਸ਼ਨਾਂ ਲਾਈਏ। ਅਸੀਂ ਤਾਂ ਭੁੱਲ ਹੀ ਜਾਂਦੇ ਆ ਕਿ ਵੀ ਅਸੀਂ ਉਹਨਾਂ ਵਾਂਗੂ ਫੋਲੋ ਨਹੀਂ ਕਰਨਾ ਸੀ। ਇਹ ਸਾਡਾ ਤੇ ਸ਼ਬਦ ਹੈ, ਇਹ ਤਾਂ ਲਿਖਿਆ ਹੀ ਸ਼ਬਦ ਹੈ। ਗੁਰੂਆਂ ਨੇ ਤਾਂ ਕਿਹਾ ਹੀ ਨਹੀਂ ਕਦੀ ਕਿ ਮੈਨੂੰ ਮੰਨਿਓ ਕਿ ਮੈਨੂੰ ਠੰਡ ਲੱਗਦੀ ਹੈ, ਜਾਂ ਸ਼ਬਦ ਲਿਖਿਆ, ਬਾਣੀ ਲਿਖੀ, ਅੱਖਰਾਂ ਨੂੰ ਕੀ ਠੰਡੀ ਗਰਮੀ ਲੱਗਦੀ ਹੈ। ਅਸਲ 'ਚ ਨਾ ਕਈ ਕੁਛ ਜਿਹੜਾ ਹੈ ਨਾ, ਬਹੁਤਾ ਬਾਬਿਆਂ ਦੇ ਡੇਰਿਆਂ ਦੇ ਉੱਤੋਂ ਇਹ ਕਰਮ ਕਾਂਡ ਜਿਹੜੇ ਨੇ ਉਹ ਆਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਸਾਂਭ ਸੰਭਾਲ ਸਾਨੂੰ ਬਹੁਤ ਚੰਗੇ ਢੰਗ ਦੇ ਨਾਲ ਕਰਨੀ ਚਾਹੀਦੀ ਹੈ। ਚੰਗੇ ਰੁਮਾਲੇ ਹੋਣ ਜਾਂ ਗੱਦੀਆਂ ਦੀ ਅਸੀਂ ਵਰਤੋਂ ਕਰਦੇ ਹਾਂ, ਜਿਸ ਕਰਕੇ ਗੁਰੂ ਜੀ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਏ। ਸਾਡਾ ਸਤਿਕਾਰ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਪਰ ਕਈ ਥਾਵਾਂ ਤੇ ਕਰਮ ਕਾਂਡ ਨੇ, ਜਿਵੇਂ ਅਸੀਂ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਪਿਆਰੇ ਨੇ ਮੂਰਤੀ ਨੂੰ ਦੁੱਧ ਜਾਂ ਪਾਣੀ, ਤਾਂ ਅਸੀਂ ਉਹ ਕਰ ਰਹੇ ਹਾਂ। ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿੱਛੇ ਗੱਲ ਹੋਈ ਸੀ ਨਾ ਕਿ ਅਸੀਂ ਵੀ ਸਵੇਰੇ ਭਾਈ ਜੀ ਚਾਹ ਦੀ ਅਰਦਾਸ ਕਰ ਦਿਓ, ਭਾਈ ਜੀ ਪਕੌੜਿਆਂ ਨੂੰ ਭੋਗ ਲਵਾ ਦਿਓ, ਗੁਲਾਬ ਜਾਮਨਾਂ ਨੂੰ ਭੋਗ ਲਵਾ ਦਿਓ। ਅਸੀਂ ਵੀ ਉਹੀ ਕਰ ਰਹੇ ਹਾਂ, ਸੇਮ ਥੋੜੇ ਜਿਹੇ ਫਰਕ ਦੇ ਨਾਲ। ਤਾਂ ਜਿਵੇਂ ਆਪਾਂ ਪਹਿਲਾਂ ਬੇਨਤੀ ਕੀਤੀ ਸੀ ਵੀ ਰਹਿਤ ਮਰਿਆਦਾ ਵਿੱਚ ਸਿਰਫ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਆਦਾ ਹੈਗੀ ਹੈ ਕਿ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ 6 ਪੌੜੀਆਂ ਆਨੰਦ ਸਾਹਿਬ ਜੀ ਦਾ ਪਾਠ ਕਰਕੇ, ਉਸ ਤੋਂ ਬਾਅਦ ਅਰਦਾਸ ਕਰਕੇ ਤੇ ਹੁਕਮਨਾਮਾ ਲੈਣ ਤੋਂ ਬਾਅਦ ਕਿਰਪਾਨ ਭੇਟ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਣੀ। ਹੋਰ ਕਿਤੇ ਵੀ ਲੰਗਰ ਦੇ ਜਿਹੜੀ ਭੋਗ ਦੀ ਉਹ ਕਿਤੇ ਵੀ ਨਹੀਂ ਕਹੀ ਗਈ, ਲੈਣਾ ਅਸੀਂ ਕਰੀ ਜਾ ਰਹੇ ਹਾਂ ਜੀ। ਅਸੀਂ ਉਹਦਾ ਰੀਜ਼ਨ ਇਹ ਹੈਗਾ ਵੀ ਜਿਵੇਂ ਗੁਰਦੁਆਰੇ ਸਾਹਿਬ ਗ੍ਰੰਥੀ ਨੇ ਨਾ, ਬਹੁਤ ਥਾਵਾਂ ਤੇ ਤਾਂ ਗ੍ਰੰਥੀ ਵੀਰਾਂ ਨੂੰ ਇਸ ਬਾਰੇ ਪਤਾ ਨਹੀਂ, ਪਰ ਬਹੁਤੇ ਥਾਵਾਂ ਤੇ ਪਤਾ ਵੀ ਹੈ। ਪਰ ਉੱਥੇ ਲੰਗਰ ਦੇ ਵਿੱਚ, ਮੈਂ ਦੇਖੋ ਗੁੱਸਾ ਨਾ ਕਰਿਓ, ਲੰਗਰ ਦੇ ਵਿੱਚ ਬਹੁਤੀ ਪ੍ਰਧਾਨਗੀ ਬੀਬੀਆਂ ਦੀ ਹੈ, ਤੇ ਉਹ ਫਿਰ ਥਾਲੀ ਲੈ ਕੇ ਤੇ ਭਾਈ ਜੀ ਅਰਦਾਸ ਕਰੋ ਨਾ ਜੀ। ਤੇ ਹੁਣ ਦੇਖੋ ਇਹ ਡਿਊਟੀ ਸੀ ਗ੍ਰੰਥੀ ਸਾਹਿਬਾਨ ਦੀ, ਮਰਿਆਦਾ ਚਲਾਣੀ। ਤੇ ਗ੍ਰੰਥੀ ਸਾਹਿਬਾਨ ਨੂੰ ਜਦੋਂ ਅਸੀਂ ਆਪਣੇ ਅੰਡਰ ਕਰ ਲਵਾਂਗੇ ਤੇ ਉਹਨੇ ਤੁਹਾਡਾ ਹੁਕਮ ਮੰਨਣਾ ਹੈ, ਤਾਂ ਫਿਰ ਉਹ ਨਹੀਂ ਪ੍ਰਚਾਰ। ਇਸ ਕਰਕੇ ਨਾ ਸਾਨੂੰ ਜ਼ਰੂਰਤ ਹੈ ਕਿ ਜੋ ਲੰਗਰ ਦੇ ਸੇਵਾਦਾਰ ਨੇ ਉਹ ਲੰਗਰ ਦੀ ਡਿਊਟੀ ਨਿਭਾਉਣ, ਪ੍ਰਬੰਧਕ ਵੀਰ ਜਿਹੜੇ ਨੇ ਪ੍ਰਬੰਧ ਨੂੰ ਸਹੀ ਢੰਗ ਦੇ ਨਾਲ ਚਲਾਉਣ, ਔਰ ਜਿਹੜੀ ਗੁਰਮਤ ਵਾਲੀ ਹੈ ਉਹਦੇ ਵਾਸਤੇ ਪ੍ਰਬੰਧਕ ਵੀਰਾਂ ਨੂੰ ਜੋ ਸਲਾਹ ਹੈ ਉਹ ਪ੍ਰਚਾਰਕ ਵੀਰ ਦੇਣ। ਤੇ ਸੇਵਾਦਾਰ, ਪ੍ਰਬੰਧਕ ਔਰ ਪ੍ਰਚਾਰਕ ਜਿਹੜੇ ਨੇ ਇਹ ਤਾਲਮੇਲ ਇਹਨਾਂ ਦਾ ਮਿਲ ਕੇ ਚੱਲਣ। ਪ੍ਰੋਬਲਮ ਇੱਥੇ ਆ ਰਹੀ ਹੈ ਕਿ ਪ੍ਰਬੰਧਕ ਔਰ ਪ੍ਰਚਾਰਕ ਜਿਹੜੇ ਨਾ ਆਮ ਥਾਵਾਂ ਤੇ, ਸਾਰੇ ਥਾਵਾਂ ਤਾਂ ਨਹੀਂ, ਆਮ ਥਾਵਾਂ ਤੇ ਰੇਲ ਦੀ ਪਟਰੀ ਦੀ ਤਰ੍ਹਾਂ ਨੇ, ਆਪਸ ਚ ਕਦੇ ਵੀ ਨਹੀਂ ਦੋਵੇਂ ਮਿਲਦੇ। ਤੇ ਇਸ ਕਰਕੇ ਨਾ ਪ੍ਰਬੰਧਕ ਵੀ, ਸੇਵਾਦਾਰ ਵੀ, ਪ੍ਰਚਾਰਕ ਵੀ ਮਿਲ ਬੈਠ ਕੇ ਇਹਨਾਂ ਚੀਜ਼ਾਂ ਨੂੰ ਜੇ ਕਰਨ ਤਾਂ ਬਹੁਤ ਕੁਛ ਹੋ ਸਕਦਾ। ਕੋਈ ਵੀ ਕੰਮ ਕਰਨਾ ਆ, ਜਿਹੜੀ ਸਾਡੀਆਂ ਕਮੇਟੀਆਂ ਆ, ਉਹ ਜਿਹੜੇ ਹੈਡ ਗਿਆਨੀ ਆ ਉਹਨਾਂ ਨੂੰ ਪੁੱਛ ਕੇ ਕਰਨਾ ਚਾਹੀਦਾ। ਗਿਆਨੀਆਂ ਤੋਂ ਹੀ ਪੁੱਛ ਕੇ, ਕਈ ਵਾਰੀ ਨਾ ਪੈਣ, ਕਈ ਵਾਰੀ ਐਸਾ ਹੁੰਦਾ ਵੀ ਜਿਹੜੇ ਗਿਆਨੀ ਨੇ ਨਾ ਉਹ ਵੀ ਕਰਮ ਕਾਂਡ ਫੈਲਾਉਂਦੇ ਨੇ। ਉਹ ਗਿਆਨੀ ਦਾ ਜਿਹੜਾ ਪੜ੍ਹ ਕੇ ਕਿੱਥੋਂ ਆਏ ਨੇ ਜਾਂ ਉਹਦੀ ਨੌਲੇਜ ਕਿੰਨੀ ਹੈ ਉਹਦੇ ਤੇ ਡਿਪੈਂਡ।
ਹਾਂ ਇਸ ਕਰਕੇ ਨਿਰਾ ਸਾਨੂੰ ਗਿਆਨੀਆਂ ਤੇ ਵੀ ਨਿਰਭਰ ਨਹੀਂ ਹੋ ਜਾਣਾ ਚਾਹੀਦਾ। ਸਾਨੂੰ ਗੁਰਮਤ ਨੂੰ, ਗੁਰਬਾਣੀ ਨੂੰ ਲੈਣਾ ਚਾਹੀਦਾ ਵੀ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਨਾ, ਉਹਦੇ ਮੁਤਾਬਕ। ਜੇ ਗਿਆਨੀ ਦੀ ਗੱਲ ਮੰਨੋਗੇ ਇਕੱਲੇ ਦੀ, ਹੋ ਸਕਦਾ ਉਹ ਗੁਰਬਾਣੀ ਤੋਂ ਉਲਟ ਕੁਛ, ਜਿਸ ਤਰ੍ਹਾਂ ਹੁਣ ਮੈਂ ਕਹਿ ਰਿਹਾ, ਤਾਂ ਹੋ ਸਕਦਾ ਮੈਂ ਹੀ ਤੁਹਾਨੂੰ ਗੁਰਬਾਣੀ ਤੋਂ ਉਲਟ ਕਹਿ ਦੇਵਾਂ, ਤਾਂ ਫਿਰ ਪ੍ਰੋਬਲਮ ਆਏਗੀ ਨਾ। ਇਸ ਕਰਕੇ ਤੁਹਾਨੂੰ ਆਪ ਵੀ, ਸਾਨੂੰ ਸਾਰਿਆਂ ਨੂੰ ਮਿਲ ਬੈਠ ਕੇ ਵਿਚਾਰਨਾ, ਜਿਸ ਕਰਕੇ ਕਲੇਸ਼ ਵੀ ਨਾ ਪਵੇ ਔਰ ਗੁਰਮਤ ਵੀ ਲਾਗੂ ਹੋਏ। ਤੇ ਜੇ ਮੇਰੀ ਗਲਤੀ ਤੁਸੀਂ ਮੈਨੂੰ ਦੱਸੋ, ਤੁਹਾਡੀ ਤੇ ਮੈਂ। ਆਪਾਂ ਸਾਡੀਆਂ ਕਮੇਟੀਆਂ ਨੂੰ, ਸਾਡੇ ਹੈੱਡ ਗ੍ਰੰਥੀਆਂ ਨੂੰ ਇਹ ਪਬਲਿਕ ਦੇ ਵਿੱਚ ਦੱਸਣਾ ਚਾਹੀਦਾ ਕਿ ਕਰਮ ਕਾਂਡ ਆਪਾਂ ਨਹੀਂ ਕਰਨੇ, ਗੁਰੂ ਨਹੀਂ ਮੰਨਦਾ ਇਹਨੂੰ, ਤਾਂ ਫਿਰ ਆਪੇ ਸਾਡੀਆਂ ਬੀਬੀਆਂ ਵੀ ਸੁਣਨਾ ਸ਼ੁਰੂ ਕਰ ਦੇਣਗੀਆਂ। ਹਾਂਜੀ ਹਾਂ, ਹੌਲੇ ਹੌਲੇ ਹੋਏਗਾ। ਵਾਹਿਗੁਰੂ ਕਿਰਪਾ ਕਰੇ ਵੀ ਇਸ ਢੰਗ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਲੈ ਸਕੀਏ। ਠੀਕ ਹੈ ਜੀ, ਤੁਹਾਨੂੰ ਜਵਾਬ ਮਿਲ ਗਿਆ, ਥੈਂਕ ਯੂ ਵੈਰੀ ਮੱਚ। ਤੇ ਸਾਡੇ ਨਾਲ ਅਵਤਾਰ ਸਿੰਘ ਜੀ, ਤੁਸੀਂ ਅਨਮਿਊਟ ਹੋਏ ਮੁੜ ਕੇ ਫਿਰ। ਹਾਂਜੀ, ਮੈਂ ਇੱਕ ਹੋਰ ਪੁੱਛਣਾ ਸੀਗਾ ਜੀ। ਇੱਕ ਤਾਂ ਹਰਮੰਦਰ ਸਾਹਿਬ ਕਹਿੰਦੇ ਦੁੱਧ ਨਾ ਉੱਥੇ ਧੋਂਦੇ ਆ ਸਾਰੇ ਅੰਦਰ, ਇੱਕ ਜੀ ਇੱਥੇ ਜਿਹੜੇ ਨਿਸ਼ਾਨ ਸਾਹਿਬ ਥੱਲੇ ਕਰਦੇ ਆ, ਖਾਸ ਕਰਕੇ ਲੇਡੀਜ਼ ਆ ਨਾ, ਉਹ ਜਿਹੜੀਆਂ ਉਹਦੇ ਉੱਤੇ ਟੈਗ ਜੀਆਂ ਏਦਾਂ ਲਾਉਂਦੇ ਆ, ਉਹ ਜਿਹੜੀਆਂ ਪੁਰਾਣੀਆਂ ਹੁੰਦੀਆਂ ਉਹ ਚੋਰੀ ਕਰਦੀਆਂ, ਜੇਬਾਂ 'ਚ ਪਾ ਲੈਂਦੀਆਂ, ਉਹ ਪਤਾ ਨਹੀਂ ਕੀ ਕਰਦੀਆਂ ਉਹਨਾਂ ਨੇ। ਉਹ ਜਿਹੜਾ ਨਾ ਉਹਨਾਂ ਨੂੰ ਕਈ ਵਾਰੀ ਉਹ ਬੱਚਿਆਂ ਦੇ ਗਲਾਂ ਵਿੱਚ ਬੰਨ ਦਿੰਦੀਆਂ ਨੇ, ਜਾਂ ਕੁਛ ਐਸਾ ਕਰਦੀਆਂ ਨੇ ਵੀ ਨਿਸ਼ਾਨ ਸਾਹਿਬ ਦਾ ਕੱਪੜਾ ਜੇ ਬੰਨਾਂਗੇ ਤੇ ਉਹ ਬੱਚਾ ਨੂੰ ਨਜ਼ਰ ਨਹੀਂ ਲੱਗੇਗੀ। ਪੁਰਾਣੀਆਂ ਮਾਤਾਵਾਂ ਨੇ, ਉਹਨਾਂ ਦੇ ਮਨਾਂ ਦੇ ਵਿੱਚ ਵਹਿਮ ਥੋੜੇ ਬਹੁਤੇ ਹੈਗੇ ਨੇ ਹਾਲੇ। ਸਾਰੀਆਂ ਪੁਰਾਣੀਆਂ ਮਨੌਤਾਂ ਹੈ ਜਿਹੜੀਆਂ ਸਾਡੇ ਦਿਮਾਗਾਂ 'ਚ ਫਸੀਆਂ ਪਈਆਂ, ਉਹ ਨਿਕਲ ਨਹੀਂ ਰਹੀਆਂ, ਉਹਨਾਂ ਕਰਕੇ ਅਸੀਂ। ਹੈਲੋ, ਹਾਂਜੀ, ਨਹੀਂ ਗੱਲ, ਅੱਛਾ ਠੀਕ ਹੈ ਜੀ। ਸਵਿੰਦਰ ਕੌਰ ਜੀ, ਤੁਸੀਂ ਵੀ ਕੋਈ ਸਵਾਲ ਪੁੱਛਣਾ ਮੇਰਾ ਖਿਆਲ। ਹਾਂਜੀ ਹਾਂਜੀ ਗਿਆਨੀ ਜੀ। ਹਾਂ ਭੈਣ। ਹਾਂਜੀ, ਸਾਨੂੰ ਇੱਕ ਇਹ ਦੱਸੋ ਜੀ, ਬਾਬਾ ਜੀ ਦਾ ਸਰੂਪ ਹੈ ਨਾ, ਜਿਵੇਂ ਸਵੇਰੇ ਪ੍ਰਕਾਸ਼ ਕਰੀਦਾ, ਹਾਂਜੀ, ਤੇ ਫਿਰ ਉਹਦੇ ਵਿੱਚੋਂ ਵਾਕ ਜਦੋਂ ਲਈਦਾ ਹੈਗਾ, ਉਹ ਕਿਹੜੇ ਪਾਸੇ ਤੋਂ ਲਈਦਾ ਸਵੇਰੇ? ਉਹ ਜੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ ਨਾ, ਹਾਂਜੀ, ਤੇ ਖੱਬੇ ਪਾਸੇ ਜਿਹੜਾ, ਜਿਸ ਤੁਹਾਡਾ ਜਿਹੜਾ ਖੱਬਾ ਹੱਥ ਹੈ, ਹਾਂਜੀ, ਉਸ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਅੰਗ ਹੋਏ, ਸਭ ਤੋਂ ਉਤਲਾ ਅਸੀਂ ਸ਼ਬਦ ਪੜ੍ਹਨਾ ਹੈ। ਹਾਂਜੀ, ਤੇ ਜੇ ਉਹ ਸ਼ਬਦ ਪਿਛਲੇ ਅੰਕ ਤੋਂ ਸ਼ੁਰੂ ਹੁੰਦਾ ਹੈ ਤਾਂ ਫਿਰ ਉਹਨੂੰ ਪਿਛਲੇ ਅੰਕ ਤੋਂ ਪੜ੍ਹ ਲੈਣਾ। ਜਿਸ ਤਰ੍ਹਾਂ ਮੰਨ ਲਓ ਆਪਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਖੋਲ੍ਹਿਆ ਨਾ, ਦਿਸ ਰਿਹਾ ਨਾ ਤੁਹਾਨੂੰ ਸਾਰਿਆਂ ਨੂੰ? ਹਾਂਜੀ, ਹਾਂਜੀ। ਤੇ ਇਸ ਪਾਸੇ ਖੱਬੇ ਪਾਸੇ ਜਿਹੜਾ ਸਭ ਤੋਂ ਉਤਲਾ ਸ਼ਬਦ ਹੈ ਉਹ ਪੜ੍ਹਨਾ ਹੈ। ਅੱਛਾ ਜੀ। ਸ਼ਬਦ ਪਿਛਲੇ ਪਾਸੇ ਸ਼ੁਰੂ ਹੁੰਦਾ ਤੇ ਫਿਰ ਅਸੀਂ ਇਸ ਸਫਾ ਜਿਹੜਾ ਨਾ ਏਦਾਂ ਕਰਕੇ ਅੰਗ, ਹਾਂਜੀ, ਪਿਛਲੇ ਪਾਸੇ ਪੜ੍ਹਨਾ, ਯਾਨੀ ਸਭ ਤੋਂ ਉਤਲਾ ਸ਼ਬਦ ਅਸੀਂ ਖੱਬੇ ਪਾਸੇ ਤੋਂ ਪੜ੍ਹਨਾ। ਹਾਂਜੀ, ਪਰ ਕਈ ਵਾਰੀ ਮੈਂ ਦੇਖਿਆ ਜੀ, ਅੰਮ੍ਰਿਤਸਰ ਦਾ ਦਰਬਾਰ ਸਾਹਿਬ ਤੋਂ ਕੀਰਤਨ ਜਿਹੜਾ ਆਉਂਦਾ ਹੈਗਾ, ਉਹਦੇ ਵਿੱਚ ਉਹ ਬਾਬਾ ਜੀ ਦਾ ਵਾਕ ਲੈਂਦੇ ਹੈਗੇ ਆ, ਉਹ ਦੂਸਰੇ, ਉਹ ਸੱਜੇ ਪਾਸੇ ਪੇਜ ਤੋਂ ਲੈਂਦੇ ਆ। ਨਹੀਂ, ਉਹ ਸੱਜੇ ਤੋਂ ਨਹੀਂ ਲੈਂਦੇ, ਉਹ ਖੱਬੇ ਤੋਂ ਨੇ। ਪਰ ਉਹ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾ, ਉੱਥੇ ਨਾ ਜਿਹੜੇ ਸਰੂਪ ਨੇ ਉਹ ਥੋੜੇ ਵੱਡੇ ਨੇ, ਤੇ ਉਹਨਾਂ ਦੇ ਕਈ ਵਾਰੀ ਸਫਿਆਂ ਦਾ ਫਰਕ ਹੁੰਦਾ ਹੈ। ਮਤਲਬ ਜਿਹੜੇ ਹੱਥ ਲਿਖਤ ਨੇ ਨਾ, ਹਾਂਜੀ, ਲਿਖਤ ਜਿਹੜਾ ਸਰੂਪ ਹੈ, ਹਾਂਜੀ, ਉਹਨਾਂ ਦੇ ਵਿੱਚ ਅੰਗਾਂ ਦਾ ਫਰਕ ਹੈਗਾ। ਹੁਣ ਜਦੋਂ ਪ੍ਰੈਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਛਪਵਾਇਆ, ਉਸ ਤੋਂ ਬਾਅਦ 1430 ਸਫੇ ਜਿਹੜੇ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਨਾ, ਉਹਨਾਂ ਦਾ ਸਫਿਆਂ ਦਾ ਫਰਕ ਸੀ। ਲੈਂਦੇ ਖੱਬੇ ਪਾਸੇ ਨੇ, ਹਰਮੰਦਰ ਸਾਹਿਬ ਵੀ ਖੱਬੇ ਪਾਸੇ ਲੈਂਦੇ। ਅੱਛਾ ਜੀ, ਤੇ ਸ਼ਾਮ ਨੂੰ ਫੇਰ ਜੀ ਫੇਰ ਸੱਜੇ ਪਾਸੇ? ਇੱਕੋ ਹੀ ਹੈ ਜੀ, ਸ਼ਾਮ ਸਵੇਰ ਦੁਪਹਿਰ ਜਦੋਂ ਵੀ ਲਓ, ਖੱਬੇ ਪਾਸੇ ਤੋਂ ਸਭ ਤੋਂ ਉਤਲਾ ਜਿਹੜਾ ਸ਼ਬਦ। ਸ਼ਾਮ ਦਾ ਜੀ, ਸ਼ਾਮ ਦਾ ਬਾਬਾ ਜੀ ਸੰਤੋਖਣ ਤੋਂ ਪਹਿਲਾਂ? ਹਾਂਜੀ, ਜਦੋਂ ਵੀ ਹੁਕਮਨਾਮਾ ਲੈਣਾ, ਖੱਬੇ ਪਾਸੇ ਤੋਂ ਉਤਲਾ ਸ਼ਬਦ ਪੜ੍ਹਨਾ ਜੀ। ਅੱਛਾ ਜੀ, ਉਹ ਸੱਜੇ ਪੇਜ ਤੋਂ ਨਹੀਂ ਪੜ੍ਹਨਾ ਨਾ, ਖੱਬੇ ਪਾਸੇ ਤੋਂ ਸਭ ਤੋਂ ਉਤਲਾ ਜਿਹੜਾ ਹੈ ਸ਼ਬਦ ਪੜ੍ਹਨਾ। ਚਲੋ ਠੀਕ ਹੈ ਜੀ, ਸ਼ਾਮ ਦੁਪਹਿਰ ਸ਼ਾਮ ਦਾ, ਠੀਕ ਹੈ ਜੀ, ਥੈਂਕ ਯੂ। ਮਿਹਰਬਾਨੀ ਜੀ, ਥੈਂਕ ਯੂ। ਸਾਡੇ ਨਾਲ ਹੈਲੋ ਅਜੀਤ ਸਿੰਘ ਜੀ, ਤੁਸੀਂ ਕੁਝ ਪੁੱਛਣਾ ਜੀ? ਨਹੀਂ ਜੀ। ਅੱਛਾ, ਤੁਸੀਂ ਅਨਮਿਊਟ ਹੋਏ ਸੀਗੇ ਤਾਂ ਮੈਂ ਤੁਹਾਨੂੰ ਕਿਹਾ ਜੀ। ਹਾਂਜੀ, ਕੋਈ ਨਹੀਂ, ਠੀਕ ਹੈ ਜੀ। ਸਾਡੇ ਘਰੋਂ ਜੀ ਦਵਿੰਦਰ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਮੇਰੀ ਭੈਣ। ਫਤਿਹ ਜੀ। ਪਹਿਲਾਂ ਤਾਂ ਤੁਹਾਡਾ ਬਹੁਤ ਥੈਂਕ ਯੂ, ਕਿਉਂਕਿ ਜਿਹੜੀਆਂ ਤੁਸੀਂ ਪੌੜੀ ਦੀ ਅੱਜ ਕਥਾ ਕੀਤੀ ਆ, ਇਹਦਾ ਬਿਲਕੁਲ ਨਵੇਂ ਮੀਨਿੰਗ ਦੇ ਵਿੱਚ ਪਤਾ ਲੱਗਾ ਜੀ। ਕਿਉਂਕਿ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਮਸਕੀਨ ਜੀ ਉਹਨਾਂ ਨੂੰ ਸੁਣਦੇ ਸੀ, ਉਹਨਾਂ ਤੋਂ ਵੀ ਸੁਣੀ ਹੋ ਜਪਜੀ ਸਾਹਿਬ, ਪਰ ਆ ਟੋਟਲੀ ਡਿਫਰੈਂਟ ਵੇ ਦੇ ਨਾਲ ਸੁਣੀ ਆ। ਦੂਸਰੀ ਜਿਹੜੀ ਆਪਣੀ ਮਹਾਰਾਜ ਦੀ ਸਾਂਭ ਸੰਭਾਲ ਦੇ ਵਾਸਤੇ ਗੱਲ ਹੋ ਰਹੀ ਸੀ, ਉਹਦੇ ਵਿੱਚ ਸੌਰੀ ਮੈਂ ਥੋੜਾ ਜਿਹਾ ਪਾਰਟ ਪਲੇ ਕਰਨਾ ਚਾਹੁੰਦੀ ਹਾਂ ਕਿ ਜਿੱਦਾਂ ਤੁਸੀਂ ਹੁਣ ਕਿਹਾ ਸੀਗਾ ਕਿ
ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਵੀ ਹੁਣ ਕਹਿ ਦਿੱਤਾ ਕਿ ਛੋਟਾ ਜਿਹਾ ਬਲਬ ਲਾ ਦਿਓ ਕਮਰੇ ਦੇ ਵਿੱਚ ਜੀ ਤੇ ਮਹਾਰਾਜ ਦਾ ਮਤਲਬ ਸੁੱਖ ਆਸਣ ਕਰ ਦਿਓ ਤੁਸੀਂ। ਹਾਂਜੀ। ਉਹ ਤੋਂ ਪਹਿਲਾਂ 3 ਕੁ ਹਫ਼ਤੇ ਪਹਿਲਾਂ ਢੰਡਰੀਆਂ ਵਾਲੇ ਭਾਈ ਰਣਜੀਤ ਸਿੰਘ ਹੁਣਾਂ ਨੇ ਇਸੇ ਸਬਜੈਕਟ ਦੇ ਉੱਤੇ ਬੋਲਿਆ ਸੀ ਕਿ ਜਦੋਂ ਸਾਡੇ ਗੁਰੂ ਨਾਨਕ ਦੇਵ ਜੀ ਦੇਹ ਦੇ ਵਿੱਚ ਸੀਗੇ, ਹਾਂਜੀ, ਸਾਡੇ 10 ਗੁਰੂ, ਤਾਂ ਉਹਨਾਂ ਨੇ ਸਾਨੂੰ ਉਹਨਾਂ ਦੇ ਸਰੀਰਕ ਦੀਆਂ ਜਿਹੜੀਆਂ ਲੋੜਾਂ ਸੀ ਉਸ ਵੇਲੇ ਸਾਡੇ ਤਰ੍ਹਾਂ ਸੀ, ਉਹਨਾਂ ਨੂੰ ਪਾਣੀ, ਅੰਨ ਤੇ ਹਵਾ ਦੀ ਲੋੜ ਸੀ। ਹਾਂਜੀ ਹਾਂਜੀ, ਹਾਂਜੀ। ਸਾਡਾ ਗੁਰੂ ਗਿਆਨ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਆ, ਸੋ ਉਹਨਾਂ ਦੀ ਜਿਹੜੀ ਹੁਣ ਇਸ ਵੇਲੇ ਸਾਂਭ ਸੰਭਾਲ ਦੀ ਸਰੀਰਕ ਲੋੜ ਆ ਉਹ ਡਿਫਰੈਂਟ ਆ। ਹਾਂਜੀ, ਕਿ ਉਹ ਇਸ ਕਰਕੇ ਆ ਕਿ ਉੱਥੇ ਕੋਈ ਸਲਾਬ ਨਹੀਂ ਹੋਣੀ ਚਾਹੀਦੀ, ਤਾਂ ਕਿ ਜਿਹੜਾ ਕਾਗਜ਼ ਆ ਉਹ ਮਤਲਬ ਮਹਾਰਾਜ ਦਾ ਹੈ ਤਾਂ ਬਾਣੀ ਕਾਗਜ਼ ਦੇ ਉੱਤੇ ਲਿਖੀ ਆ ਨਾ, ਤੇ ਉਹ ਗਲੇ ਨਾ, ਤੇ ਉੱਥੇ ਇੰਨੀ ਗਰਮੀ ਨਹੀਂ ਹੋਣੀ ਚਾਹੀਦੀ ਕਿ ਉਹ ਕਾਗਜ਼ ਸੁੱਕ ਜਾਵੇ, ਜਾਂ ਬਿਜਲੀ ਜਿੱਦਾਂ ਆਪਾਂ ਹੁਣ 에ਅਰ ਕੰਡੀਸ਼ਨ ਲਾਉਨੇ ਆ, ਪੱਖਾ ਲਾਉਨੇ ਆ, ਤੇ ਉਹਦੇ ਕਰਕੇ ਉੱਥੇ ਇੰਡੀਆ ਦੇ ਵਿੱਚ ਤਾਂ ਸਪੈਸ਼ਲੀ ਉਹ ਤਾਰਾਂ ਦਾ ਸ਼ਾਰਟ ਸਰਕਟ ਹੋ ਕੇ ਤਾਂ ਉੱਥੇ ਅੱਗਾਂ ਲੱਗ ਜਾਂਦੀਆਂ। ਹਾਂਜੀ, ਤੇ ਉਹਨਾਂ ਨੇ ਇਹ ਵਿਚਾਰ ਦਿੱਤਾ, ਤੇ ਉਹਨਾਂ ਦੇ ਵਿਚਾਰ ਦੇ ਅਗੇਂਸਟ ਇਹਨਾਂ ਲੋਕਾਂ ਨੇ ਇਹ ਕਿਹਾ ਕਿ ਅੱਜ ਢੰਡਰੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਕਿਤਾਬ ਸਮਝਦਾ ਆ, ਇੱਕ ਬੁੱਕ ਕਹਿ ਰਿਹਾ ਆ, ਇਸ ਕਰਕੇ ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਸਿਰਫ ਜਿਲਦ ਆ ਤੇ ਕਾਗਜ਼ ਆ ਤੇ ਸਿਆਹੀ ਆ। ਕਿ ਦੇਖੋ ਫਿਰ ਇਹ ਕਿੱਡਾ ਅਨਿਆਂ ਹੋ ਰਿਹਾ ਆ ਉੱਥੇ। ਤੇ ਉਹ ਤੋਂ 2 ਹਫ਼ਤੇ 1.5 ਹਫ਼ਤੇ ਬਾਅਦ ਹੀ ਫਿਰ ਅਕਾਲ ਤਖਤ ਦਾ ਜਥੇਦਾਰ ਕਹਿੰਦਾ ਹੈ ਕਿ ਤੁਸੀਂ ਛੋਟਾ ਜਿਹਾ ਬਲਬ ਲਗਾ ਦਿਓ, ਕਿਉਂਕਿ ਇਹਦੀ ਜ਼ਰੂਰਤ ਸਿਰਫ ਇੰਨੀ ਆ, ਹੋਰ ਉੱਥੇ ਕਿਸੇ ਚੀਜ਼ ਦੀ ਲਾਉਣ ਦੀ ਹੈ। ਜੇ ਇੱਕ ਬੰਦਾ ਕੋਈ ਚੰਗੀ ਚੀਜ਼ ਦੱਸ ਰਿਹਾ ਆ, ਸੋ ਇਦਾਂ ਹੀ ਇੱਥੇ ਆ ਜੀ। ਇੱਥੇ ਜੇ ਕਿਸੇ ਲੇਡੀਜ਼ ਨੂੰ ਵੀ ਤੁਸੀਂ ਕਹਿ ਦਿਓ ਕਿਚਨ ਦੇ ਵਿੱਚ ਵੀ ਨਹੀਂ ਇਹ ਇਦਾਂ ਨਹੀਂ, ਮੈਂ ਨਹੀਂ ਭੋਗ ਲਵਾਉਣਾ ਜਾਂ ਮੈਂ ਨਹੀਂ ਕਰਨਾ, ਮੇਰੇ ਨਾਲ ਇਹ ਪਰਸਨਲ ਐਕਸਪੀਰੀਅੰਸ ਹੋਏ ਆ, ਤੇ ਮੈਂ ਕਿਹਾ ਸੀ ਕਿ ਮੈਂ ਨਹੀਂ ਭੋਗ ਲਵਾਉਣਾ ਹੈਗਾ, ਕਿਉਂਕਿ ਮੈਂ ਮੰਨਦੀ ਹਾਂ ਕਿ ਮਹਾਰਾਜ ਕਿਚਨ ਦੇ ਵਿੱਚ ਵੀ ਆ ਤੇ ਸਭ ਕੁਝ ਉਹਦਾ ਦਿੱਤਾ ਹੋਇਆ ਆ ਨਾ। ਤੇ ਉਹ ਕਹਿੰਦੇ ਨਹੀਂ ਥਾਲ ਅੰਦਰ ਲਿਜਾਣਾ ਪੈਣਾ ਆ। ਹਾਂ ਭੈਣ, ਬਸ ਤੁਸੀਂ ਨਾ ਠੀਕ ਕਹਿ ਰਹੇ ਹੋ। ਅਸਲ ਦੇ ਵਿੱਚ ਨਾ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ, ਔਰ ਇਹ ਸਮਝ ਸਾਨੂੰ ਤਾਂ ਆਏਗੀ ਜੇਕਰ ਨਾ ਅਸੀਂ ਗੁਰਬਾਣੀ ਨੂੰ ਆਪ ਪੜਾਂਗੇ। ਤੇ ਵਾਸਤਵ ਦੇ ਵਿੱਚ ਠੀਕ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਸਤਿਕਾਰ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ ਇਸ ਤਰ੍ਹਾਂ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ। ਬਾਕੀ ਗਰਮੀ ਸਰਦੀ ਤੋਂ ਗੁਰੂ ਜੀ ਰਹਿਤ ਨੇ, ਸ਼ਬਦ ਗੁਰੂ ਨੇ। ਔਰ ਜਿਵੇਂ ਤੁਸੀਂ ਕਹਿ ਰਹੇ ਸੀ ਲੰਗਰ ਵਾਲੀ ਗੱਲ, ਇਹ ਕਾਫੀ ਮਤਲਬ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ। ਔਰ ਇਹ ਸਾਰਾ ਕੁਛ ਨਾ ਬਾਬਿਆਂ ਦੇ ਡੇਰਿਆਂ ਤੋਂ ਹੈ। ਮੈਂ ਪਿੱਛੇ ਇੱਕ ਡੇਰੇ ਵਿੱਚ ਸੀ, ਗੁਰੂ ਨਾਨਕ ਦੇਵ ਦੀ ਨਾ ਵੱਡੀ ਸਾਰੀ ਤਸਵੀਰ ਰੱਖੀ ਹੈ, ਤੇ ਉਹਦੇ ਸਾਹਮਣੇ ਜਾ ਕੇ ਫਿਰ ਨਾ ਪਹਿਲੋਂ ਕੋਲਾ ਰੱਖਦੇ ਨੇ ਤੇ ਫਿਰ ਪਾਣੀ ਪਾਉਂਦੇ ਨੇ, ਕਹਿੰਦੇ ਬਾਬਾ ਜੀ ਹੱਥ ਧੋ ਲਓ। 2 ਕਚੁਲੀਆਂ ਪਾਣੀ ਪਾਉਂਦੇ ਨੇ, ਫਿਰ ਤੌਲੀਆ ਹਿਲਾਉਂਦੇ ਨੇ, ਬਾਬਾ ਜੀ ਹੱਥ ਪੂੰਝ ਲਓ। ਤੇ ਫਿਰ ਅੱਗੇ ਪ੍ਰਸ਼ਾਦਾ ਰੱਖ ਕੇ ਬਾਬਾ ਜੀ ਹੱਥ ਲੰਗਰ ਛਕ ਲਓ, ਤੇ ਫਿਰ 5 ਮਿੰਟ ਬਾਅਦ ਲੰਗਰ ਚੁੱਕ ਕੇ ਫਿਰ ਕਹਿੰਦੇ ਨੇ ਬਾਬਾ ਜੀ ਹੱਥ ਧੋ ਲਓ, ਚੂਲਾ ਕਰ ਲਓ, ਫਿਰ ਤੌਲੀਆ ਹਿਲਾ ਦਿੰਦੇ ਨੇ, ਬਾਬਾ ਜੀ ਨੇ ਹੱਥ ਪੂੰਝ ਲਏ, ਫਿਰ ਲੰਗਰ ਛਕ ਲੈਂਦੇ ਨੇ। ਹੁਣ ਦੇਖੋ ਇਹ ਚੀਜ਼ਾਂ ਨਾ ਜੇ ਅਸੀਂ ਕੋਈ ਬੋਲੇਗਾ ਤੇ ਉਹਦੇ ਉਹ ਗੱਲ ਪੈਣਗੇ। ਤੇ ਉਹ ਚੀਜ਼ਾਂ ਜਿਹੜੀਆਂ ਨਾ ਅੰਧ ਵਿਸ਼ਵਾਸ ਜਿਹੜੇ ਨੇ ਆਏ ਨੇ, ਜਿਵੇਂ ਜਿਵੇਂ ਹੁਣ ਗੁਰਬਾਣੀ ਨੂੰ ਤੁਸੀਂ ਆਪ ਪੜੋਗੇ, ਆਪ ਸਮਝੋਗੇ, ਤੇ ਫਿਰ ਇਹ ਚੀਜ਼ਾਂ ਹੌਲੀ ਹੌਲੀ ਖਤਮ। ਹਾਂਜੀ ਹਾਂਜੀ, ਮਤਲਬ ਮੈਂ ਕਿਹਾ ਮੈਂ ਵੀ ਇਸ ਚੀਜ਼ 'ਚ ਥੋੜਾ ਜਿਹਾ ਮੈਂ ਫੀਲ ਕਰਦੀ ਸੀ ਕਿ ਕੋਈ ਸਾਨੂੰ ਇੱਕ ਸੱਚੀ ਸੋਚ ਦੇਣ ਦੀ ਕੋਸ਼ਿਸ਼ ਕਰਦਾ ਆ, ਤੇ ਅਸੀਂ ਉਹਨਾਂ ਨੂੰ ਏਦਾਂ ਦੇ ਨਾਂ ਦਿੰਦੇ ਆ ਵੀ ਉਹ ਸਾਡਾ ਪੰਥ ਦੋਖੀ ਆ, ਤੇ ਇਹਨੂੰ ਛੇਕਣਾ ਚਾਹੀਦਾ, ਉਹਨੂੰ ਇਹ ਕਰਨਾ ਚਾਹੀਦਾ। ਹਾਲਾਂਕਿ ਮੈਂ ਸੌਰੀ ਆ, ਮੈਂ ਬਾਇਸ ਆ, ਮੈਂ ਭਾਈ ਰਣਜੀਤ ਸਿੰਘ ਦੇ ਨਾਲ ਆ, ਮੈਂ ਉਹਨਾਂ ਦਾ ਹਰ ਇੱਕ ਅੱਖਰ ਸੁਣਦੀ ਆ, ਔਰ ਮੈਨੂੰ ਪਤਾ ਆ ਕਿ ਉਹਨਾਂ ਦੇ ਹਰ ਇੱਕ ਚੀਜ਼ ਜਿਹੜੀ ਮੇਰੇ ਵਾਸਤੇ ਮੈਨੂੰ ਠੀਕ ਲੱਗਦੀ ਆ ਜੀ, ਹਨਾ। ਤੇ ਕਿ ਤਾਂ ਮੈਂ ਭਾਈ ਉਹਨਾਂ ਨੇ ਕੁਐਸਚਨ ਕੀਤਾ ਸੀ, ਮੈਂ ਕਿਹਾ ਮੈਂ ਵੀ ਜ਼ਰੂਰ ਕਹਾਂ ਕਿ ਹੁਣ ਅੱਜ ਅਕਾਲ ਤਖਤ ਦੇ ਜਥੇਦਾਰ ਨੂੰ ਚੇਤਾ ਆ ਗਿਆ ਵੀ ਮੈਂ ਕਹਿ ਦੇਵਾਂ ਅਜਿਹਾ ਬਲਬ ਪਹਿਲਾਂ ਉਹਨੂੰ ਕਹਿ ਦਿੱਤਾ ਕਿ ਇਹ ਪੰਥ ਦੋਖੀ ਆ, ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਿਤਾਬ ਸਮਝਦਾ ਆ। ਮਤਲਬ ਕਿੱਡਾ ਕੁ ਪਾਪ ਹੋ ਰਿਹਾ ਆ, ਉਹ ਵੀ ਸਾਡੀ ਸਰਮੌਰ ਜਥੇਬੰਦੀ ਤੋਂ। ਦਰਅਸਲ ਨਾ ਮੈਂ ਸੁਣਦਾ ਨਹੀਂ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੁਣਨ ਦਾ। ਮੈਂ ਕਹਿੰਦੀ ਆ ਜੀ ਉਹਨਾਂ ਦੇ, ਹਾਂਜੀ ਸੌਰੀ, ਮੈਂ ਤਾਂ ਉਹਨਾਂ ਨੂੰ ਹਾਂਜੀ ਮੈਂ ਨਾ ਬਹੁਤ ਘੱਟ ਸੁਣਦਾ ਵਾ, ਸੁਣਦਾ ਹੀ ਨਹੀਂ। ਪਹਿਲੀ ਗੱਲ ਤਾਂ ਮੈਂ ਕਿਸੇ ਨੂੰ ਨਹੀਂ ਸੁਣਦਾ, ਉਹਦਾ ਰੀਜ਼ਨ ਹੈਗਾ ਕਿ ਮੈਂ ਨਾ ਥੋੜਾ ਪੜ੍ਹਨਾ ਹੁੰਦਾ ਆਪ, ਤੇ ਉਹ ਇਸ ਕਰਕੇ ਫਿਰ ਮੈਂ ਸੁਣ ਨਹੀਂ ਪਾਉਂਦਾ, ਸੁਣਦਾ ਨਹੀਂ। ਪਰ ਤੁਹਾਡੀ ਵਿਚਾਰ ਬਿਲਕੁਲ ਪੱਥਰ ਉਦਾਂ ਦੀ ਆ, ਕੋਈ ਫਰਕ ਨਹੀਂ। ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ। ਚਲੋ ਵਾਹਿਗੁਰੂ ਰਹਿਮਤ ਕਰੇ ਸਾਰੀਆਂ ਭੈਣਾਂ ਔਰ ਸਾਰੇ ਵੀਰ। ਅਸੀਂ
ਬਾਣੀ ਨੂੰ ਪੜ੍ਹ ਸੁਣ ਕੇ ਇਹਨਾਂ ਚੀਜ਼ਾਂ ਨੂੰ ਸਮਝ ਕੇ ਤੇ ਅਸੀਂ ਹੌਲੇ ਹੌਲੇ ਇਹਨਾਂ ਚੀਜ਼ਾਂ ਨੂੰ ਅੱਗੇ ਲਾਗੂ ਕਰ ਸਕਦੇ ਹਾਂ। ਤੇ ਇਸ ਗੁਰਦੁਆਰੇ 'ਚ ਹੈਗੇ ਉੱਥੇ ਵੀ ਜਰਾ ਸਟੇਜ ਤੇ ਬੋਲ ਦਿਆ ਕਰੋ। ਹਾਂਜੀ ਭੈਣ, ਬੋਲੀ ਦਾ ਹੈ ਤਾਂ ਮੈਂ ਤਾਂ ਜਿੱਥੇ ਜਾਵਾਂ ਕਰੀਬ ਕਰੀਬ ਬੋਲਦਾ ਵਾਂ ਲਗਾਤਾਰ, ਮਤਲਬ ਇਹਨਾਂ ਚੀਜ਼ਾਂ ਨੂੰ ਤੇ ਕਲਾਸਾਂ ਲਾ ਕੇ ਵੀ। ਤੇ ਦਵਿੰਦਰ ਕੌਰ ਭੈਣ, ਧੰਨਵਾਦ ਤੁਹਾਡਾ, ਤੁਸੀਂ ਆਪਣਾ ਟਾਈਮ ਕੱਢ ਕੇ ਆਪਣੇ ਵਿਚਾਰ ਪੇਸ਼ ਕੀਤੇ। ਕੁਲਦੀਪ ਕੌਰ ਭੈਣ, ਤੁਹਾਡਾ ਵੀ ਧੰਨਵਾਦ। ਹੋਰ ਕਿਸੇ ਵੀਰ ਨੇ ਆਪਣੇ ਵਿਊਜ਼ ਦੇਣੇ ਹੋਣ ਜਾਂ ਕੋਈ? ਬਸ ਠੀਕ ਹੈ ਜੀ, ਮੇਰਾ ਖਿਆਲ ਹੁਣ ਸਾਰੇ ਮਿਊਟ ਹੀ ਹੈ ਜੀ, ਤੇ ਮੇਰਾ ਖਿਆਲ ਕਾਫੀ ਡਿਸਕਸ਼ਨ ਹੋ ਗਈ ਅੱਜ, ਵਧੀਆ ਵਿਚਾਰ ਆਏ ਆ, ਗੁਰਬਾਣੀ ਬਾਰੇ ਵੀ ਆ ਗਏ, ਤੇ ਬਾਕੀ ਸਾਡੇ ਜਿਹੜੇ ਕਈ ਤਰ੍ਹਾਂ ਦੇ ਸਾਡੇ ਚੱਲ ਰਹੇ ਆ ਇਸ ਵੇਲੇ, ਕਈ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਕਈ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਬਾਰੇ ਵੀ ਡਿਸਕਸ਼ਨ ਹੋ ਰਹੀ ਹੈ। ਇਹਨੂੰ ਟਾਈਮ ਲੱਗਣਾ ਜੀ ਹਰੇਕ ਚੀਜ਼ ਨੂੰ, ਤੇ ਕਈ ਵਾਰੀ ਆਪਾਂ ਕਿਸੇ ਕਥਾਕਾਰ ਜਾਂ ਗਿਆਨੀ ਜੋ ਵੀ ਹੈ ਚੰਗੀ ਚੀਜ਼ ਦੱਸਦਾ ਵੀ ਹੈ ਤਾਂ ਉਹਨੂੰ ਮੰਨਦੇ ਨਹੀਂ ਅਸੀਂ, ਕਿਉਂਕਿ ਸਾਡੀਆਂ ਮਨੌਤਾਂ ਪਹਿਲੀਆਂ ਇੰਨੀ ਭਾਰੂ ਆ, ਉਹ ਨਿਕਲਦੀਆਂ ਹੀ ਨਹੀਂ। ਹਾਂਜੀ ਹਾਂਜੀ, ਇਸ ਕਰਕੇ ਟਾਈਮ ਲੱਗਣਾ ਜੀ ਹਰੇਕ ਚੀਜ਼ ਨੂੰ, ਤੇ ਆਪਾਂ ਇਦਾਂ ਹੀ ਕੋਸ਼ਿਸ਼ ਕਰੀ ਜਾਣੀ ਆ। ਤੇ ਇੱਥੇ ਮੇਰਾ ਖਿਆਲ ਹੁਣ ਆਪਾਂ ਸਮਾਪਤੀ ਕਰਦੇ ਹਾਂ ਜੀ। ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ, ਵਿੱਚ ਸਾਰੀਆਂ ਸੰਗਤਾਂ ਦਾ, ਵਿੱਚ ਗਿਆਨੀ ਜੀ ਦਾ। ਤੇ ਕੱਲ ਨੂੰ ਆਪਾਂ ਫੇਰ ਇਸੇ ਟਾਈਮ ਤੇ 2 ਵਜੇ ਇੰਗਲੈਂਡ ਦੇ ਟਾਈਮ ਤੇ ਆਪਾਂ ਫੇਰ ਹਾਜ਼ਰ ਹੋਵਾਂਗੇ ਜੀ। ਤੇ ਇੱਥੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।